ਸੁੱਖੀ ਘੁੰਮਣ ਜੀ ਮੇਰੇ ਨਾਲ ਇਸ ਵਕਤ ਜੁੜ ਗਏ ਨੇ। ਘੁੰਮਣ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਧੰਨਵਾਦ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ ਘੁੰਮਣ ਸਾਹਿਬ, ਮੈਂ ਇੱਕ ਡਾਟਾ ਪਿੱਛੇ ਜੇ ਮੈਨੂੰ ਬਹੁਤ ਜ਼ਿਆਦਾ ਡਿਸਟਰਬ ਕੀਤਾ। ਮੇਰੀ ਕੋਸ਼ਿਸ਼ ਸੀਗੀ ਕਿ ਮੈਂ ਕਿਉਂ ਨਾ ਇਸ ਚੀਜ਼ ਦੇ ਉੱਤੇ ਗੱਲ ਕਰਾਂ ਕਿ ਸਾਡੇ ਟਰੱਕ ਡਰਾਈਵਰ ਵੀਰਾਂ ਦੀਆਂ ਬੜੀਆਂ ਦਰਦਨਾਕ ਖਬਰਾਂ ਆ ਰਹੀਆਂ ਨੇ। ਅਸੀਂ 7 ਸਮੁੰਦਰ ਪਾਰ ਰੋਜੀ ਰੋਟੀ ਕਮਾਉਣ ਗਏ ਹਾਂ, ਪਰ ਹਰ ਰੋਜ਼ ਕੋਈ ਐਸਾ ਦਿਨ ਨਹੀਂ ਲੰਘਦਾ ਕਿ ਜਿਸ ਦਿਨ ਕੋਈ ਇਹ ਦੁੱਖ ਭਰੀ ਖਬਰ ਨਾ ਆਈ ਹੋਵੇ। ਸੜਕ ਦੇ ਉੱਤੇ ਜੇਕਰ ਅਸੀਂ ਇੰਡੀਆ ਦੀਆਂ ਗੱਲਾਂ ਕਰ ਲਾਂ ਜੀ, ਮੈਂ ਥੋੜ੍ਹੀਆਂ ਜਿਹੀਆਂ ਤਾਂ ਉਹ ਇੱਕ ਵੱਖਰੀਆਂ, ਪਰ ਮੈਂ ਤੁਹਾਡਾ ਸਟੇਟ USA ਦਾ ਦੱਸ ਰਿਹਾ। ਕਹਿੰਦੇ ਪਿਛਲੇ ਸਮੇਂ ਦੇ ਵਿੱਚ ਯੂਨਾਈਟਿਡ ਸਟੇਟ ਦੇ ਵਿੱਚ 2019 ਦੀ ਗੱਲ ਕਰੀਏ ਤਾਂ ਕੋਈ 2734 ਖਤਰਨਾਕ ਐਕਸੀਡੈਂਟ ਹੋਏ ਨੇ ਟਰੱਕਾਂ ਦੇ ਤੇ ਬੱਸਾਂ ਦੇ, ਜਿਹਦੇ ਵਿੱਚ ਕੋਈ 3087 ਵਿਅਕਤੀਆਂ ਦੀ ਮੌਤ ਹੋਈ ਹੈ। ਅਤੇ ਕਹਿੰਦੇ ਕਿ ਜਿਹੜੀਆਂ ਰਿਪੋਰਟਸ ਜਨਵਰੀ ਦੇ ਵਿੱਚ ਰਿਲੀਜ਼ ਹੋਈਆਂ, ਕਹਿੰਦੇ 60,818 ਬੰਦੇ ਜਿਹੜੇ ਨੇ ਉਹਨਾਂ ਨੇ ਇਹਨਾਂ ਕ੍ਰੈਸ਼ਿਸ ਦੇ ਵਿੱਚ, ਇਹਨਾਂ ਐਕਸੀਡੈਂਟਸ ਦੇ ਵਿੱਚ ਜ਼ਖਮੀ ਹੋਏ ਨੇ। ਇਹਦੇ ਵਿੱਚ ਲਾਰਜ, ਸੈਮੀ ਅਤੇ ਬੱਸਿਸ ਜਿਹੜੀਆਂ ਇਨਵੋਲਵ ਨੇ। ਅਤੇ ਕਹਿੰਦੇ ਟੋਟਲ ਕੋਈ 1,22,331 ਵਾਹੀਕਲ ਜਿਹੜੇ ਆ ਡੈਮੇਜ ਹੋਏ ਆ ਜਾਂ ਤਬਾਹ ਹੋ ਚੁੱਕੇ ਨੇ। ਇਹ USA ਦਾ ਡਾਟਾ ਹੈ। ਕੈਲੀਫੋਰਨੀਆ ਦਾ ਬਾਕੀ ਵੱਖ-ਵੱਖ ਸਪਲਿਟ ਕੀਤੇ ਨੇ। ਕਹਿੰਦੇ ਇਹ ਵੀ ਕਿਹਾ ਜਾਂਦਾ, ਜੇ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ 2008 ਦਾ ਡਾਟਾ ਵੀ ਮੈਂ ਇੱਥੇ ਤੁਹਾਡੇ ਸਾਹਮਣੇ ਪੇਸ਼ ਕਰਦਾ। ਕਹਿੰਦੇ ਹਰ 15 ਮਿੰਟ ਦੇ ਵਿੱਚ ਇੱਕ ਬੰਦਾ ਜਾਂ ਮਾਰਿਆ ਜਾਂਦਾ ਜਾਂ ਸੀਰੀਅਸਲੀ ਇੰਜਰਡ ਹੁੰਦਾ ਰੋਡ ਐਕਸੀਡੈਂਟ ਦੇ ਵਿੱਚ, ਸਿਰਫ ਟਰੱਕ ਐਂਡ ਟ੍ਰੇਲਰ ਦੇ, ਜਿਹੜੇ ਕਹਿੰਦੇ 18 ਵੀਲਰ ਜਾਂ ਇਸ ਤੋਂ ਵੱਡੇ ਬਿਗ ਰਿਗ ਔਰ ਸੈਮੀ ਟਰੱਕਸ ਨੇ। In fact, around 5 lakh trucking accidents occur each year in the United States, with about 5,000 per year resulting in deaths in 2008. ਸੁੱਖੀ ਜੀ, ਮੈਂ ਤੁਹਾਡੇ ਤੋਂ ਇਹੀ ਸਵਾਲ ਕਰਨਾ ਚਾਹੁੰਦਾ ਕਿ ਜਿੱਥੇ ਡਰਾਈਵਿੰਗ ਬੜੀ ਸਖਤ ਹੈ, ਭਾਰਤ ਵਾਂਗੂ ਨਹੀਂ ਹੈਗਾ ਕਿ ਤੁਹਾਡਾ ਲਾਇਸੈਂਸ ਇੱਥੇ ਨਹੀਂ ਬਣਿਆ ਉੱਥੇ ਬਣਾ ਲਿਆ, ਇਹ ਕਾਰਨ ਕੀ ਨੇ? ਕਿਉਂ ਇਹ ਐਕਸੀਡੈਂਟ ਹੁੰਦੇ ਨੇ? ਸਾਡੇ ਨੌਜਵਾਨ ਬੱਚਿਆਂ ਦੀਆਂ ਜਾਨਾਂ ਕਿਉਂ ਜਾ ਰਹੀਆਂ ਨੇ? ਦਾਨੀਅਲ ਸਾਹਿਬ, ਸਭ ਤੋਂ ਪਹਿਲਾਂ ਤੁਹਾਡੀ ਬਹੁਤ ਮਿਹਰਬਾਨੀ। ਜਦੋਂ ਮੈਂ ਕੱਲ ਤੁਹਾਨੂੰ ਮੈਸੇਜ ਕੀਤਾ ਵੀ ਆਹ ਡੈਥ ਮੁੰਡੇ ਦੀ ਹੋ ਗਈ, ਤੁਸੀਂ ਇਮੀਡੀਏਟਲੀ ਮੈਨੂੰ ਕਾਲ ਕਰੀ। ਤੇ ਤੁਹਾਨੂੰ ਸਾਡੇ ਤੁਹਾਡੇ ਵਰਗੇ ਬਹੁਤ ਥੋੜੇ ਭਰਾ ਨੇ ਜਿਨ੍ਹਾਂ ਦੇ ਸਾਨੂੰ ਡਾਲਰਾਂ ਨੂੰ ਉਹਨਾਂ ਤੋਂ ਜ਼ਿਆਦਾ ਪਿਆਰ ਕਰਦੇ ਨੇ, ਬਹੁਤ ਘੱਟ ਨੇ, ਪਰ ਤੁਸੀਂ ਇਮੀਡੀਏਟਲੀ ਸਾਡੇ ਬਾਰੇ ਫਿਕਰ ਕੀਤਾ ਤੇ ਸਾਡੇ ਮੁੰਡੇ ਮਰਿਆ, ਚਲੋ ਇਹਦੇ ਬਾਰੇ ਬਹੁਤ ਤੁਹਾਨੂੰ ਚਿੰਤਾ ਸੀਗੀ। ਤੁਸੀਂ ਮੈਨੂੰ ਕਿਹਾ ਵੀ ਆਪਾਂ ਇਮੀਡੀਏਟਲੀ ਇੱਥੇ ਲਿਆਉਣਾ ਹੈ, ਤੁਸੀਂ ਬੋਲੋ ਆ ਕੇ। ਜਿੰਨਾ ਕਿ ਮੇਰਾ ਤਜਰਬਾ 30 ਸਾਲ ਦਾ, ਮੈਂ ਉਹਦੇ ਵਿੱਚ ਗੱਲ ਕਰੂੰਗਾ। ਜਿਹੜਾ ਦਾਨੀਅਲ ਸਾਹਿਬ, ਜਿਹੜਾ ਟਰੱਕ ਮੈਂ ਡਰਾਈਵਿੰਗ ਸਕੂਲ ਵੀ 20 ਸਾਲ ਚਲਾਇਆ, ਸਿਖਾਇਆ। ਇਸ ਕੰਮ ਦੇ ਵਿੱਚ ਪਿਆਰ ਦਾ ਯੋਗਦਾਨ ਜਿੰਨਾ ਕੁ ਬਣਦਾ ਸੀ, $600 ਤੋਂ ਲੈ ਕੇ ਮੈਂ $1,200 ਤੱਕ ਚਾਰਜ ਕਰਦਾ ਸੀ, ਵੱਧ ਤੋਂ ਵੱਧ ਜਿਹੜਾ ਸਾਡਾ ਬੇਸਿਕ ਖਰਚਾ ਆਇਆ ਹੁੰਦਾ ਸੀ। ਹਾਲਾਂਕਿ ਉਹੀ ਲਾਇਸੈਂਸ 90 ਦੇ ਵਿੱਚ ਮੈਂ ਵੈਸਟਰਨ ਟਰੱਕ ਡਰਾਈਵਿੰਗ ਸਕੂਲ ਤੋਂ 4500 ਦੇ ਕੇ ਲਿਆ ਸੀ। ਪਰ ਉਹ ਚੀਜ਼ ਕੋਈ ਯਾਦ ਰੱਖੇ ਨਾ ਰੱਖੇ, ਉਹ ਚਲੋ ਬੰਦੇ ਦੀ ਆਪਦੀ ਸੋਚ ਹੈ। ਪਰ ਮੈਨੂੰ ਇਹ ਜ਼ਰੂਰ ਸੀਗਾ ਵੀ ਜਿਹੜੇ ਬੰਦੇ ਇੰਡੀਆ ਤੋਂ ਆਉਂਦੇ ਆ, ਘੱਟੋ ਘੱਟ ਜਿੰਨੀ ਕੁ ਹੈਲਪ ਹੋ ਸਕੇ ਆਪਾਂ ਉਸ ਤਰੀਕੇ ਦੀ ਕਰੀਏ। ਪਰ ਨਾਲ ਲੱਗਦੀ ਜਿਹੜੀ ਗੱਲ ਸੀ, ਨਾਲ ਲੱਗਦੀ ਜਿਹੜੀ ਗੱਲ ਸੀਗੀ, ਤੇ ਉਹ ਇਹ ਵੀ ਹੈ ਵੀ ਜਿਹੜੇ ਜਦੋਂ ਨਾ, ਜਿਵੇਂ ਹੁਣ ਤੁਸੀਂ ਦੱਸਿਆ ਵੀ ਇੰਨੇ ਜ਼ਿਆਦਾ ਐਕਸੀਡੈਂਟ ਹੋ ਰਹੇ ਆ। ਜਦੋਂ ਮੈਂ 90 ਸ਼ੁਰੂ ਕੀਤਾ, 92 ਦੇ ਵਿੱਚ ਮੈਂ ਬੇਕਰਸਫੀਲਡ ਆਇਆ ਤੇ ਮੇਰੇ ਕੋਲ 12-13 ਟਰੱਕ ਸੀਗੇ। ਮੈਨੂੰ ਲੱਗਦਾ ਵੀ ਹੁਣ ਸਾਡੇ ਬੇਕਰਸਫੀਲਡ ਦੇ ਵਿੱਚ ਵੀ ਘੱਟੋ ਘੱਟ ਮੈਨੂੰ ਲੱਗਦਾ 5-10 ਹਜ਼ਾਰ ਟਰੱਕ ਹੋਊਗਾ। ਗਿਣੇ ਤਾਂ ਹੈ ਨਹੀਂ ਵੈਸੇ, ਮੇਰੇ ਕੋਲ ਦੀ ਸਹੀ ਅਮਾਊਂਟ ਤਾਂ ਹੈ ਨਹੀਂਗਾ, ਪਰ 5,000 ਤੋਂ ਉੱਪਰ ਸ਼ਾਇਦ 10,000 ਤੋਂ ਵੀ ਟੱਪ ਗਏ ਹੁਣ। ਬਹੁਤ ਮੁੰਡਿਆਂ ਨੇ ਤਰੱਕੀਆਂ ਕੀਤੀਆਂ ਨੇ, ਕਰਨੀਆਂ ਚਾਹੀਦੀਆਂ ਨੇ, ਬਿਲਕੁਲ। ਪਰ ਜਿਸ ਬੰਦਿਆਂ ਦੇ ਕੋਲੋਂ ਮੈਂ ਟਰੱਕ ਦੀ ਟ੍ਰੇਨਿੰਗ ਲਈ ਸੀਗੀ, ਮੈਂ ਉਹਨਾਂ ਨੇ ਉਹ ਬੰਦਿਆਂ ਦੇ ਕੋਲ ਜੋ ਕੁਛ ਉਹਨਾਂ ਨੇ ਮੈਨੂੰ ਦੱਸਿਆ ਤੇ ਮੈਂ ਉਹਨੂੰ ਫੋਲੋ ਕਰਨ ਦੀ ਕੋਸ਼ਿਸ਼ ਵੀ ਕੀਤੀ। ਪਰ ਕਈ ਚੀਜ਼ਾਂ ਫਿਰ ਵੀ ਅਸੀਂ, ਜਿਹੜਾ ਡਾਲਰ ਨੇ ਨਾ, ਦਾਨੀਅਲ ਸਾਹਿਬ, ਇੱਕ ਦਿਨ ਜਿਹੜੀ ਇਕੱਠੇ ਹੋਣੇ ਨਹੀਂ ਹੁੰਦੇ, ਉਦੋਂ ਹੀ ਮਿਲਣੇ ਆ ਜਦੋਂ ਤੁਹਾਡੇ ਮੁਕੱਦਰ ਚ ਹੈਗੇ ਨੇ। ਜਿਹੜਾ ਕੁਛ ਤੁਹਾਡੇ ਕਿਸਮਤ ਚ ਜੋ ਕੁਛ ਲਿਖਿਆ ਨਾ, ਮਿਹਨਤ ਆਪਦੀ ਥਾਂ ਤੇ ਕਿਸਮਤ ਆਪਣੀ ਜਗ੍ਹਾ ਤੇ। ਮਤਲਬ ਮਿਹਨਤ ਵੀ ਉਦੋਂ ਹੀ ਕੰਮ ਆਉਂਦੀ ਆ ਜਦੋਂ ਤੁਹਾਡੀ ਕਿਸਮਤ ਸਹੀ ਹੈ, ਜਦੋਂ ਰੱਬ ਤੁਹਾਡੇ ਵੱਲ ਉਹਦੀ ਨਿਗਾਹ ਸਵਰਲੀ ਹੈ ਨਾ, ਫੇਰ ਹੀ ਤੁਹਾਡੇ ਵੱਲ ਨਿਗਾਹ ਹੁੰਦੀਆਂ ਨੇ। ਮਤਲਬ ਚੰਗੇ ਮੈਂ ਦੇਖਿਆ ਉਹੀ ਬੰਦੇ ਹੁੰਦੇ ਆ। ਮੈਂ ਕਈ ਵਾਰੀ ਮੇਰੇ ਤੋਂ ਗਲਤੀਆਂ ਹੋਈਆਂ ਨੇ, ਕਈ ਵਾਰੀ ਬੰਦੇ ਦਾ ਰੱਬ ਆਪੇ ਹੀ ਲੈ ਜਾਂਦਾ ਕਿਸੇ ਚੰਗੇ ਪਾਸੇ, ਜਦੋਂ ਕੋਈ ਚੰਗਾ ਕਰਮ ਕਰਾਉਣਾ ਹੁੰਦਾ ਉਦੋਂ। ਐਨੀਵੇ, ਜਦੋਂ ਆਪਾਂ ਮੇਰੇ ਜਿਹੜਾ ਜਿੰਨੀ ਕੁ ਮੈਂ ਸੋਚ ਹੈ ਕਿ ਮੈਂ ਜਦੋਂ ਟਰੱਕ ਸਿੱਖਦਾ ਸੀ, ਮੈਨੂੰ ਕਿਸੇ ਬੰਦੇ ਨੇ ਕਿਹਾ ਸੀ ਵੀ ਤੁਸੀਂ ਟਰੱਕ ਦੀਆਂ ਜਿਹੜੇ ਟ੍ਰੇਲਰ ਕਿਸੇ ਦਾ ਫੁੱਲ ਕਰਦੇ ਸੀ, ਤੇ ਤੁਸੀਂ ਟ੍ਰੇਲਰ ਦੀਆਂ ਇਕੱਲੇ ਦੀਆਂ ਬ੍ਰੇਕਾਂ ਯੂਜ਼ ਕਰਿਆ ਕਰੋ, ਵੀ ਟਰੱਕ ਦੀਆਂ ਬ੍ਰੇਕਾਂ ਥੋੜ੍ਹੀ ਜਿਹੀ ਉਹ
ਥੋੜੇ ਜਿਹੇ ਪੈਸੇ ਬਚਾਉਣ ਵਾਸਤੇ ਆਪਾਂ ਕਿਸੇ ਦੀ ਜਾਨ ਦੇ ਨਾਲ ਜੀ ਮੈਂ ਕੁਐਸਚਨ ਆਪਦੇ ਆਪ ਨੂੰ ਕਰਦਾ ਵੀ ਜਦੋਂ ਮੈਂ ਲਾਉਂਦਾ ਸੀ ਚਾਹੇ ਮੇਰੀ ਗਲਤੀ ਸੀ, ਮੈਨੂੰ ਕੋਈ ਬੰਦਾ ਗਨ ਫੜਾ ਦੂ, ਮੈਂ ਉਹ ਫਾਇਰ ਕਰਕੇ ਕਹਾਂ ਵੀ ਤਾਂ ਫਲਾਣੇ ਨੇ ਕਿਹਾ ਸੀ, ਵਧੀਆ ਗੱਲ ਨਹੀਂ ਹੈਗੀ, ਵਧੀਆ ਜਵਾਬ ਨਹੀਂ ਹੈਗਾ, ਹਨਾ। ਪਰ ਮੈਂ ਜਦੋਂ ਉਹ ਕਰਿਆ ਤਾਂ ਮੇਰਾ ਵੀ ਐਕਸੀਡੈਂਟ ਹੋਇਆ। ਤੇ ਜੇ ਮੈਂ ਇਹ ਸੋਚਿਆ ਬਾਅਦ ਦੇ ਵਿੱਚ ਵੀ ਜਿਹੜਾ 5 ਐਕਸਲ ਟਰੱਕ ਨੂੰ ਕਿਉਂ ਲਾਏ ਜਾਂਦੇ ਨੇ, ਜੇ 2 ਐਕਸਲਾਂ ਦੀ ਬ੍ਰੇਕਾਂ ਨਾਲ ਟਰੱਕ ਏਡਾ 80,000 ਪਾਉਂਡ ਭਾਰ ਰੋਕ ਕਰ ਸਕਦੇ ਹੋ ਜੀ ਡਾਊਨ ਹਿਲ ਦੇ ਵਿੱਚ, ਫਿਰ ਤਿੰਨਾਂ ਦੇ ਖਰਚ ਕਰਨ ਦੀ ਲੋੜ ਹੀ ਨਹੀਂ। ਬਿਲਕੁਲ ਲਾਉਂਦੇ ਨੇ ਨਾ, ਖਰਚ ਕਰਦੇ ਨੇ ਨਾ। ਪਰ ਉੱਥੇ ਕਈ ਵਾਰੀ ਅਸੀਂ ਛੋਟੀਆਂ ਬਚਤਾਂ ਕਰਕੇ ਤੇ ਫਿਰ ਜਿਸ ਬੰਦੇ ਨੇ ਮੈਨੂੰ ਸਿਖਾਇਆ ਸੀ ਉਹਨੇ ਮੈਨੂੰ ਬੜੀ ਚੰਗੀ ਗੱਲ ਦੱਸੀ। ਉਹ ਮੈਨੂੰ ਕਹਿੰਦੇ ਵੀ ਸੁੱਖੀ ਜਦ ਤੂੰ ਟਰੱਕ ਤੇਰੇ ਮਗਰ ਨਾਲ, ਕਈ ਵਾਰੀ ਉਦੋਂ CB ਹੁੰਦੇ ਸੀ, ਰੇਡੀਓ ਤਾਂ ਟੈਲੀਫੋਨ ਬੜੇ ਮਹਿੰਗੇ ਸੀ ਜੀ, ਤੇ ਜਦੋਂ CB ਤੇ ਅਸੀਂ ਜਾਂ ਉਹ ਕਹਿੰਦਾ ਗੱਲ ਕਰੂਗਾ, ਕਹਿੰਦਾ ਜਿਹੜੇ ਬੰਦੇ ਬਾਹਲੀ ਸਪੀਡਿੰਗ ਕਰਦੇ ਆ ਜਾਂ ਡਰਾਈਵ ਕਰਦੇ ਆ ਰਫ ਜੀ, ਕਹਿੰਦਾ ਉਹਨੂੰ ਇੰਨਾ ਹੀ ਕਹਿ ਦਿਆ ਕਰੋ ਵੀ ਤੇਰੇ ਮਗਰ ਹੀ ਆ। ਕਹਿੰਦਾ ਉਹਨੇ ਫਿਰ ਬਾਂਹ ਕਰਕੇ ਕਹਿਣਾ ਭਾਈ ਤੂੰ ਆ ਜਾ ਖਿੱਚੀ ਆ, ਕੋਈ ਨਹੀਂ ਹੈਗਾ। ਕਹਿੰਦਾ ਜਦੋਂ ਤੁਸੀਂ ਉਸ ਤੋਂ ਬਾਅਦ ਫੇਰ ਤੂੰ ਇੱਕ ਦੀ ਵਾਰੀ ਕਹਿ ਦੀ ਬਸ ਇੱਕ ਟਰੱਕ ਬਚਾ ਲਿਆ, ਬਸ ਤੇਰੇ ਮਗਰੀਆਂ ਬਾਈ ਮੈਂ ਤਾਂ ਆ ਗਿਆ ਨਾ। ਜੀ ਮੈਂ ਉਹ ਚੀਜ਼ ਨੂੰ ਫੋਲੋ ਵੀ ਕੀਤਾ ਜੇ ਕਿਤੇ ਲੋੜ ਪੈ ਗਈ। ਪਰ ਅਦਰਵਾਈਜ਼ ਜਦੋਂ ਦੇਖਣਾ, ਜਦੋਂ ਅਸੀਂ ਐਂਡ ਜਾ ਕੇ ਪਹੁੰਚਣਾ ਹੁੰਦਾ ਸੀ ਡੈਸਟੀਨੇਸ਼ਨ ਤੇ, ਜਿਵੇਂ ਕੈਲੀਫੋਰਨੀਆ ਤੋਂ ਪੋਰਟਲੈਂਡ ਨੂੰ ਚੱਲਦੇ ਸੀ, ਤਕਰੀਬਨ ਕਈ ਵਾਰੀ ਅਸੀਂ ਉਹਨਾਂ ਬੰਦਿਆਂ ਨੂੰ ਪਹਿਲਾਂ ਚਲੇ ਜਾਂਦੇ ਸੀ। ਮੈਂ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕਰਦਾ ਵੀ ਜਿਵੇਂ ਹੁਣ ਡਰਾਈਵਿੰਗ ਜਦੋਂ ਇਹ ਖੜਨਾ, ਜਦੋਂ ਆਪਾਂ ਨੂੰ ਲੋੜ ਹੈ, ਆਪਾਂ ਰਾਹ 'ਚ ਟਾਈਮ ਵੇਸਟ ਘੱਟ ਕਰੋ। ਜੇ ਜਾਣਾ ਬਾਥਰੂਮ ਯੂਜ਼ ਕਰਨੇ ਆ, ਟਰੱਕ ਸਟਾਪਾਂ ਦੇ ਜਾਣ ਦੀ ਬਜਾਏ ਰੈਸਟ ਏਰੀਏ ਚਲੇ ਜਾਓ, ਤੁਹਾਡੇ 15-20 ਮਿੰਟ ਬਚ ਜਾਂਦੇ ਆ। ਘਰੋਂ ਟਾਈਮ ਲੈ ਕੇ ਚੱਲੋ। ਜਦੋਂ ਅਸੀਂ ਮਿੰਟ ਗਿਣ ਕੇ ਤੁਰਦੇ ਹਾਂ ਘਰੋਂ ਨਾ, ਉਦੋਂ ਫਿਰ ਰੌਲਾ ਪੈਂਦਾ, ਐਕਸੀਡੈਂਟ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੋ ਜਾਂਦੇ ਆ। ਤੇ ਬਾਕੀ ਜਿੰਨੇ ਵੀ ਸਾਡੇ ਜਿਹੜਾ ਅਮਰੀਕਾ ਦੇ ਫਰੀਵੇ ਸਿਸਟਮ ਹੈ ਜਾਂ ਜਿਹੜਾ ਵੀ ਇਹਨਾਂ ਨੇ ਡਿਜ਼ਾਈਨ ਕੀਤਾ ਹੋਇਆ, ਉਹ ਇੰਨਾ ਕੁ ਵਧੀਆ ਵੀ ਮੈਂ ਦੇਖਿਆ ਵੀ ਜਿੱਥੇ ਜਦੋਂ ਤੁਸੀਂ ਕਰਵ ਤੇ ਲਿਖਿਆ ਹੋਇਆ ਨਾ 35, ਤੁਸੀਂ 40-45 ਤੇ ਵੀ ਮੋੜ ਲਓ ਤਾਂ ਵੀ ਤੁਹਾਡਾ ਬਚਾਅ ਹੈਗਾ। ਪਰ ਜੇ ਤੁਸੀਂ 50 ਦੀ ਕੋਸ਼ਿਸ਼ ਕਰੋ ਡਬਲ ਤੇ ਜਾਓਗੇ ਫਿਰ ਤਾਂ ਦੁਨੀਆਂ ਵਿੱਚ ਨਹੀਂ ਹੋਣਗੀਆਂ। ਪਰ ਜੇ ਆਪਾਂ ਕਾਨੂੰਨ ਨੂੰ ਫੋਲੋ ਕਰ ਲਈਏ, ਮੇਰੇ ਕੋਲ ਇੱਕ ਬੰਦਾ ਹੁਣੇ ਹਟ ਗਿਆ, ਉਹ 11-12 ਸਾਲ ਟਰੱਕ ਚਲਾ ਕੇ ਹਟਿਆ, ਟਿਮ ਕੋਰਾ ਸੀ। ਮੈਂ ਉਹਨੂੰ ਪੁੱਛਿਆ ਤੈਨੂੰ ਟਿਮ ਕਿੰਨੇ ਸਾਲ ਹੋ ਗਏ? ਉਹਦਾ 40 ਸਾਲ। ਮੈਂ ਤੇਰੀ ਜ਼ਿੰਦਗੀ 'ਚ ਕਿੰਨਾ ਕੋਈ ਮੇਜਰ ਐਕਸੀਡੈਂਟ? ਉਹ ਕਹਿੰਦਾ ਵੀ 0%। ਕਹਿੰਦਾ ਮਾੜੇ ਮੋਟੀਆਂ ਚਲੋ ਸੀਟ ਲੱਗੀ ਕਿਤੇ ਟਰੱਕ ਪਾਰਕ ਕਰ ਦੇ ਵਿੱਚ ਮਾੜਾ ਮੋਟਾ ਕਿਤੇ ਹੋ ਗਿਆ, ਕਹਿੰਦਾ ਵੱਡਾ ਡੈਮੇਜ ਨਹੀਂ, ਕਹਿੰਦਾ ਮੈਂ ਲੱਕੀ ਆ। ਮੈਂ ਕਿਹਾ ਤੂੰ ਕੀ ਕਰਦਾ ਕੀ ਸੀ? ਕਹਿੰਦਾ ਮੈਂ ਉਹਦਾ ਫਿਊਲ ਮਾਈਲੇਜ ਸਾਰੇ, ਮੈਂ ਜਿੰਨੇ ਮੇਰੇ ਕੋਲ ਆਪਦੇ ਡਰਾਈਵਰ ਸੀ ਤਕਰੀਬਨ ਸਾਰਿਆਂ ਦਾ ਫਿਊਲ ਮਾਈਲੇਜ ਬੈਸਟ ਹੁੰਦੀ ਸੀ। ਜੀ। ਤੇ ਦੂਜੀ ਗੱਲ ਉਹ ਜਿਹੜੀ ਸੀਗੀ, ਜਿਹੜੀ ਉਹ ਬੰਦੇ ਦੀ ਮੈਨੂੰ ਦੱਸੀ, ਉਹ ਨਾਲੇ ਫਿਊਲ ਤੁਹਾਡਾ ਬਚਦਾ ਹੈ ਤੇ ਨਾਲੇ ਤੁਸੀਂ ਐਕਸੀਡੈਂਟ ਨੂੰ ਸੇਵ ਕਰਦੇ ਹੋ। ਉਹ ਕਹਿੰਦਾ ਵੀ ਸਿਰਫ ਮੈਂ ਕਾਨੂੰਨ ਨੂੰ ਫਾਲੋ ਕੀਤਾ, ਵੀ ਸਾਈਨ ਉਹਨਾਂ ਨੂੰ ਫਾਲੋ ਕੀਤਾ, ਜਿੰਨੀ ਸਪੀਡ ਸੀਗੀ ਲਿਖੀ ਤੇ ਉਹਦੇ ਉੱਤੇ ਕਹਿੰਦਾ ਵੀ ਮਤਲਬ ਮੈਂ ਚੱਲਿਆ। ਤੇ ਇਸ ਕਰਕੇ ਜਦੋਂ ਆਪਾਂ ਸਾਈਨ ਫਾਲੋ ਕਰਾਂਗੇ, ਮੈਨੂੰ ਲੱਗਦਾ ਵੀ ਮੇਰਾ ਆਪਦਾ ਯਕੀਨ ਹੈ ਸਾਡੇ ਅਮਰੀਕਨ ਸਿਸਟਮ ਦੇ ਇੰਨੇ ਵਧੀਆ ਨੇ, ਫਰੀਵੇ ਸਾਡੇ ਇੰਨੇ ਵਧੀਆ ਨੇ, ਸਾਡਾ ਕਾਨੂੰਨ ਬੜਾ ਵਧੀਆ ਹੈ, ਸਾਡੀ ਗਵਰਨਮੈਂਟ ਉਹਨੂੰ ਫੋਲੋ ਕਰਦੀ ਆ, ਅਸੀਂ ਵੀ ਫੋਲੋ ਕਰੀਏ ਤਾਂ ਮੇਰੇ ਹਿਸਾਬ ਨਾਲ ਸਾਡਾ ਬਹੁਤ ਜਿਹੜੇ ਲੋਕ ਨੇ ਇਹਨਾਂ ਚੀਜ਼ਾਂ ਤੋਂ ਬਚ ਜਾਣਗੇ ਤੇ ਐਕਸੀਡੈਂਟ ਤੋਂ ਮੈਨੂੰ ਲੱਗਦਾ ਵੀ ਸਾਡੇ ਬਹੁਤ ਵੱਡੇ ਜਿਹੜੇ ਨੁਕਸਾਨ ਹੁੰਦੇ ਆ ਉਹਨਾਂ ਦੇ ਬਚਣ ਦੇ ਚਾਂਸ ਹੈ। ਤੇ ਮੇਰੀ ਤਾਂ ਇਹ ਸੋਚ, ਜਿੱਥੇ ਤੱਕ ਮੇਰਾ ਆਪਦਾ ਤਜਰਬਾ ਹੈ, ਇਸ ਤਰ੍ਹਾਂ ਦਾ ਲੱਗਦਾ। ਬਾਕੀ ਹੋ ਸਕਦਾ ਵੀ ਬਿਲਕੁਲ ਮੈਂ ਸਰੋਤਿਆਂ ਨੂੰ ਦੱਸ ਦਿਆਂ ਜੀ, ਬੇਕਰਸਫੀਲਡ ਤੋਂ ਬਹੁਤ ਹੀ ਪੁਰਾਣੇ ਆਪਾਂ ਗੱਲ ਕਰੀਏ ਟਰੱਕਿੰਗ ਲਾਈਨ ਦੇ, ਜਿਹਨੂੰ ਆਪਾਂ ਕਹਿੰਦੇ ਕਿ ਰਮਜ ਜਿਹੜੀ ਆ ਰਗ ਜਾਣਦੇ, ਸੁੱਖੀ ਘੁੰਮਣ ਜੀ ਸਾਡੇ ਨਾਲ ਨੇ। ਇਹਨਾਂ ਦਾ ਟਰੱਕ ਡਰਾਈਵਿੰਗ ਸਕੂਲ ਵੀ ਆ, ਬੜੇ ਨੁਕਤੇ ਕਿਉਂਕਿ ਜਿਹੜੇ ਆਪਾਂ ਇਹਨਾਂ ਤੋਂ ਪੁੱਛ ਸਕਦੇ ਹਾਂ। ਤੇ ਤੁਹਾਡਾ ਤਜਰਬਾ, ਟਰੱਕਰ ਵੀਰ ਮੈਨੂੰ ਇਸ ਵਕਤ ਬੜੇ ਸੁਣ ਰਹੇ ਨੇ, ਸਭ ਤੋਂ ਵੱਧ ਸਾਨੂੰ ਟਰੱਕਰ ਵੀਰ ਜਿਹੜੇ ਨੇ ਸੁਣਦੇ ਨੇ, ਔਨ ਰੋਡ ਜਿਹੜੇ ਹੁੰਦੇ ਨੇ। ਮੇਰੀ ਗੁਜ਼ਾਰਿਸ਼ ਹੈ ਤੁਸੀਂ ਆਪਣੇ ਥੋੜ੍ਹੇ ਜਿਹੇ ਵਿਚਾਰ ਸਾਂਝੇ ਕਰੋ ਖੁੱਲ੍ਹ ਕੇ। 92 164 10 666, 98 149 10 666 ਦੇ ਉੱਤੇ ਜਿਹੜਾ ਤੁਸੀਂ ਪਲੀਜ਼ ਕਾਲ ਕਰੋ, ਕਿਉਂਕਿ ਮਸਲਾ ਤੁਹਾਡੇ ਨਾਲ ਜੁੜਿਆ ਹੋਇਆ। ਇੱਕ ਜਿਹੜੀ ਮੈਂ ਸਭ ਤੋਂ ਵੱਡੀ ਗੱਲ ਪੁੱਛਦਾ ਕਿ ਦੇਖੋ ਹੁਣ ਇੱਕ ਸੁੱਖੀ ਜੀ ਬੜੀਆਂ ਤਸਵੀਰਾਂ ਹੁਣ ਦੇਖੋ ਸਾਹਮਣੇ ਆ ਰਹੀਆਂ ਨੇ, ਮੈਂ ਉਹਨਾਂ ਵੀਰਾਂ ਨੂੰ ਕਹੂੰਗਾ ਕਿ ਪਲੀਜ਼ ਇਹ ਮੈਂ ਹੋਸ਼ਾਪਣ ਵਰਡ ਕਹਾਂਗਾ, ਚੌੜ ਚਪੱਟ ਹੈ, ਤੁਸੀਂ ਸਿਆਣੇ ਹੋ, ਬਾਹਰ ਆ ਗਏ ਹੋ, ਪਰਿਵਾਰ ਤੁਹਾਡਾ ਮਗਰ ਉਡੀਕਦਾ। ਜਦੋਂ ਇਹ ਸੀਟ ਦੇ ਉੱਤੇ ਪਲਾਥੀ ਮਾਰ ਕੇ ਬਹਿ ਜਾਂਦੇ ਆ, ਕਈ ਤਸਵੀਰਾਂ ਆਈਆਂ ਸੀਟ ਦੇ ਔਨ ਸਟੀਅਰਿੰਗ ਰੋਟੀ ਖਾਂਦੇ ਨੇ ਘੁੰਮਣ ਸਾਹਿਬ, ਜਦੋਂ ਇਹ ਕੀ ਸਿੱਧ ਕਰਨਾ ਚਾਹੁੰਦੇ ਨੇ ਸਾਡੇ ਭਰਾ? ਜਾਂ ਮੈਂ ਦੇਖਦਾ ਕਿ ਜਦੋਂ ਅਸੀਂ ਯੈਲੋ ਲਾਈਨ ਦੇ ਉੱਤੇ ਓਵਰਟੇਕ ਕਰਦੇ ਹਾਂ, ਠੀਕ ਆ, ਉਹ ਵੀ ਮੈਂ ਬੜਾ ਦੇਖ ਰਿਹਾ, ਬੜਾ ਡੇਂਜਰਸ ਤਰੀਕੇ ਦੇ ਨਾਲ ਹੋਈ ਹੁੰਦੀ ਹੈ। ਜਾਂ ਅਸੀਂ ਜਦੋਂ ਸ਼ੋਲਡਰ ਦੇ ਉੱਤੋਂ ਦੀ ਅੱਗੇ ਲੰਘਣ ਦੀ ਹੁਣ ਤਸਵੀਰਾਂ ਆ ਰਹੀਆਂ ਨੇ ਬੜੀਆਂ, ਇਹ ਕੀ ਸਿੱਧ ਕਰਨਾ ਚਾਹੁੰਦੇ ਨੇ? ਜਾਂ ਇਹ ਨਵੇਂ ਮੁੰਡੇ ਨੇ, ਕੀ ਕਹਾਣੀ ਹੈ, ਕਿਉਂ ਇਹੋ ਜਿਹਾ ਕੁਛ ਹੋ ਰਿਹਾ? ਜਾਂ ਏਜ ਫੈਕਟਰ ਵੀ ਹੈ?
ਨਹੀਂ, ਵੱਡੀ ਗੱਲ ਤਾਂ ਹੈਗੀ ਜਿਹੜੀ ਨਾ, ਅਸੀਂ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਆਪਾਂ ਸੀਗੇ, ਆਪਾਂ ਬਜ਼ੁਰਗਾਂ ਦੇ ਦਾਦੀ ਦਾਦੇ ਦੇ ਨਾਲ ਜਾਂ ਬਜ਼ੁਰਗਾਂ ਦੇ ਨਾਲ ਜਿਹੜਾ ਆਪ ਤੋਂ ਸਿਆਣੇ ਬੰਦੇ ਨਾਲ ਬਹਿਦੇ ਸੀ ਜੀ, ਉਹ ਚੀਜ਼ਾਂ ਸਾਡੇ 'ਚ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਸਾਡੀ ਨਵੀਂ ਪੀੜ੍ਹੀ ਦੇ ਵਿੱਚ ਉਹ ਮਿਸ ਹੋ ਗਈਆਂ। ਨਹੀਂ, ਜਿਹੜੀ ਆਪਣੀ ਉਹਨੂੰ ਲਫ਼ਜ਼ ਚਾਹੇ ਕੁਛ ਮਰਜ਼ੀ ਯੂਜ਼ ਕਰ ਲਈਏ, ਵੀ ਜਿਹੜੀ ਜਿਵੇਂ ਬਜ਼ੁਰਗਾਂ ਸਾਹਮਣੇ ਆਪਾਂ ਕੋਈ ਗੱਲ ਜਿਹੜੀ ਕਰਦੇ ਸੀ, ਸਾਨੂੰ ਆਪਣੇ ਸ਼ਰਮ ਬਾਪੂ ਕਰਦੇ ਤਾਂ ਇਹ ਸੀ। ਕਹਿੰਦੇ ਥੱਪੜ ਮਾਰ ਕੇ ਕਹਿੰਦੇ ਹੁੰਦੇ ਮੈਂ ਤੇਰਾ ਬਾਪੂ ਆ ਕੰਜਰਾ, ਤੂੰ ਧਿਆਨ ਦਾ ਰੱਖ। ਸਿੱਧੀ ਗੱਲ ਬਿਲਕੁਲ ਬਿਲਕੁਲ। ਮੈਨੂੰ ਯਾਦ ਆ ਵੀ ਮੈਂ ਇੱਕ ਵਾਰੀ ਕਿਸੇ ਰਿਸ਼ਤੇਦਾਰੀ 'ਚ ਗਿਆ ਸੀ ਦੁਆਬੇ ਆਪਣੇ ਨਗਾਲੇ ਏਰੀਏ 'ਚ, ਕਪੂਰਥਲੇ 'ਚ। ਉੱਥੇ ਅਸੀਂ ਤੁਰੇ ਜਾਂਦੇ ਸੀ, ਮੈਂ ਤੇ ਮੇਰਾ ਇੱਕ ਭਾਜੀ ਦਾ, ਮੇਰੇ ਭਣੋਈਏ ਦਾ ਬ੍ਰਦਰ ਸੀ ਵੱਡੇ, ਮਾਮਾ ਜੀ ਉਹਨਾਂ ਦੇ ਮੂਹਰੇ ਤੁਰੇ ਜਾਂਦੇ ਸੀ। ਲੰਘੇ ਕੋਈ ਸਾਡੇ ਤੋਂ ਭਾਜੀ ਨੇ ਕਿਤੇ ਕੋਈ ਉੱਥੇ ਕੁੜੀਆਂ ਲੰਘੀ, ਮੜਾ ਖੰਗੂਰਾ ਜਿਹਾ ਮਾਰਤਾ। ਉਹ ਮਾਮਾ ਜੀ ਨੇ ਇੰਨੀ ਗੱਲ ਕੀਤੀ, ਉਹ ਕਹਿੰਦਾ ਦਿਆਲ ਬੰਦੇ ਦਾ ਪੁੱਤ, ਇੰਨੀ ਲਫ਼ਜ਼ ਕਿ ਮੈਨੂੰ ਲੱਗਦਾ ਵੀ ਸਾਨੂੰ ਤੁਰ ਕੇ ਅੱਧਾ ਪੌਣਾ ਘੰਟਾ ਮਗਰ ਮਗਰ ਆਉਣਾ ਬਹੁਤ ਇੰਨਾ ਔਖਾ ਹੋ ਗਿਆ। ਘਰੇ ਆ ਕੇ ਵੀ ਅਸੀਂ ਚੁੱਪ ਕਰਕੇ ਰੋਟੀ ਪਾ ਕੇ ਖਾ ਕੇ ਜਦੇ ਸੌਂ ਕੇ, ਮੈਨੂੰ ਪਤਾ ਵੀ ਉਸ ਦਿਨ ਅੱਜ ਵੀ ਯਾਦ ਆ ਰਾਤ ਉਹ, ਵੀ ਜਦੋਂ ਮਾਂ-ਬਾਪ ਬੱਚੇ ਗਲਤੀ ਕਰਦੇ ਸੀ, ਮਾਂ-ਬਾਪ ਰੋਕਦੇ ਸੀ। ਹੁਣ ਮਾਂ-ਬਾਪ ਦੇ ਕੋਲੇ ਕੋਈ ਜਿਹਾ ਟਾਈਮ ਹੈ ਨਹੀਂ ਗਾ ਬੱਚਿਆਂ ਨੂੰ ਸਿੱਖਿਆ ਦੇਣ ਵਾਸਤੇ। ਜੀ ਆਪਾਂ ਕਾਲਾਂ ਲੈ ਲਈਏ ਜੀ, ਕਾਲਾਂ ਬਿਲਕੁਲ ਆਪਾਂ ਕਾਲ ਲੈ ਲਈਏ। ਜ਼ਰੂਰ। ਇਕਵਿੰਦਰ ਜੀ, ਤੁਸੀਂ WhatsApp ਕਾਲ ਤੇ ਆਉਣੇ ਰਹੋ ਪਹਿਲਾਂ ਤਾਂ। ਹਾਂਜੀ, ਸਤਿ ਸ਼੍ਰੀ ਅਕਾਲ ਦਾਨਿਆ। ਸਤਿ ਸ਼੍ਰੀ ਅਕਾਲ ਜੀ। ਜਿਹੜੀ ਵੀਰ ਜੀ ਨੇ ਗੱਲ ਕੀਤੀ ਹੈ, ਬਹੁਤ ਵਧੀਆ ਗੱਲ ਆ ਵੀ ਰੂਲ ਆਪਾਂ ਫੋਲੋ ਕਰਦੇ ਹਾਂ। ਦਾਨਿਆਲੀਆ ਸਾਹਿਬ, ਜਿਹੜੇ ਇਹ ਪਿਛਲੇ 1-2 ਸਾਲਾਂ 'ਚ ਐਕਸੀਡੈਂਟ ਵਧੇ ਆ ਨਾ, ਇਹਨਾਂ ਦਾ ਵੱਡਾ ਕਾਰਨ ਤਾਂ ਇਹ ਬਣਿਆ ਕਿਉਂਕਿ ਅੱਜ ਕੱਲ੍ਹ ਟਰੱਕ ਹੋ ਗਏ ਆਟੋਮੈਟਿਕ। ਅੱਛਾ ਜੀ, ਉਹ ਨੀਂਦ ਆ ਜਾਂਦੀ ਹੈ। ਗਏ GPS। ਜਦੋਂ ਹੁਣ ਅਸੀਂ ਟਰੱਕ ਚਲਾਉਣ ਲੱਗੇ ਆ, ਉਦੋਂ GPS ਮਸਾਂ ਹੀ ਮਿਲਦੇ ਹੁੰਦੇ ਸੀਗੇ। ਕਿਸੇ ਕੋਲੇ ਹੁੰਦਾ ਸੀ 100 ਮਗਰ ਇੱਕ ਅੱਧੇ ਕੋਲੇ ਬੰਦੇ ਕੋਲੇ GPS ਹੁੰਦਾ ਸੀ। ਉਦੋਂ ਮੈਪ ਵੀ ਸਿੱਖਣਾ ਹੁੰਦਾ ਸੀ, ਦੇਖਣਾ ਸਿੱਖਦੇ ਸੀ। ਇੱਕ ਫਿਰ ਗੇਅਰ ਪਾਉਣੇ ਬਹੁਤ ਵੱਡਾ ਕੰਮ ਹੁੰਦਾ ਸੀ। ਗਿਣਤੀ ਨਹੀਂ ਮੁੱਕਦੀ ਗੇਅਰਾਂ ਦੀ, ਪਤਾ ਨਹੀਂ ਕਿੰਨੇ ਗੇਅਰ ਹੁੰਦੇ ਸੀ, ਨੀਂਦ ਕੀ ਆਉਣੀ ਸੀ। ਹਾਂਜੀ ਬਿਲਕੁਲ, 5-7 ਗੇੜੇ ਤਾਂ ਕੈਲੀਫੋਰਨੀਆ ਦੇ ਕਹਿ ਲਓ ਵੀ 2 ਮਹੀਨੇ ਦਾ ਗੇਅਰ ਸੈੱਟ ਕਰਨ ਨੂੰ ਲੱਗ ਜਾਂਦੇ ਸੀਗੇ। ਉਹ ਫਿਰ ਬੰਦਾ ਨਾਲ ਬੈਠ ਕੇ, ਕਿਸੇ ਦੇ ਨਾਲ ਬੈਠ ਕੇ ਟਰੱਕ ਚਲਾਉਂਦਾ ਸੀ। ਅੱਜ ਕੱਲ੍ਹ ਟਰੱਕ ਹੋ ਗਏ ਆਟੋਮੈਟਿਕ GPS। ਜਿਹੜੇ ਨਵੀਂ ਪਨੀਰੀ ਆਪਣੀ ਆਉਂਦੀ ਆ ਨਾ ਹੁਣ, ਇਹ ਕੀ ਕਰਦੇ ਆ, ਲਾਇਸੈਂਸ ਲੈ ਲੈਂਦੇ ਆ ਜੀ, GPS 'ਚ ਪਾ ਲੈਂਦੇ ਆ ਐਡਰੈਸ। ਉਹੋ ਜਿਹੇ ਸਾਡੇ ਕੰਪਨੀ ਵਾਲੇ ਲਾਲਚੀ ਹੋ ਗਏ, ਡਰਾਈਵਰ ਭੁਰਾ, ਉਹਨਾਂ ਜਵਾਕਾਂ ਨੂੰ ਲੋਡ ਹੁੰਦੀ ਆ ਜੋਬ ਦੀ, ਸੈੱਟ 5-10 ਘੰਟੇ ਲੈਂਦੇ ਆ। ਉਹਦੇ ਕਰਕੇ ਇਹ ਐਕਸੀਡੈਂਟ ਵਧੇ ਆ ਜੀ। ਜੇ ਤੁਸੀਂ ਨਵਾਂ ਲਾਇਸੈਂਸ ਲੈ ਕੇ ਪਹਿਲਾਂ 6-7 ਮਹੀਨੇ ਕਿਸੇ ਨਾਲ ਬਾਹਰ ਨੂੰ ਟਰੱਕ ਤੇ ਲਾ ਲੈਂਦੇ ਹੋ ਨਾ, ਮੈਂ ਕਹਿੰਦਾ ਜੀ ਲੱਖ ਸਕੂਲ ਵਾਲੇ ਬੰਦੇ ਕਹੀ ਜਾਣ ਵੀ ਅਸੀਂ ਬੰਦਿਆਂ ਨੂੰ ਪੂਰਾ ਵਧੀਆ ਟਰੱਕ ਸਿਖਾਉਣੇ ਆ। ਨਹੀਂ, ਇਹ ਤਾਂ ਵਾਕਿਆ ਜੋ ਸੜਕ ਦੇ ਉੱਤੇ ਆਉਣਾ ਉਹ ਤਾਂ ਨਹੀਂ ਆ ਸਕਦਾਗਾ। ਬਿਲਕੁਲ, ਕਿਉਂਕਿ ਜਿੰਨੇ ਸਕੂਲ ਨੇ ਜੀ, ਉਹ ਤਾਂ ਸਿਰਫ ਇੱਕ ਤੁਹਾਡਾ ਲਾਇਸੈਂਸ ਤੁਹਾਡੀ ਜੇਬ 'ਚ ਪਵਾਉਂਦੇ ਨੇ। ਅਸੀਂ ਤਾਂ ਜਿੰਨੇ ਜਾਂ ਤਰੀਕੇ ਦੱਸ ਦਿੰਦੇ ਆ ਬੈਕ ਦੇ, ਜਾਂ ਹੋਰ ਅਸੂਲ ਦੱਸ ਦਿੰਦੇ ਨੇ ਜੀ, ਬਸ ਉਹ ਦੱਸ ਦਿੰਦੇ ਆ ਜੀ। ਪਰ ਤੁਹਾਨੂੰ ਰੋਡ ਤੇ ਟਰੱਕ ਰੋਕਣਾ, ਲੋਡ ਦੇ ਹਿਸਾਬ ਨਾਲ ਰੋਕਣਾ, ਕਰਨਾ, ਲੋਡ ਤੁਹਾਡਾ ਸੈੱਟ ਕਰਨਾ, ਐਕਸਲ ਸੈੱਟ ਕਰਨਾ, ਇਹ ਤਾਂ ਸਾਰੇ ਨਾਲ ਬੈਠ ਕੇ ਕੁੱਟ ਖਾ ਕੇ ਹੀ ਲੋਡ ਆਉਂਦਾ ਜੀ ਕੰਮ। ਅਸੀਂ ਵੀ ਨਾਲ ਬੈਠ ਕੇ ਸਿੱਖਿਆ ਜੀ, ਸਾਲ ਕਿਸੇ ਦੇ ਚਲਾਇਆ, ਕਦੇ ਕੋਈ ਪ੍ਰੋਬਲਮ ਨਹੀਂ ਆਈ ਬਾਬੇ ਦੀ ਕਿਰਪਾ ਹੁਣ ਤੱਕ, ਹਨਾ। ਉਹ ਸਿਰਫ ਪੰਗਾ ਇਹੀ ਪੈਂਦਾ ਵਾ ਜੀ, ਮੁੰਡੇ ਅੱਜ ਕੱਲ੍ਹ ਸਿੰਗਲ ਚਲਾਉਣ ਦੇ ਮਾਰੇ ਵੀ ਪਹਿਲੇ ਦਿਨ ਤੋਂ ਪੂਰੇ ਵੱਧ ਪੈਸੇ ਮਿਲਣ ਲੱਗ ਜਾਣ, ਸਿੰਗਲ ਚਲਾਉਣ ਲੱਗ ਗਏ। ਇਹ ਸਾਰਿਆਂ ਨੂੰ, ਜੋ ਵੀ ਬੰਦਾ ਸੁਣਦਾ, ਨਵਾਂ ਡਰਾਈਵਰ ਕਿਸੇ ਨੇ ਲਾਇਸੈਂਸ ਲਿਆ ਬਾਈ 6 ਮਹੀਨੇ ਕਿਸੇ ਨਾਲ ਟਰੱਕ ਚਲਾ ਲਓ, 6 ਮਹੀਨੇ ਨਾਲ ਬੈਠ ਕੇ ਸਿੱਖ ਲਓ, ਅਗਲੇ ਦੀਆਂ ਗਾਣਾ ਸੁਣ ਲਓ, ਟਰੱਕ ਸਾਫ਼ ਕਰਕੇ ਤੁਹਾਨੂੰ ਬੰਦਾ ਗੁਰ ਦੇ ਜਾਂਦਾ ਜੀ, ਤਾਂ ਪ੍ਰੋਬਲਮ ਪੈਣੋਂ ਹਟਣੀ ਆ। ਨਹੀਂ, ਜਿਹੜਾ ਬੰਦਾ ਲਾਇਸੈਂਸ ਲੈ ਕੇ ਸਿੰਗਲ ਚੜੂਗਾ ਉਹ ਕਿਤੇ ਨਾ ਕਿਤੇ ਖਾਊਗਾ ਤਾਂ ਨਾਲ ਜਾਣ ਦੀ ਟਰੱਕ 6 ਮਹੀਨੇ ਚਲਾਉਣਾ ਜੀ। ਇਹ ਕੰਪਨੀ ਵਾਲਿਆਂ ਨੂੰ ਵੀ ਚਾਹੀਦਾ ਵੀ ਨਵੇਂ ਡਰਾਈਵਰ ਨੂੰ ਕਿਸੇ ਤਜਰਬੇਕਾਰ ਬੰਦੇ ਨਾਲ, ਚਲੋ 6 ਨਹੀਂ ਲਵਾਉਣੇ, 3 ਮਹੀਨੇ ਦਾ ਘੱਟੋ ਘੱਟ ਲਵਾ ਦਿਓ। ਬਿਲਕੁਲ, ਤਾਂ ਐਕਸੀਡੈਂਟ ਰੁਕਣਗੇ ਜੀ। ਨਹੀਂ, ਇਹ ਐਕਸੀਡੈਂਟ ਨਹੀਂ ਰੁਕਣੇ। ਦਾਨਿਆਲੀਆ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਰਮਜੀਤ ਸਿੰਘ ਬਰਾੜ ਜੀ, USA ਤੋਂ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦਾਨੇਵਾਲ ਸਾਹਿਬ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਦੋਵਾਂ ਬਾਈਆਂ ਦੀਆਂ ਨੇ, ਬਾਈ ਘੁੰਮਣ ਦੀ ਤੇ ਦੂਜਾ ਜਿਹੜੇ ਇਕਵਿੰਦਰ ਜੀ। ਹਾਂਜੀ, ਬੜੀ ਸੋਹਣੀ ਗੱਲਬਾਤ ਕੀਤੀ। ਤੇ ਬਾਕੀ ਜਿੱਥੇ ਤੱਕ ਗੱਲ ਹੈਗੀ ਹੈ ਨਾ, ਵੀ ਜਿਹੜਾ ਵੀ ਮੈਂ ਇੱਕ ਗੱਲ ਇਹ ਵੀ ਨੋਟ ਕੀਤੀ ਵੀ ਜਦੋਂ ਸਾਡੇ ਜਿਹੜੇ ਇਹਨਾਂ ਦੀ ਬਾਈਆਂ ਦੀ ਗੱਲ 'ਚ ਇਹ ਗੱਲ ਸਾਫ਼ ਹੁੰਦੀ ਵੀ ਨਵੇਂ ਬੰਦੇ ਜਿਹੜੇ ਆਉਂਦੇ ਆ ਨਾ, ਉਹ ਐਕਸਪੀਰੀਅੰਸ ਨਾ ਹੋਣ ਕਰਕੇ, ਤੇ ਜਿਹੜਾ ਜਿੰਨਾ ਗੈਪ ਰੱਖਣਾ ਚਾਹੀਦਾ ਟਰੱਕਾਂ ਦੇ ਵਿੱਚ ਜੀ, ਉਹ ਗੈਪ ਨਾ ਵੱਧ। ਹੁਣ ਆਪਾਂ ਜਿਵੇਂ 81 ਤੇ ਜਿਹੜਾ ਐਕਸੀਡੈਂਟ ਹੋਇਆ ਹੈ, ਉਹ ਜਿਹੜੀਆਂ ਸਪੀਡ ਲਿਮਟ ਨੂੰ ਸਿਰਫ ਸਪੀਡ ਲਿਮਟ ਪੜ੍ਹ ਲੈਣਾ ਇਹ ਨਹੀਂ ਹੈਗਾ ਵੀ ਉਹ ਰੋਡ ਕੰਡੀਸ਼ਨ ਮੁਤਾਬਕ ਸਪੀਡ ਹੁੰਦੀ ਹੈ ਜੀ। ਜੇ ਰੋਡ ਵੈਟ ਹੈਗੀ ਹੈ ਤਾਂ ਜਿਹੜੀ ਸਪੀਡ 65 ਦੀ ਹੈ ਉੱਥੇ 55 ਹੋ ਜਾਣੀ ਹੈ। ਜੇ ਮਤਲਬ ਸਨੋ ਪੈਂਦੀ ਹੈ, ਆਈਸ ਪੈਂਦੀ ਹੈ, ਉਹਦੇ ਨਾਲ ਫਰਕ ਪੈਂਦਾ। ਜਿਹੜੇ ਨਵੇਂ ਮੁੰਡਿਆਂ ਨੂੰ ਇਹ ਨਾ ਪਤਾ ਹੋਣ ਕਰਕੇ ਇਹਨਾਂ ਚੀਜ਼ਾਂ ਦਾ ਤੇ ਇਹ ਵੀ ਪ੍ਰੋਬਲਮ ਆਉਂਦੀ ਹੈ ਵੀ ਜਿਹੜੀ ਗੈਪ ਰੱਖਣਾ, ਜਿਹੜਾ ਡਿਸਟੈਂਸ ਰੱਖਣਾ। ਇਹ ਮੇਰੇ ਕੋਲ ਨਵਾਂ ਟਰੱਕ ਹੈਗਾ, ਇਹਦੇ ਵਿੱਚ ਨਾ ਸਿਸਟਮ ਲੱਗਾ ਵਾ ਵੀ 3.5 ਸੈਕਿੰਡ ਦਾ ਡਿਸਟੈਂਸ ਰੱਖਣਾ, 4 ਦਾ ਰੱਖਣਾ।
ਉਹਦੇ ਨਾਲ ਕੀ ਹੁੰਦਾ ਵੀ ਟਰੱਕ ਈਵਨ ਮੈਂ ਯਾਨੀ ਹਾਈਵੇ ਦੇ ਉੱਪਰ ਉਹ ਲਾ ਕੇ ਰੱਖਦਾ ਸਿਸਟਮ ਨੂੰ, ਪਰ ਜਦੋਂ ਯਾਨੀ ਟਰੱਕ ਦੇ ਮੂਹਰੇ ਮੇਰੇ ਕੋਈ ਆ ਗਈ ਨਾ ਕਾਰ, ਇਹਨੇ ਆਪਣੇ ਆਪ ਸਲੋ ਹੋ ਜਾਣਾ ਜੀ। ਵੀ ਇਹ ਚੀਜ਼ਾਂ ਦੀਆਂ ਗੈਪ ਭਾਵੇਂ ਮੈਨੂਅਲੀ ਰੱਖੋ, ਆਪ ਰੱਖੋ, ਜਾਂ ਤੁਹਾਡਾ ਯਾਨੀ ਟਰੱਕ ਲਾਇਆ ਵਾ ਉਸ ਤੇ ਗੈਪ ਵੀ ਬਹੁਤ ਜ਼ਰੂਰੀ ਹੈ। ਗੈਪ ਤੋਂ ਬਿਨਾਂ ਮਗਰੋਂ ਤੁਹਾਡੇ ਕੋਲ ਡਿਸਟੈਂਸ ਘੱਟ ਹੁੰਦਾ, ਤੁਸੀਂ ਚਾਹ ਕੇ ਵੀ ਨਹੀਂ ਰੋਕ ਸਕਦੇ। ਬਿਲਕੁਲ ਜੀ ਬਿਲਕੁਲ। ਘੁੰਮਣ ਸਾਹਿਬ, ਕਾਲਸ ਆਪਣੇ ਨਾਲ ਲਗਾਤਾਰ ਆ ਰਹੀਆਂ ਨੇ। ਇੱਕ ਸਭ ਤੋਂ ਵੱਡੀ ਗੱਲ ਜਿਵੇਂ ਮੈਂ ਚੀਜ਼ ਕਰਾਂ ਕਿ ਲੇਜ਼ੀਨੈਸ ਡਿਊਰਿੰਗ ਡਰਾਈਵਿੰਗ, ਜਿਹੜੀ ਲੇਜ਼ੀਨੈਸ ਹੈਗੀ ਹੈ ਬੜੀ ਤਾਂ ਵੱਡੀ ਗੱਲ ਹੈ। ਕਰੂਜ਼ ਲੱਗ ਗਏ ਨੇ ਆਟੋਮੈਟਿਕ। ਤਾਨੇ ਵਾਲੇ ਸਾਹਿਬ, ਉਹ ਜਿਹੜੀ ਗੱਲਬਾਤ ਆ ਜਿਵੇਂ ਮੇਰੀ ਭਰਾ ਨੇ ਗੱਲ ਕਰੀ ਹੈ ਨਾ, ਜਿਹੜਾ ਡਿਸਟੈਂਸ ਜਦੋਂ ਮੈਂ ਚਲਾਉਂਦਾ ਸੀਗਾ ਆਪਣੇ ਇਕੱਠੇ ਹੋ ਅੱਜ ਗੱਲ ਕਰਨ ਦਾ ਇਹੀ ਫਾਇਦਾ ਜਦੋਂ ਜਿੱਥੋਂ ਮੈਂ ਸਿੱਖਿਆ। ਜਦੋਂ ਮੈਂ ਚਲਾਇਆ ਨੰਬਰ 1 ਤੇ ਜਿਵੇਂ ਤੋਂ ਪਹਿਲੇ ਵੀ ਬੋਲ ਕੇ ਗਏ ਨੇ 6 ਮਹੀਨੇ ਮਿਨੀਮਮ ਸਾਨੂੰ ਨਾਲ ਲਾਉਣਾ ਚਾਹੀਦਾ। ਮੈਂ 30-35 ਕੰਟਰੀ ਧੱਕੇ ਤੋਂ ਕੋਈ ਕੋਲੰਬਸ ਨੂੰ ਅਮਰੀਕਾ ਲੱਭਿਆ ਸੀ ਜੀ, ਪਰ ਫਿਰ ਵੀ ਮੈਂ ਮੇਰੇ ਕੋਲ ਬੈਂਕ ਦੇ ਵਿੱਚ $96,000 ਸੀ ਤਾਂ ਮੈਂ ਟਰੱਕ ਲਿਆ ਸੀ 90 ਦੇ ਵਿੱਚ, ਤੇ ਫਿਰ ਮੈਂ ਫਿਰ ਵੀ 6 ਮਹੀਨੇ ਆਪਦੇ ਰਿਸ਼ਤੇਦਾਰ ਨਾਲ ਟਰੱਕ ਸਿੱਖਿਆ ਸੀ ਬਿਨਾਂ ਤਨਖਾਹ ਤੋਂ ਜੀ। ਪਰ ਗੱਲ ਇਹ ਨਾ ਵੀ ਮੈਨੂੰ ਅੱਜ ਕੋਈ ਬੰਦਾ, ਮੈਂ ਟਰੱਕ ਦਾ 30 ਸਾਲ ਦਾ ਮੇਰਾ ਤਜਰਬਾ ਹੋਗਾ, ਜੇ ਕੋਈ ਬੰਦਾ ਮੇਰੇ ਕੋਲ ਪੰਜਾਬੀ ਜੇ ਕੋਈ 2 ਸਾਲ ਤੋਂ ਵੱਧ ਜਿਹਦੇ ਕੋਲ ਜਿਹਨੇ ਆਪਦਾ ਟਰੱਕ ਨਹੀਂ ਲਿਆ, ਮੈਂ ਉਹਨੂੰ ਪਹਿਲਾਂ ਕਹਿ ਦਿੰਦਾ ਵੀ ਮੇਰੇ ਮਨ 'ਚ ਮੈਨੂੰ ਪਤਾ ਵੀ ਇਹ ਬੰਦੇ ਦੇ ਵਿੱਚ ਕੋਈ ਆਪ 'ਚ ਔਗਣ ਹੈਗਾ, ਇਹਦੇ ਬੰਦੇ 'ਚ ਕੁਝ ਉਹ ਜ਼ਰੂਰੀ ਨਹੀਂ। ਹਾਂ, ਕਿਸੇ ਦੀ ਮਜਬੂਰੀ ਹੋਊਗੀ, ਕਿਸੇ ਦੀ ਫੈਮਿਲੀ ਉੱਥੇ ਹੈ, ਉਹ ਬਹੁਤ ਥੋੜੇ ਕੇਸ ਨੇ। ਅਦਰਵਾਈਜ਼ ਜੇ ਕੋਈ ਬੰਦਾ ਸੀਟ ਤੇ ਬੈਠਣ ਲੱਗੇ, ਮੈਂ ਉਹਨੂੰ ਸੀਟ ਤੇ ਬਹਿਣ ਲੱਗਿਆ ਦੱਸ ਦੂੰ ਇਹਦਾ ਕਿੰਨਾ ਤਜਰਬਾ ਮੇਰਾ ਆਪਦਾ ਲਾਈਫ ਬਿਲਕੁਲ ਪਤਾ ਹੁੰਦਾ ਜੀ। ਜੇ ਮੇਰੇ ਕੋਲ ਕੋਈ ਮੰਨ ਕੇ ਸ਼ੁਰੂ ਕੀਤਾ ਸੀ ਇੱਥੋਂ ਤੱਕ ਹਨਾ। ਤੇ ਬਾਕੀ ਦੂਜੀ ਗੱਲ, ਜਦੋਂ ਜਾਂਦੇ ਸੀ ਟਰੱਕਾਂ ਦੇ ਉੱਤੇ, ਜੇ ਵੀ ਮੈਂ ਸੋਚਦਾ ਸੀਗਾ ਕਿ ਲੋਕਾਂ ਨੂੰ ਦੇਖ ਕੇ ਸਿੱਖਣਾ ਹੁੰਦਾ ਹੈ ਜੀ। ਜਦੋਂ ਮੈਂ ਚੱਲਿਆ ਕੈਲੀਫੋਰਨੀਆ ਔਰੀਗਨ, ਜਦੋਂ ਵੀ ਕਿਤੇ ਬਰਫ਼ ਦੇ ਏਰੀਏ 'ਚ ਮੈਂ ਫਾਲੋ ਕਰਨਾ ਤੇ ਮੈਨੂੰ ਉਹ ਮੈਂ ਦੇਖਣਾ ਵੀ ਮੂਹਰੇ ਜਿਹੜਾ ਟਰੱਕ ਹੈ ਇਹ ਕੈਲੀਫੋਰਨੀਆ ਲਾਇਸੈਂਸ ਪਲੇਟ ਤਾਂ ਨਹੀਂ ਕਿਤੇ ਲੱਗੀ ਇਹਦੇ ਜੀ, ਵੀ ਜਦੋਂ ਦੇਖਣਾ ਵੀ ਇਹ ਔਰੀਗਨ ਦੀ ਆ, ਵਾਸ਼ਿੰਗਟਨ ਦੀ ਆ, ਮੋਂਟਾਨਾ ਦੀ ਆ, ਉਹਨਾਂ ਸਟੇਟਾਂ ਦੀ ਜਿੱਥੇ ਬਰਫ਼ ਬਹੁਤ ਪੈਂਦੀ ਆ ਜੀ, ਉੱਥੋਂ ਦੇ ਡਰਾਈਵਰਾਂ ਦੇ ਕੋਲ ਐਕਸਪੀਰੀਅੰਸ ਆ। ਜੇ ਬਾਹਲੀ ਗੱਲ ਨਹੀਂ, ਮੈਂ ਇਹਨਾਂ ਨੂੰ ਇਹੀ ਗੱਲ ਹੀ ਕਹੂੰਗਾ, ਜੇ ਬਾਹਲਾ ਕੁਛ ਨਹੀਂ ਤਾਂ ਘੱਟੋ ਘੱਟ ਨਕਲ ਮਾਰ ਲਓ ਚੰਗੇ ਬੰਦੇ ਦੀ ਆਪ ਤੋਂ। ਤੋਂ ਹੀ ਗੱਲਾਂ ਆਉਂਦੇ ਵਾਲੇ ਸਾਹਿਬ, ਜਿਹੜਾ ਭੁੱਖੇ ਮਰਨਾ, ਜਿਹੜਾ ਬੰਦਾ ਕੋਈ ਤੁਹਾਡੇ ਰਿਸ਼ਤੇ ਚ ਲਿਹਾਜ਼ ਚ ਭੁੱਖਾ ਮਾਰਦਾ, ਉਹਦੀ ਨਕਲ ਮਾਰ ਲਓ ਜੀ। ਹਾਂ, ਜਿਹੜਾ ਕੋਈ ਰੱਜ ਕੇ ਰੋਟੀ ਖਾਂਦਾ, ਜਿਹਨੇ ਕੋਈ ਚੰਗੇ ਕੰਮ ਕੀਤੇ ਆ, ਤਾਂ ਜੇ ਚੰਗੇ ਕਰਨਾ ਤੁਹਾਡੇ ਨਹੀਂ ਉਹਨਾਂ ਨੂੰ ਸੋਚ ਹੈਗੀ ਤਾਂ ਉਹਨਾਂ ਨੂੰ ਫੋਲੋ ਕਰ ਲਓ। ਕੋਈ ਸਿੱਖਣਾ ਤਾਂ ਅਸੀਂ ਵੀ ਅਸੀਂ ਸਿੱਖੇ ਸੀ, ਅਸੀਂ ਕੋਈ ਐਂ ਦੀ ਵੀ ਮਾਂ ਦੇ ਪੇਟ ਚੋਂ ਸਾਰਾ ਕੁਝ ਸਿੱਖ ਕੇ ਆਏ ਆ। ਸਿੱਖਦਾ ਬਿਲਕੁਲ। ਹਾਂ, ਜਿਹੜਾ ਕੁਝ ਸਿੱਖਿਆ, ਜਿਵੇਂ ਲੋਕਾਂ ਨੇ ਮੈਂ ਤਜਰਬਾ ਦੱਸਦਾ, ਉਹਦੇ ਟਰੱਕ ਜਾਂਦਾ ਹੈ, ਹੁਣ ਬੰਦੇ ਨੇ ਬਹੁਤ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਕੇਲਿਆਂ ਦਾ ਟੈਂਪਰੇਚਰ ਕੀ ਹੈ ਜਾਂ ਸਟ੍ਰਾਬੇਰੀ ਦਾ ਟੈਂਪਰੇਚਰ ਕੀ ਹੈ। ਮੇਰੇ ਤੋਂ ਜਿਹੜਾ ਮਰਜ਼ੀ ਸਟੇਟ ਦਾ ਪੁੱਛ ਲੈ ਵੀ ਕਿੱਥੋਂ ਫਸਲ ਚੱਲੂ, ਕਿਹੜੇ ਪਾਸੇ ਹੁੰਦਾ ਹੈ। ਜਿਵੇਂ ਵਾਸ਼ਿੰਗਟਨ ਦੇ ਵਿੱਚ ਚੈਰੀ ਚੱਲਦੀ ਆ, ਜੁਲਾਈ ਦੇ ਪਹਿਲੇ ਹਫ਼ਤੇ ਚੈਰੀ ਤੋਂ ਪਹਿਲੇ 2 ਵੀਕ ਹੁੰਦੇ, ਜੁਲਾਈ ਦੇ ਵਿੱਚ ਸਭ ਤੋਂ ਜ਼ਿਆਦਾ ਹਾਈ ਰੇਟ ਹੁੰਦਾ। ਇਸੇ ਤਰ੍ਹਾਂ ਹੀ ਫਲੋਰੀਡਾ 'ਚ ਹੁੰਦਾ। ਮਤਲਬ ਬੰਦੇ ਦਾ ਐਕਸਪੀਰੀਅੰਸ ਨਾ ਇਹ ਕੰਮ ਕਰੇ ਤੇ ਆਉਣਾ ਜੀ। ਕਾਲ ਲੈਣੇ ਜੀ, WhatsApp ਕਾਲ ਜੀ, WhatsApp ਕਾਲ ਲੈ ਲਈਏ ਜੀ। ਮੈਨੂੰ ਲੱਗਦਾ ਕਾਨਫਰੰਸ ਦੇ ਵਿੱਚ ਕਾਫੀ ਮਿੱਤਰ ਨੇ ਇਸ WhatsApp ਕਾਲ ਦੇ ਜੀ। ਹੈਲੋ ਹਾਂਜੀ ਹਾਂਜੀ ਹਾਂਜੀ, ਧੰਨਵਾਦ ਸਾਹਿਬ। ਸਤਿ ਸ਼੍ਰੀ ਅਕਾਲ। ਮਹਿਤਾਬ ਸਿੰਘ ਕਾਲਮ ਬੋਲ ਰਿਹਾ ਜੀ, ਵਰਜੀਨੀਆ ਤੋਂ ਜੀ। ਕਾਲੂ ਸਾਹਿਬ ਵੈਲਕਮ ਜੀ, ਵੈਲਕਮ ਜੀ। ਹਾਂਜੀ ਹਾਂਜੀ, ਸਾਡੇ ਤੁਸੀਂ ਬਹੁਤ ਸੋਹਣਾ ਜਿਹੜਾ ਇਹ ਟੌਪਿਕ ਚੁਣਿਆ, ਇਹ ਬੜੀ ਜ਼ਰੂਰੀ ਤੇ ਬੜੀ ਇੰਪੋਰਟੈਂਟ ਤੇ ਆਪਣੇ ਕ੍ਰਿਟੀਕਲ ਜਿਹੜੀ ਇਹ ਸਿਚੁਏਸ਼ਨ ਹੈਗੀ ਆ ਟਰੱਕਿੰਗ ਇੰਡਸਟਰੀ ਦੀ ਇਸ ਵੇਲੇ। ਬਿਲਕੁਲ ਜੀ ਬਿਲਕੁਲ। ਬਹੁਤ ਉਹਦੇ ਨਾਲ ਇੰਸ਼ੋਰੈਂਸ ਤੇ ਹੈਲੋ, ਮੈਂ ਕਿਹਾ ਜੀ ਬਿਲਕੁਲ ਫਿਕਰ ਵਾਲਾ ਮਸਲਾ। ਕੈਰੀ ਔਨ ਜੀ, ਕੈਰੀ ਔਨ। ਹਾਂਜੀ, ਅਸੀਂ ਸਾਡੇ ਪਰਸੋਂ ਇੱਕ ਐਕਸੀਡੈਂਟ ਹੋਇਆ, ਅਸੀਂ ਹੁਣੇ ਮੀਟਿੰਗ ਸ਼ੁਰੂ ਕਰਨ ਲੱਗੇ ਆ। ਉਹ ਬੇਟੇ ਦੀ ਨਾ, ਛੋਟੇ ਮੁੰਡੇ ਦੀ ਡੈਥ ਹੋ ਗਈ ਆ ਵਰਜੀਨੀਆ ਦੇ ਵਿੱਚ 81 ਦੇ ਉੱਤੇ। ਅੱਛਾ ਜੀ। ਤੇ ਮੇਰੇ ਨਾਲ ਪ੍ਰਿਤਪਾਲ ਸਿੰਘ ਨੇ, ਸਾਇੰਸ ਫਾਰ ਯੂ ਵਰਜੀਨੀਆ ਤੋਂ, ਇਹ ਤੁਹਾਡੇ ਵੀ ਮਰੀਜ਼ ਨੇ, ਮਿਲਦੇ ਹੁੰਦੇ ਜਦੋਂ ਤੁਸੀਂ ਆਓ। ਤੇ ਇਹ ਟਰੱਕਿੰਗ ਇੰਡਸਟਰੀ ਨਾਲ ਬਹੁਤ ਸਾਲਾਂ ਤੋਂ ਜੁੜੇ ਹੋਏ ਨੇ ਜੀ। ਪਹਿਲਾਂ ਵੀ ਇਹਨਾਂ ਨੇ ਟਰੱਕ ਡਰਾਈਵਿੰਗ ਕੀਤੀ ਆ। ਹੁਣ ਜਿੰਨੀਆਂ ਵੀ ਸਾਡੇ ਈਸਟ ਕੋਸਟ ਤੇ ਕੰਪਨੀਆਂ ਹੈਗੀਆਂ, ਸਾਰਿਆਂ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਕੰਮ ਕਰਦੇ ਆ। ਤੁਸੀਂ ਹੈਡ ਮੋਰ ਇਨਫੋਰਮੇਸ਼ਨ ਜੀ। ਤੇ ਪ੍ਰਿਤਪਾਲ ਸਿੰਘ ਜੀ ਨੂੰ ਮੈਂ ਕਹਾਂਗਾ ਵੀ ਉਹ ਵੀ ਕੁਝ ਕਹਿਣ ਜੀ। ਪ੍ਰਿਤਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੰਨਵਾਦ ਪ੍ਰਿਤਪਾਲ ਸਿੰਘ। ਬਿਲਕੁਲ ਜਿਵੇਂ ਘੁੰਮਣ ਸਾਹਿਬ ਨੇ ਆਖਿਆ, ਤੁਹਾਡਾ ਏਰੀਆ ਸਨੋ ਵਾਲਾ ਏਰੀਆ ਹੈਗਾ। ਸਤਿ ਸ਼੍ਰੀ ਅਕਾਲ। ਤੇ ਸਨੋ ਵਾਲਾ ਏਰੀਆ ਹੈਗਾ। ਬੜੀ ਇਹ ਚੀਜ਼ ਹੈਗੀ ਕਿ ਕੈਨੇਡਾ ਦੇ ਵਿੱਚ ਵੀ ਦੇਖੋ ਇੱਕ ਐਕਸੀਡੈਂਟ ਹੁੰਦੇ ਨੇ, ਸਨੋ ਕਰਕੇ ਹੁੰਦੇ ਨੇ। ਸਨੋ ਤੇ ਆਈਸ ਦਾ ਬੜਾ ਫਰਕ ਹੋ ਜਾਂਦਾ। ਆਈਸ ਦਾ ਪਤਾ ਹੀ ਨਹੀਂ ਲੱਗਦਾ ਕਿ ਸੜਕ ਕਾਲੀ ਦਿਸਦੀ ਹੈ ਤੇ ਉੱਤੇ ਇੱਕ ਲੇਅਰ ਵੇਸ ਚੁੱਕੀ ਹੁੰਦੀ ਹੈ ਬਰਫ਼ ਦੀ, ਸ਼ੀਸ਼ੇ ਵਾਂਗ। ਹਾਂਜੀ, ਬੜੀ ਉਹ ਸਥਿਤੀਆਂ ਦੇ ਵਿੱਚ ਕੀ ਕਰਨਾ ਚਾਹੀਦਾ? ਸਥਿਤੀਆਂ ਉਹ ਕੀ ਹੋਣੀਆਂ ਚਾਹੀਦੀਆਂ ਨੇ ਜੀ? ਦੇਖੋ, ਪ੍ਰੋਬਲਮ ਜਿਹੜੀ ਮੇਨ ਆ ਜੀ, ਇਹਦੀ ਜੜ ਤੇ ਜਾਣਾ ਚਾਹੀਦਾ ਸਾਨੂੰ ਜੀ। ਟਰੱਕਿੰਗ ਜਿਹੜੀ ਆ, ਟਰੱਕਿੰਗ ਦਾ ਜਿਹੜਾ ਜੋੜ ਹੈ, ਉਹਨੂੰ ਤੁਸੀਂ ਕਹਿੰਦੇ ਐਕਸਪੀਰੀਅੰਸ ਜੀ। ਜੇ ਤੁਹਾਨੂੰ ਐਕਸਪੀਰੀਅੰਸ ਨਹੀਂ ਹੈਗਾ ਤਾਂ ਤੁਹਾਨੂੰ ਟਰੱਕ ਡਰਾਈਵਿੰਗ ਦੇ ਵਿੱਚ ਮੇਰਾ ਖਿਆਲ
ਮੈਂ ਵੀ ਮੇਰਾ ਵਾਹ ਵਾਸਤਾ ਟਰੱਕਿੰਗ ਇੰਡਸਟਰੀ ਦੇ ਨਾਲ ਜੀ। ਤੁਹਾਨੂੰ ਤਜਰਬਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਸੀਂ ਡਿਫਰੈਂਟ ਸਟੇਟਸ ਦੇ ਵਿੱਚ ਟਰੈਵਲ ਕਰਦੇ ਹੋ, ਹਰ ਜਗ੍ਹਾ ਡਿਫਰੈਂਟ ਵੈਦਰ ਆ ਜੀ। ਜੀ ਬਿਲਕੁਲ, ਠੀਕ ਹੈ ਜੀ। ਤੇ ਅੱਜ ਕੱਲ ਇਹਦੀ ਜੜ ਇਹ ਹੈਗੀ ਆ ਕਿ ਇਹ ਪਿਛਲੇ ਕੁਝ ਸਾਲਾਂ ਤੋਂ ਜਿਹੜੇ ਐਕਸੀਡੈਂਟ ਹੋਣੇ ਵਧੇ ਨੇ ਜੀ, ਕਿਉਂਕਿ ਇਹਦੇ ਚ ਮੋਸਟਲੀ ਕੀ ਆ, ਮੁੰਡੇ ਇੰਡੀਆ ਤੋਂ ਆਏ ਨੇ ਜੀ, ਯੰਗ ਬੱਚੇ ਆਏ ਆ ਜੀ, ਕਿ ਚਲੋ ਆਏ ਕਿਸੇ ਵੀ ਤਰੀਕੇ ਦੇ ਨਾਲ ਨੇ, ਉਹਨਾਂ ਦੇ ਉੱਤੇ ਘਰਾਂ ਦੀਆਂ ਜ਼ਿੰਮੇਵਾਰੀਆਂ ਬਹੁਤ, ਪਰ ਉਹ ਜਦੋਂ ਇੱਥੇ ਆ ਜਾਂਦੇ ਆ ਥੋੜਾ ਆਪਣੇ ਨੂੰ ਥੋੜਾ ਕਾਹਲੀ ਚਲੇ ਜਾਂਦੇ ਜੀ। ਹਾਂ, ਇਹ ਬੜੀ ਮੈਂ ਬਿਲਕੁਲ ਇਹੀ ਚੀਜ਼ ਸਾਹਮਣੇ ਆ ਰਹੀ ਹੈ ਕਿ ਕਾਲੇ ਬੜੇ ਵਗ ਜਾਂਦੇ ਨੇ। ਹਾਂਜੀ, ਅੱਛਾ, ਫਸਟ ਥਿੰਗ ਇਹ ਹੋ ਗਈ ਕਿ ਪਹਿਲੀ ਗੱਲ ਤਾਂ ਇਹ ਜੀ, ਕੁਝ ਵੀ ਓਵਰਨਾਈਟ ਨਹੀਂ ਚੇਂਜ ਹੁੰਦਾ, ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਸੋਸ਼ਲ ਮੀਡੀਆ ਦੇ ਉੱਤੇ ਟਰੱਕਿੰਗ ਇੰਡਸਟਰੀ ਨੂੰ ਬਹੁਤ ਗਲੋਰੀਫਾਈ ਕੀਤਾ ਜਾਂਦਾ ਕਿ ਇਹਦੇ ਵਿੱਚ ਜੀ ਬਹੁਤ ਪੈਸਾ ਬਣਦਾ। ਠੀਕ ਆ, ਨੋ ਡਾਊਟ ਬਣਦਾ ਵੀ ਹੈ, ਬਟ ਬਹੁਤ ਜ਼ਿਆਦਾ ਹਾਰਡ ਵਰਕ ਵੀ ਹੈ ਉਹਦੇ ਵਿੱਚ। ਤੇ ਉਹਦੇ ਵਿੱਚ ਕੀ ਹੁੰਦਾ ਕਿ ਹਰ ਬੰਦਾ ਇਹ ਸੋਚਦਾ ਨਹੀਂ ਜੀ ਮੈਂ ਟਰੱਕ ਹੀ ਚਲਾਊਂਗਾ, ਬਟ ਜਦੋਂ ਲਾਇਸੈਂਸ ਲੈਂਦੇ ਨੇ, ਲਾਇਸੈਂਸ ਲੈਂਦੇ ਸਮੇਂ ਤੁਹਾਨੂੰ ਅਗਾਹ ਕਰਦੇ ਨੇ ਕਿ ਇਹਨੂੰ ਰੋਕਣਾ ਜੇ ਤੁਹਾਨੂੰ 2 ਫੁੱਟਬਾਲ ਗਰਾਊਂਡਾਂ ਜਿੰਨੀ ਜਗ੍ਹਾ ਚਾਹੀਦੀ ਹੈ। ਅੱਛਾ ਜੀ। ਤੇ ਇਹ ਇੱਕ ਕਾਰ ਨਹੀਂ ਹੈਗੀ ਕਿ ਜਦੋਂ ਤੁਸੀਂ ਮਰਜ਼ੀ ਬ੍ਰੇਕ ਮਾਰ ਕੇ ਨਾ ਬੜਾ ਲੋਡ ਹੁੰਦਾ ਜੀ, ਜਿਹਨੂੰ ਨਾਈਫ ਜੈਕ ਕੀ ਕਹਿੰਦੇ ਹੁੰਦੇ ਤੁਸੀਂ, ਉਹ ਜੈਕ ਨਾਈਫ ਹੋ ਜਾਂਦਾ। ਮੈਂ ਪੁੱਠੀ ਕਾਚੂ ਕਹਿ ਗਿਆ ਸੀ ਉਹਨੂੰ, ਹਾਂਜੀ, ਕਿਉਂਕਿ ਹਾਂ ਜੈਕ ਨਾਈਫ ਹੋ ਜਾਂਦਾ ਟਰੱਕ। ਤੇ ਹੁਣ ਪ੍ਰੋਬਲਮ ਇਹ ਹੈਗੀ ਹੈ ਜੀ, ਮੋਸਟਲੀ ਸਾਡੇ ਯੰਗ ਬੱਚੇ ਮੁੰਡੇ ਪਿੰਡਾਂ ਤੋਂ ਆਏ ਹੋਏ, ਉਹ ਇਹਨੂੰ ਐਜ਼ ਏ ਟਰੈਕਟਰ ਟਰਾਲੀ ਕੰਸੀਡਰ ਕਰ ਲੈਂਦੇ ਜੀ, ਜਿਵੇਂ ਟਰੈਕਟਰ ਟਰਾਲੀ ਵੀ ਘੁੰਮਣ ਸਾਹਿਬ ਭਾਜੀ ਨੇ ਜਿਵੇਂ ਟਰੈਕਟਰ ਟਰਾਲੀ ਆਖਿਆ ਸੀ ਵੀ ਜਦੋਂ ਟਰੈਕਟਰ ਟਰਾਲੀ ਮੈਂ ਵੀ ਵਾਹੀ ਕਰਾਈ ਤੇ ਪਹਿਲਾਂ ਇਹੀ ਹੁੰਦਾ ਸੀਗਾ ਕਿ ਜੇ ਭਰੀ ਟਰਾਲੀ ਹੈ ਤਾਂ ਢਲਾਣ ਦੇ ਵਿੱਚ ਬ੍ਰੇਕ ਢੰਗ ਨਾਲ ਮਾਰਨੇ ਨੇ ਤੇ ਇੱਕਦਮ ਬ੍ਰੇਕ ਨਹੀਂ ਮਾਰਨੇ, ਨਹੀਂ ਤਾਂ ਟਰੈਕਟਰ ਜਿਹੜਾ ਉਹੀ ਤਾਂ ਜਿਹੜਾ ਜੈਕ ਨਾਈਫ ਹੋ ਜਾਣਾ। ਹਾਂਜੀ ਘੁੰਮਣ ਸਾਹਿਬ। ਹਾਂਜੀ ਹਾਂਜੀ ਹਾਂ ਡੈਨੀਅਲ ਸਾਹਿਬ, ਇਹਦੇ ਵਿੱਚ ਨਾ ਕਈ ਚੀਜ਼ਾਂ ਨੇ, ਇੱਕ ਚੀਜ਼ ਨਹੀਂ ਹੈ। ਜੇ ਆਪਾਂ ਜੇ 6 ਮਹੀਨੇ ਲੱਗਦੇ ਆ ਨਾ ਤਾਂ 6 ਮਹੀਨਿਆਂ ਦਾ ਮਤਲਬ 6 ਮਹੀਨੇ ਹੀ ਆ। ਹਾਂ ਬਿਲਕੁਲ, 6 ਮਹੀਨਿਆਂ ਦਾ ਮਤਲਬ 6 ਮਹੀਨਿਆਂ ਦਾ ਮਤਲਬ 24 ਘੰਟੇ ਗਿਣੋ, 1 ਸਾਲ ਬਣਦਾ। ਜੇ ਰੈਸਟ ਪਾ ਲਓ ਤਾਂ 1.5 ਸਾਲ ਬਣ ਜਾਂਦਾ। ਹੋਰ ਵੀ ਕਈ ਚੀਜ਼ਾਂ ਨੇ। ਜਦੋਂ ਦੇਖੋ ਇੱਥੇ ਮੇਰੇ ਕੋਲ ਬਿੱਟੂ ਮੁੰਡਾ ਸੀਗਾ ਤੇ ਆਪਣੇ ਲੁਧਿਆਣੇ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਸੀ ਜੀ। ਉਹਦਾ ਇੱਕ ਵਾਰੀ ਐਕਸੀਡੈਂਟ ਹੋਇਆ। ਮੈਂ ਉਹ ਚੀਜ਼ ਤੋਂ ਇਹ ਦੇਖਿਆ ਵੀ ਉਹ ਸਿੰਗਲ ਫਰੀਵੇ ਹੁੰਦਾ, ਲਰੀਟੋ ਹਾਈਵੇ ਤੋਂ ਨਿਕਲਦਾ, ਇੱਥੇ ਆਪਣੇ 90 ਹੈ ਤੇ ਉਹ ਸਿੰਗਲ ਹਾਈਵੇ ਆ, ਉਹ ਫਰੀਵੇ ਨਹੀਂ ਹੈਗਾ। ਤੇ ਹਾਈਵੇ ਤੇ ਫਰੀਵੇ ਦਾ ਮੈਂ ਤੁਹਾਨੂੰ ਸ਼ਾਇਦ ਨਾ ਪਤਾ ਹੋ, ਮੈਂ ਤੁਹਾਨੂੰ ਦੱਸ ਦਿਆਂ। ਹਾਈਵੇ ਉਹਨਾਂ ਨੂੰ ਕਿਹਾ ਜਾਂਦਾ ਜਿਹਦੇ ਲਾਈਟਾਂ ਪਈਆਂ ਨੇ, ਫਰੀਵੇ ਉਹਨਾਂ ਨੂੰ ਕਹਿੰਦੇ ਆ ਜਿਹਦੇ ਜ਼ੀਰੋ ਲਾਈਟ ਹੈ, ਸਿਗਨਲ ਫ੍ਰੀ ਕਹਿ ਦਿੰਦੇ ਉਹਨੂੰ। ਹਾਂਜੀ, ਤੇ ਈਵਨ ਉਹ ਫਰੀਵੇ ਨੇ ਜਿਹੜੇ ਆੜ ਚੱਲਦੇ ਨੇ, ਉਹ 2 ਤੇ ਵੰਡੇ ਨਹੀਂ ਜਾਂਦੇ, ਜਿਹੜੇ 2 ਤੇ ਵੰਡੇ ਜਾਂਦੇ ਨੇ ਉਹ ਇਹੋ ਨੇ, ਮਤਲਬ ਆੜ ਈਵਨ ਨੇ। ਜੀ ਜੀ, ਬਹੁਤ ਬੰਦਿਆਂ ਨੂੰ ਤਾਂ ਇਹੀ ਚੀਜ਼ਾਂ ਨਹੀਂ ਪਤਾ ਜਿਹੜੀਆਂ ਬਿਲਕੁਲ ਬੇਸਿਕ ਨੇ। ਨਾਰਥ ਟੂ ਈਸਟ ਜਿਹੜਾ ਚੱਲਦਾ, ਈਸਟ ਟੂ ਵੈਸਟ। ਹਾਂ, ਜਦੋਂ ਆਪਾਂ ਚੱਲਣਾ ਜਿਵੇਂ ਸਿੰਗਲ ਹਾਈਵੇ ਹੈ, ਉਹਦੇ ਤੇ ਤੁਹਾਨੂੰ ਬਹੁਤ ਕੰਟਰੋਲ ਕਰਕੇ ਚੱਲਣਾ ਚਾਹੀਦਾ, ਬਹੁਤ ਕੇਅਰਫੁਲ ਹੋ ਕੇ ਚੱਲਣਾ ਪੈਂਦਾ। ਕਈ ਵਾਰੀ ਤੁਹਾਨੂੰ ਲੋੜ ਹੈ, ਜਿਵੇਂ ਬੇਕਰਫੀਲਡ ਤੋਂ ਬਾਹਰ ਨਿਕਲਦੇ ਆ 58 ਤੋਂ ਲੈ ਕੇ 395, ਚਾਹੇ ਉਹ 50-60 ਮੀਲ ਦਾ ਏਰੀਆ ਹੈਗਾ, ਪਰ ਸਾਨੂੰ ਬੜਾ ਧਿਆਨ ਰੱਖਣਾ ਪੈਂਦਾ। ਅੱਗੇ ਬਿੱਟੂ ਦੀ ਐਕਸੀਡੈਂਟ ਹੋਈ ਸੀਗੀ। ਸੈਕੰਡ ਥਿੰਗ, ਜਦੋਂ ਉਹ ਮੁੰਡਾ, ਮੈਂ ਕੁਦਰਤੀ ਇੱਥੇ ਜੋ ਮੇਰੇ ਕੋਲ ਕੰਮ ਕੀਤਾ, ਥੋੜਾ ਚਿਰ ਬਾਅਦ ਚ ਉਹਨੇ ਆਪਦਾ ਟਰੱਕ ਲੈ ਲਿਆ, ਉਹਦੇ ਆਪਦੇ ਟਰੱਕ ਤੇ ਐਕਸੀਡੈਂਟ ਹੋਇਆ। ਚਲੋ ਮੈਂ ਉਹਦੀ ਇੰਸ਼ੋਰੈਂਸ ਕਰਾਤੀ ਜੀ। ਮੈਂ ਹੁਣ ਐਵੇਂ ਫੜਾ ਮਾਰੀ ਜਾਵੇ, ਪੈਸੇ ਮੈਂ ਤੇ ਪੈਸੇ ਦਿੱਤੇ, ਉਹਨੇ ਆਪ ਇੱਕ ਇੰਸ਼ੋਰੈਂਸ ਕਰਾਤੀ, ਲਾਈਫ ਇੰਸ਼ੋਰੈਂਸ। ਉਹ ਥੋੜੇ ਚਿਰ ਬਾਅਦ ਉਹਦੀ ਐਕਸੀਡੈਂਟ ਤੇ ਡੈਥ ਹੋ ਗਈ। ਜਿਵੇਂ ਪ੍ਰਮਾਤਮਾ ਨੇ ਕਰਾਉਣਾ, 2 ਦੇ ਮੁੰਡੇ ਨੇ, ਪ੍ਰਮਾਤਮਾ ਸੱਚੇ ਪਾਤਸ਼ਾਹ ਲੰਬੀ ਉਮਰ ਦੇਵੇ ਬੱਚਿਆਂ ਨੂੰ ਜੀ। ਤੇ ਬਹੁਤ ਅਕਾਲ ਪੁਰਖ ਉਹਦੇ ਸ਼ਾਇਦ ਉਹ ਟਰੱਕ ਚਲਾਉਣ ਲੱਗ ਗਿਆ, ਨਹੀਂ ਉਹ ਤੋਂ ਬਾਅਦ ਗਰੇਵਾਲ ਸਾਹਿਬ ਦੀ ਕੁੜੀ ਪਈ ਸੀ ਉਹਨਾਂ ਨੂੰ। ਚਲੋ ਘੱਟੋ ਘੱਟ ਉਹ ਕੁੜੀ ਨੂੰ 5 ਲੱਖ ਜਾਂ ਕਿੰਨੇ ਪੈਸੇ ਮਿਲ ਗਏ, ਇੰਸ਼ੋਰੈਂਸ ਨੇ ਦੇਤੇ ਜਿਹੜੇ ਦੇਣੇ ਸੀਗੇ, ਤੇ ਉਹ ਚਲੋ ਜਵਾਕ ਪਾਲ ਗਏ ਜੀ ਜੀ। ਹੁਣ ਅਸੀਂ ਜਦੋਂ ਆਪੇ ਇੰਨੇ ਖਰਚ ਕਰਦੇ ਹਾਂ, ਇੰਨੇ ਕਮਾਉਂਦੇ ਹਾਂ, ਕੀ ਅਸੀਂ $150-200 ਦੀ ਆਪਦੀ ਲਾਈਫ ਇੰਸ਼ੋਰੈਂਸ ਨਹੀਂ ਕੋਈ ਲੈ ਸਕਦੇ ਆਪਦੀ ਫੈਮਿਲੀ ਪ੍ਰੋਟੈਕਸ਼ਨ ਵਾਸਤੇ? ਜਿਹੜੇ ਹੁਣ ਜਵਾਕ ਅਸੀਂ ਕੁੜੀਆਂ ਵਿਆਹ ਕੇ ਲਿਆਉਂਦੇ ਆ, ਉਹਨਾਂ ਦੇ ਬੱਚੇ ਨੇ, ਉਹ ਤੁਹਾਡੀ ਫੈਮਿਲੀ ਹੈ। ਜੇ ਚਲੋ ਜਿਹੜਾ ਕੁਝ ਹੋਣਾ ਉਹ ਤਾਂ ਹੋਣਾ ਹੀ ਹੋਣਾ, ਪਰ ਉਹਦੇ ਵਾਸਤੇ ਕਦੇ ਮੈਂ ਬਹੁਤ, ਮੇਰੇ ਕੋਲ ਜਦੋਂ ਵੀ ਕੋਈ ਬੰਦਾ ਆਇਆ, ਮੈਨੂੰ ਕਦੇ ਨਹੀਂ ਕਿਸੇ ਨੇ ਪੁੱਛਿਆ ਵੀ ਤੁਹਾਡੇ ਕੋਲ ਵਰਕਮੈਨ ਇੰਸ਼ੋਰੈਂਸ ਹੈਗੀ ਹੈ ਜੀ। ਜਿਹੜੀ ਬਤਾਨੇ ਵਾਲੇ ਸਾਹਿਬ, ਇੰਨਾ ਕੁ ਜ਼ਰੂਰੀ ਆ ਵੀ ਜੇ ਤੁਸੀਂ ਆਪਦੇ ਆਪ ਨੂੰ ਪਿਆਰ ਕਰਦੇ ਹੋ, ਉਹਦੀ ਫੈਮਿਲੀ ਨੂੰ ਪਿਆਰ ਕਰਦੇ ਹੋ, ਤਾਂ ਤੁਹਾਨੂੰ ਡੈਫੀਨੇਟ ਜ਼ਰੂਰੀ ਆ ਵੀ ਉਹ ਆਪਾਂ ਇਹਦੇ ਵਿੱਚ ਵਰਕਮੈਨ ਇੰਸ਼ੋਰੈਂਸ ਵੀ ਤੁਹਾਡੇ ਕਾਮਿਆਂ ਦੀ ਇੰਸ਼ੋਰੈਂਸ, ਵਰਕਮੈਨ ਉਹ ਜਿਹੜੀ ਅਸੀਂ ਉਹ ਜਿਹੜੀ ਕੰਪਨੀ ਦਾ ਮਾਲਕ ਆ, ਉਹਨੇ ਪ੍ਰੋਵਾਈਡ ਕਰਨੀ ਆ, ਉਹਨੇ ਪੇ ਕਰਨਾ। ਚਲੋ ਜੇ ਨਹੀਂ ਤਾਂ ਘੱਟੋ ਘੱਟ ਉਹਨੂੰ ਕਹ ਸਾਨੂੰ ਇਹ ਜੀ ਰਿਸੂਲਤ ਲੈ ਰਹੇ $200-250 ਦੀ ਹੋਵੇ। ਘੱਟੋ ਘੱਟ ਸਾਡੇ ਹੁਣ ਜਿਵੇਂ
ਸੁੱਖੀ ਪੰਨੂ ਹੋਣੀ ਨੇ, ਉਹ ਵੀ ਵਰਜੀਨੀਆ 'ਚ ਮੇਰੇ ਬੜੇ ਪੁਰਾਣੇ ਮਿੱਤਰ ਨੇ, ਉਹ ਵੀ ਉਹਨਾਂ ਦੇ ਨਾਲ ਸਾਬਾ ਹਲਦਰ ਵੀ ਰੱਖੇ ਨੇ। ਉਹਨਾਂ ਨੂੰ ਮੈਨੂੰ ਕੱਲ ਹੀ ਗੱਲ ਹੋਈ ਸੀ, ਉਹ ਕਹਿੰਦਾ ਵੀ ਅਸੀਂ $150-200 ਦੀ ਇੰਸ਼ੋਰੈਂਸ ਆਓ 3000 ਲੱਖ ਤੱਕ ਕਵਰ ਕਰ ਜਾਂਦੀ ਹੈ ਜੀ। ਘੱਟੋ ਘੱਟ ਯਾਰ ਬੰਦੇ ਕੋਲੇ ਉਹ ਤਾਂ ਹੋਵੇ, ਜਿਨ੍ਹਾਂ ਕੋਲੇ ਉਹ ਹੈ ਨਹੀਂਗਾ। ਉਸ ਤੋਂ ਬਾਅਦ ਅਸੀਂ ਕਰਦੇ ਕੀ ਆ, ਦੇਖੋ ਮੈਂ ਕਿਸੇ ਚੀਜ਼ ਦੇ ਉਲਟ ਨਹੀਂ ਹੈਗਾ, ਇਹਨੂੰ ਕੋਈ ਗਲਤ ਪਾਸੇ ਨਾ ਲੈ ਜਾਓ। ਹੋ ਸਕਦਾ ਮੇਰੇ ਭੈਣ ਭਾਈ ਨੂੰ ਕੋਈ ਗੱਲ ਚੰਗੀ ਨਾ ਲੱਗੇ, ਮੈਂ ਪਹਿਲੀ ਮਾਫੀ ਕਰ ਲੈਂਦਾ ਜੀ। ਜਦੋਂ ਹੁੰਦਾ ਕੀ ਹੈ, ਕੋਈ ਇਹੋ ਜਿਹਾ ਹੱਪਨ ਹੁੰਦਾ, ਫੇਰ ਚਲੋ ਜੀ ਹੁਣ ਫੰਡ ਰੇਜ਼ ਕਰ ਲਓ। ਫੰਡ ਰੇਜ਼ ਯਾਰ ਉਹ ਬੰਦਾ ਆਪਦੇ ਕੰਮ ਤੇ ਮਰਿਆ, ਜਿਹੜਾ ਉਹਦਾ ਮਾਲਕ ਆ ਉਹ ਪੇ ਕਰੇ ਜੀ, ਬਾਕੀ ਜਿਹਨੇ ਦੇਣੇ ਆ ਉਹਦੀ ਚਲੋ ਉਹ ਬਿਲਕੁਲ ਘੁੰਮਣ ਸਾਹਿਬ, ਉਹ ਇੱਕ ਸੁਸਾਇਟੀ ਦਾ ਇਸ਼ੂ, ਆਪਾਂ ਉਧਰ ਨਾ ਚੱਲਦੇ ਹੋਈਏ। ਆਪਾਂ ਮੈਂ ਰਿਕੁਐਸਟ ਕਰਾਂਗਾ ਮੇਰੇ ਜਿਹੜੇ ਟਰੱਕਰ ਵੀਰ ਨੇ, ਕਿਉਂਕਿ ਮੈਕਸੀਮਮ ਜਿਹੜੇ ਨੇ ਸਾਨੂੰ ਟਰੱਕਰ ਸੁਣਦੇ, ਆਪਦੇ ਐਕਸਪੀਰੀਅੰਸਿਸ ਉਹ ਵੀ ਕਰਨ ਕਿ ਐਕਸੀਡੈਂਟ ਉਹਨਾਂ ਦੇ ਅੱਖਾਂ ਦੇ ਸਾਹਮਣੇ ਹੋਇਆ ਤਾਂ ਕਿਉਂ ਹੋਏ ਨੇ। ਮੈਂ ਨਾ ਭੁੱਲ ਗਿਆ ਭਾਈ ਸਾਹਿਬ ਜਿਹੜੇ ਵਰਜੀਨੀਆ ਤੋਂ ਮੇਰੇ ਨਾਲ ਨੇ, ਪ੍ਰਿਤਪਾਲ ਜੀ। ਸਭ ਤੋਂ ਵੱਡੀ ਗੱਲ ਜਿਹੜੀ ਆ ਜਾਂਦੀ ਹੈ ਉਹੀ ਆ ਜਾਂਦੀ ਹੈ ਕਿ ਦੇਖੋ, ਇੱਕ ਤਾਂ ਕੈਲੀਫੋਰਨੀਆ ਦੀ ਡਰਾਈਵਿੰਗ ਜੇ ਆਪਾਂ ਕਹਿ ਦਈਏ, ਇੱਕ ਕੈਨੇਡਾ ਦੀ ਡਰਾਈਵਿੰਗ, ਤੇ ਇੱਕ ਗੱਲ ਕਰੀਏ ਤਾਂ ਤੁਹਾਡੇ ਵਰਜੀਨੀਆ ਜਿਹਨੂੰ ਆਪਾਂ ਈਸਟ ਕੋਸਟ ਕਹਿ ਲਈਏ, ਤੁਹਾਡਾ ਵਰਜੀਨੀਆ, ਨਿਊਯਾਰਕ ਤੇ ਨਿਊ ਜਰਸੀ ਦਾ ਏਰੀਆ ਜਿਹੜਾ ਆ ਜਾਂਦਾ ਬੜਾ ਡੇਂਜਰਸ ਮੈਂ ਕਹਿੰਦਾ। ਫਿਰ ਹਿਲਜ਼ ਏਰੀਆ ਦੇ ਵਿੱਚ ਆ ਜਾਂਦੇ, ਹਿੱਲ ਵੀ ਜਿਹੜੀ ਆ ਉਹ ਬੜੀ ਖਤਰਨਾਕ ਆ ਕਈ ਸਥਿਤੀਆਂ ਦੇ ਵਿੱਚ। ਯੰਗਸਟਰਸ ਨੂੰ ਤੁਸੀਂ ਕੀ ਸਲਾਹ ਦਿਓਗੇ ਕਿ ਸਿੱਖਣਾ ਕਿਸ ਤਰ੍ਹਾਂ ਦੀ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ? ਸੈਕੰਡਲੀ, ਜਿਹੜੇ ਅੱਜ ਕਿਵੇਂ ਗੱਲ ਕੀਤੀ ਆਟੋਮੈਟਿਕ ਟਰੱਕ ਆ ਗਏ ਨੇ, ਆਟੋਮੈਟਿਕ ਆ ਗਏ ਨੇ, ਕਰੂਜ਼ ਆ ਗਿਆ, ਤੁਸੀਂ ਰੇਸ ਨੂੰ ਉੱਥੇ ਦੱਬ ਕੇ ਚੱਲ ਪਏ, ਤੁਸੀਂ ਥੋੜਾ ਜਿਹਾ ਟੈਕਸਟਿੰਗ, ਸਭ ਤੋਂ ਖਤਰਨਾਕ ਟੈਕਸਟਿੰਗ ਆ ਜਿਹੜੀ ਮੋਬਾਈਲ ਫੋਨ ਤੇ ਜੀ। ਦੇਖੋ ਮੈਂ ਜਦੋਂ ਇੱਥੇ ਆਇਆ ਸੀ ਅਮਰੀਕਾ ਦੇ ਵਿੱਚ, ਮੈਂ ਬੜਾ ਆਲਮੋਸਟ ਯੰਗ ਏਜ 'ਚ ਤੁਸੀਂ ਕਹਿ ਲਓ ਟਰੱਕ ਚਲਾਉਣਾ ਸ਼ੁਰੂ ਕੀਤਾ ਸੀ, ਔਰ ਬੜੀ ਜਲਦੀ ਹੀ ਟਰੱਕਿੰਗ ਛੱਡ ਦਿੱਤੀ ਸੀਗੀ ਜੀ। ਚਲੋ ਛੱਡਣ ਦੇ ਡਿਫਰੈਂਟ ਰੀਜ਼ਨ ਹੋ ਸਕਦੇ ਆ, ਬਟ ਜਿਹੜਾ ਮੇਰਾ ਜਿੰਨੀ ਕੁ ਦੇਰ ਮੈਂ ਟਰੱਕ ਨਾਲ ਵਾਹ ਵਾਸਤਾ ਰਿਹਾ, ਮੈਂ ਚਲਾਇਆ, ਚਲੋ ਹੁਣ ਵੀ ਮੇਰੀ ਟਰੱਕਰਸ ਦੇ ਨਾਲ ਮੇਰੀ ਬਹੁਤ ਬਹਿਣੀ ਉੱਠਣੀ ਹੈ, ਸਾਰਾ ਕੁਝ ਹੈਗਾ ਜੀ। ਦੇਖੋ ਭਾਜੀ, ਮੇਨ ਜਿਹੜੀ ਇਹਦੀ ਜੜ ਹੈਗੀ ਹੈ ਨਾ ਜੀ, ਜੜ ਹੈਗੀ ਹੈ ਕਾਹਲੀ ਜੀ। ਜਦੋਂ ਕਿ ਮੋਸਟਲੀ ਤੁਸੀਂ ਪਿਛਲੇ 2017 ਤੋਂ ਬਾਅਦ ਇੰਨਾ ਜ਼ਿਆਦਾ ਹੜ੍ਹ ਆਇਆ ਕਿ ਆਟੋਮੈਟਿਕ ਟਰੱਕ ਡਰਾਈਵਰ ਗੇਅਰਾਂ ਵਾਲੇ ਟਰੱਕ ਤੇ ਬਹਿੰਦੇ ਨਹੀਂ ਸੀ। ਜਦੋਂ ਗੇਅਰਾਂ ਵਾਲਾ ਟਰੱਕ ਹੁੰਦਾ, ਤੁਸੀਂ ਥੋੜਾ ਬਹੁਤਾ ਅਵੇਕ ਰਹਿੰਦੇ ਹੋ, ਕਿਉਂਕਿ ਤੁਸੀਂ ਗੇਅਰ ਵੀ ਚੇਂਜ ਕਰਨਾ, ਤੁਸੀਂ ਕਲਚ ਵੀ ਯੂਜ਼ ਕਰਨਾ, ਬ੍ਰੇਕ ਵੀ ਯੂਜ਼ ਕਰਨੀ, ਐਕਸੀਲੇਟਰ ਵੀ ਚੇਂਜ ਕਰਨਾ। ਤੁਸੀਂ ਆਟੋਮੈਟਿਕ ਟਰੱਕ ਦੇ ਵਿੱਚ ਇਹ ਤਾਂ ਜਮਾਂ ਹੀ ਤੁਹਾਨੂੰ ਲੇਜ਼ੀ ਕਰ ਦਿੰਦੇ, ਤੁਸੀਂ ਜਸਟ ਸਟੀਅਰਿੰਗ ਹੋਲਡ ਕਰਨਾ, ਸਾਰਾ ਕੁਝ ਸਟੀਅਰਿੰਗ ਦੇ ਉੱਤੇ ਆ ਗਿਆ। ਬੱਚੇ ਲੇਜ਼ੀ, ਯੰਗ ਮੁੰਡੇ ਜਿਹੜੇ ਆ, ਔਰ ਦੂਜਾ ਸੋਸ਼ਲ ਮੀਡੀਆ ਮਾਰ ਗਈ ਜੀ ਤੁਹਾਨੂੰ ਇਸ ਟਾਈਮ ਸਹੀ ਦੱਸਾਂ ਜੀ। ਮੋਸਟਲੀ ਕੀ ਹੋਇਆ, ਮੋਸਟਲੀ ਆ ਮੁੰਡੇ, ਤੁਸੀਂ ਦੇਖੋ ਆ ਪਿੱਛੇ ਜੇ 3-4 ਹਫ਼ਤਿਆਂ ਦੀ ਗੱਲ ਆ, ਇੱਕ ਮੁੰਡਾ ਸੀਟ ਦੇ ਉੱਪਰ ਲਗਾਤਾਰ ਡੈਥਸ ਆ ਰਹੀਆਂ ਨੇ ਨਾ ਇਹਨਾਂ ਪਿਛਲੇ ਦਿਨ, ਹਾਂਜੀ, ਸੀਟ ਦੇ ਉੱਪਰ ਬੈਠ ਕੇ ਟਰੱਕ ਚਲਾ ਰਿਹਾ ਸੀ, ਉਹਦੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ। ਚਲੋ ਪੁਲਿਸ ਨੇ ਉਹਦਾ ਮਤਲਬ ਨੋਟਿਸ ਲਿਆ, ਔਰ ਉਹਦਾ ਚਲੋ ਜੋ ਵੀ ਕੀਤਾ ਹੋਊਗਾ ਉਹਦੇ ਉੱਤੇ। ਪਰ ਮੇਨ ਗੱਲ ਭਾਜੀ, ਮੇਨ ਗੱਲ ਉਹੀ ਹੈ ਕਿ ਓਵਰਨਾਈਟ ਜਿਹੜਾ ਮਤਲਬ ਤੁਸੀਂ ਆਪਣੀ ਕੀ ਉਹਨੂੰ ਕਹਿੰਦੇ ਹੁੰਦੇ ਆ, ਇਕਨੋਮਿਕ ਸਥਿਤੀ ਨੂੰ ਬਦਲਣਾ ਚਾਹੁੰਦੇ ਹੋ, ਤੁਸੀਂ ਇਕਨੋਮਿਕਲੀ ਤੁਸੀਂ ਸਟਰੋਂਗ ਹੋਣਾ ਚਾਹੀਦੇ ਓਵਰਨਾਈਟ, ਕਿਉਂਕਿ ਹਰ ਜਗ੍ਹਾ ਗਲੋਰੀਫਾਈ ਕੀਤਾ ਜਾਏ, ਟਰੱਕਿੰਗ 'ਚ ਬਹੁਤ ਪੈਸਾ ਬਣਦਾ, ਠੀਕ ਹੈ, ਨੋ ਡਾਊਟ ਪੈਸਾ ਬਣਦਾ ਜੀ। ਪਰ ਮੇਰਾ ਇੱਕ ਸਲਾਹ ਆ, ਦੇਖੋ ਅਸੀਂ ਟਰੱਕ ਚਲਾਇਆ, ਅਸੀਂ 3-4 ਮਹੀਨੇ ਘੱਟੋ ਘੱਟ ਵੀ ਕਿਸੇ ਦੇ ਨਾਲ ਲੱਗ ਕੇ ਚਲਾਇਆ, ਔਰ ਬਹੁਤ ਥੋੜੇ ਪੈਸਿਆਂ ਤੇ ਕੰਮ ਕੀਤਾ, ਠੀਕ ਹੈ ਜੀ। ਅਜੇ ਸਿੱਖਣਾ ਤਾਂ ਝੁੱਕ ਕੇ ਸਿੱਖਣਾ ਪਏਗਾ, ਬਿਲਕੁਲ। ਦੇਖੋ ਤੁਹਾਨੂੰ ਲਾਇਸੈਂਸ ਜਿਹੜਾ ਆ, ਤੁਹਾਨੂੰ ਇੱਕ ਯਾਰਡ ਦੇ ਵਿੱਚ ਮਿਲ ਜਾਏਗਾ, ਤੁਹਾਨੂੰ ਪ੍ਰੈਕਟਿਸ ਕਰਕੇ ਉਹਦੀ, ਠੀਕ ਹੈ ਜੀ। ਤੁਸੀਂ ਬੈਕ ਲਾਤੀ, ਸਿੱਧੀ ਚਲਾਤੀ, ਚਲੋ ਉਹ 'ਚ ਥੋੜਾ ਬਹੁਤਾ ਤੁਹਾਨੂੰ ਵੀ ਪਤਾ, ਉੱਚਾ ਨੀਵਾਂ ਵੀ ਹੋ ਜਾਂਦਾ, ਮਾੜਾ ਮੋਟਾ ਫੇਵਰ ਵੀ ਕਰ ਦਿੰਦੇ ਆ ਹਨਾ ਲਾਇਸੈਂਸ ਵਾਸਤੇ। ਪਰ ਰੋਡ ਦੀ ਜਿਹੜੀ ਹਾਈਵੇ ਆ ਅਮਰੀਕਾ ਦੇ, ਉਹਦੇ 'ਚ ਬਹੁਤ ਡਿਫਰੈਂਟ ਸਟੇਟਾਂ 'ਚ ਤੁਸੀਂ ਜਾਣਦੇ, ਡਿਫਰੈਂਟ ਸਥਿਤੀਆਂ ਨੇ ਉਹਦੀਆਂ ਜੀ। ਐਰੀਜ਼ੋਨਾ ਦੇ ਵਿੱਚ ਹਿਲਸ ਨੇ, ਵਰਜੀਨੀਆ ਤੁਸੀਂ ਆਏ ਨੇ, ਸਨੋ ਹੈਗੀ ਆ, ਮੈਕਸੀਕੋ, ਨਿਊ ਮੈਕਸੀਕੋ ਬਲੈਕ ਆਈਸ ਵਗੈਰਾ ਜਾਂ ਕੁਛ ਏਦਾਂ ਦਾ ਹੋ ਜਾਂਦਾ ਹਨਾ ਜੀ। ਤੇ ਉਹ ਤੁਹਾਨੂੰ ਸਿੱਖਣਾ, ਮੇਨ ਗੱਲ ਦੇਖੋ ਜੀ, 6 ਮਹੀਨੇ ਲਾ ਲਓ, 6 ਮਹੀਨੇ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਗਰੀਬ ਨਹੀਂ ਹੋ ਜਾਣਾ ਤੇ ਬਹੁਤ ਹੀ ਜ਼ਿਆਦਾ ਅਮੀਰ ਨਹੀਂ ਹੋ ਜਾਣਾ। ਬਿਲਕੁਲ, ਜਾਣਾ ਕੁਛ ਨਹੀਂ, ਮੈਂ ਕਹਿੰਦਾ ਜੀ ਲੰਮੀ ਖੇਡ ਦੋਗੇ। ਬਿਲਕੁਲ ਪ੍ਰਿਤਪਾਲ ਜੀ, ਤੁਸੀਂ ਸਹੀ ਆਖੀ। ਮੈਂ ਕਾਲ ਲੈ ਲਾਂ, ਲੰਮੀ ਖੇਡ ਜੀ, ਕਾਲ ਲੈ ਲਾਂ ਜੀ, 98-149 ਤੇ ਆਉਣੇ ਰੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦਾਨੇਵਾਲੇ ਸਾਹਿਬ। ਕੌਣ ਸਾਹਿਬ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਹਰਜੀਤ ਬੋਲਦਾ ਦਾਨੇਵਾਲੇ ਸਾਹਿਬ ਜੀ। ਮੈਂ ਅਲਬਰਟਾ ਤੇ BC ਨਾਰਥ ਤੋਂ ਟਰੱਕ ਚਲਾਉਂਦਾ ਦਾਨੇਵਾਲੇ ਜੀ ਜੀ। ਤੇ ਮੈਨੂੰ 11 ਸਾਲ ਹੋ ਗਏ ਟਰੱਕ ਚਲਾਉਂਦੇ ਨੇ। ਪਹਿਲਾ ਨੁਕਤਾ ਤਾਂ ਹੈਗਾ ਐਕਸਪੀਰੀਅੰਸ ਦਾ, ਲਾਇਸੈਂਸ ਲੈਣਾ ਇੱਕ ਕੁਆਲੀਫਿਕੇਸ਼ਨ ਹੈਗੀ ਆ ਜੀ, ਪਰ ਜਦੋਂ ਤੁਸੀਂ ਉੱਥੇ ਵਰਕਆਊਟ ਕਰਦੇ ਹੋ, ਤੁਸੀਂ ਕਿਸੇ ਨਾਲ ਬਹਿ ਕੇ ਟਰੱਕ ਚਲਾਉਂਦੇ ਹੋ, ਤਾਂ ਤੁਹਾਨੂੰ ਟਰੱਕ ਚਲਾਉਣਾ ਆਉਂਦਾ ਜੀ, ਪਹਿਲੀ ਗੱਲ ਜੀ। ਦੂਸਰੀ ਗੱਲ ਇਹ ਧਿਆਨ 'ਚ ਰੱਖਣੀ ਵਾਲੀ ਗੱਲ ਇਹ ਹੈਗੀ ਵੀ ਇਹ ਟਰੱਕ ਬ੍ਰੇਕਾਂ ਨਾਲ ਨਹੀਂ ਰੁਕਣਾ ਹੈਗਾ। ਜਿੱਦਾਂ ਤੁਹਾਡੇ ਦਿਮਾਗ 'ਚ ਇਹ ਗੱਲ ਆ ਜਾਂਦੀ ਆ, ਮੇਰੇ ਟਰੱਕ ਦੀ ਗਰੋਥ 63 ਟਨ ਕਰਨੇ ਵਾਲੀ ਸਾਹਿਬ ਜੀ
ਬ੍ਰੇਕਾਂ ਸਾਡੇ ਟ੍ਰੇਨ ਨੂੰ ਨਹੀਂ ਰੋਕ ਸਕਦੀਆਂ ਹੈਗੀਆਂ। ਜਿੱਦਣ ਤੁਹਾਡੇ ਦਿਮਾਗ 'ਚ ਇਹ ਗੱਲ ਪੈ ਗਈ ਵੀ ਇਹ ਕਾਰ ਨਹੀਂ ਹੈਗੀ। ਹਾਂ ਘੁੰਮਣ ਸਾਹਿਬ ਵਾਲੀ ਗੱਲ ਬਿਲਕੁਲ ਸੁੱਕੀ ਘੁੰਮਣ ਵਾਲੀ ਹੈ ਜੀ। ਥਰਡ ਨੁਕਤਾ ਇਹ ਹੈਗਾ, ਜਦੋਂ ਕੋਈ ਨਵਾਂ ਬੰਦਾ ਇੱਥੇ ਟਰੱਕ ਚਲਾਉਣਾ ਸਿੱਖਦਾ, ਜਿਵੇਂ ਸਟੂਡੈਂਟ ਆ ਗਏ, ਸਾਡੇ ਛੋਟੇ ਵੀਰ ਆ ਗਏ ਹਨਾ, ਚਲਾਉਣ ਲੱਗ ਪਏ ਟਰੱਕ, ਰਾਈਟ। ਜਿਹੜਾ ਭਾਈ ਸਾਹਿਬ ਨੇ ਗੱਲ ਕਹੀ ਹੈ ਨਾ, ਮੈਨੂਅਲ ਡਰਾਈਵ ਤੇ ਆਟੋਮੈਟਿਕ ਟਰੱਕ, ਜੀ ਇਹ ਜਦੋਂ ਤੱਕ ਮੈਨੂਅਲ ਡਰਾਈਵ ਟਰੱਕ ਚਲਾਉਂਦਾ ਸਾਨੂੰ ਤਾਂ ਸਾਹ ਹੀ ਨਹੀਂ ਆਉਂਦਾ ਜੀ 18 ਗੇਅਰ ਨੇ ਟਰੱਕ ਦੇ ਕਿੰਨੀ ਦੇਰ ਤੱਕ ਪੈਣੇ। ਮੈਂ ਤਾਂ ਇੱਕ ਦਿਨ ਬੈਠਾ ਸੀਗਾ, ਮੇਰੇ ਤੋਂ ਗਿਣੇ ਨਹੀਂ ਗਏ ਕਿੰਨੇ ਕਾ, ਮੈਂ ਤਾਂ ਫਿਰ ਚੁੱਪ ਕਰਕੇ ਮੂੰਹ ਸਿੱਧਾ ਕਰਕੇ ਬਹਿ ਗਿਆ ਸੀ। ਹਾਂਜੀ, ਜਿਹੜਾ ਬੰਦਾ, ਜਿਸ ਬੱਚੇ ਨੇ ਆਪਣੇ ਇੱਥੇ ਕਿ ਆਟੋਮੈਟਿਕ ਕਾਰ ਚਲਾ ਲਈ ਤੇ ਆਟੋਮੈਟਿਕ ਟਰੱਕ ਚਲਾ ਲਿਆ ਤੇ ਉਹ ਪਲਾਕੀ ਮਾਰ ਕੇ ਬਹਿ ਕੇ, ਚੌਂਕੜਾ ਮਾਰ ਕੇ, ਉਹ ਟਰੱਕ ਨਹੀਂ ਚਲਾ ਰਿਹਾ, ਉਹ ਕਾਰ ਚਲਾ ਰਿਹਾ ਹੈਗਾ। ਉਹਨੇ ਕਾਰ, ਮੈਂ ਤਾਂ ਕੁਝ ਵੀ ਨਹੀਂ ਚਲਾ ਰਿਹਾ ਜੀ, ਮੈਂ ਤਾਂ ਇਹ ਗੱਲ ਕਹਾਂਗਾ ਕਾਰ ਵੀ ਨਹੀਂ ਚੱਲਦੀ, ਕੁਝ ਨਹੀਂ ਚਲਾ ਰਿਹਾ। ਸਾਡੇ ਇੱਕ ਬੰਦੇ ਨੇ ਇੱਥੇ ਵੀਡੀਓ ਲੋਡ ਕੀਤੀ, ਤੁਸੀਂ ਬਲੀਵ ਨਹੀਂ ਕਰ ਸਕਦੇ, ਉਸ ਬੰਦੇ ਨੇ ਬੈਲਟ ਲੈ ਕੇ ਸੀਟ ਬੈਲਟ ਸਟੀਅਰਿੰਗ ਨੂੰ ਪਾ ਲਈ ਤੇ ਆਪ ਸਲਿੱਪਰ ਜਾ ਕੇ ਬਹਿ ਗਿਆ। ਦੱਸੋ। ਤੇ ਉਹ ਜਿਵੇਂ ਘੋੜਾ ਨਹੀਂ ਚਲਾਉਂਦੇ ਆਪਾਂ ਵੀ ਬੈਲਟ ਨਾਲ ਉਹ ਟਰੱਕ ਨੂੰ ਮੂਵ ਕਰ ਰਿਹਾ। ਦੱਸੋ, ਤੁਸੀਂ ਦੱਸੋ, ਐਕਸਪੀਰੀਅੰਸ ਡਰਾਈਵਰ ਹੋਊਗਾ ਕੀ ਲੋਕਾਂ ਨੂੰ ਇਹੋ ਜਿਹੀ ਹੋਸ਼ੀ ਹਰਕਤ ਨਹੀਂ ਕਰੂਗਾ, ਬਿਲਕੁਲ ਇਹੋ ਜਿਹੀ ਹੋਸ਼ੀ ਹਰਕਤ ਨਹੀਂ ਕਰੂਗਾ। ਬਿਲਕੁਲ ਦਾਨੇਵਾਲੀਆ ਸਾਹਿਬ, ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਜੀ, ਹਰ ਜੌਬ ਹਰ ਬੰਦੇ ਵਾਸਤੇ ਨਹੀਂ ਬਣੀ ਹੈਗੀ। ਬਿਲਕੁਲ ਸਹੀ ਗੱਲ ਹੈ। ਜਿਹੜੀ ਟਰੱਕ ਡਰਾਈਵਿੰਗ ਆ, ਆਪਾਂ ਕਹਿ ਦਿੰਦੇ ਵੀ ਡਰਾਈਵਰ ਨੋ, ਇਟਸ ਅ ਵੈਰੀ ਹਾਰਡ ਜੌਬ ਜੀ, ਪਰ ਜਦੋਂ ਆਪਾਂ ਹਿੱਲੀ ਏਰੀਏ ਚੱਲਦੇ ਆ, ਟਰੱਕ ਨੇ ਹਿੱਲ ਤਾਂ ਚੜ ਜਾਣਾ, ਨੋ ਪ੍ਰੋਬਲਮ, ਗੇਅਰ ਛੋਟੇ ਗੇਅਰ ਚੜ ਜਾਣਾ। ਸਭ ਤੋਂ ਮੇਜਰ ਐਕਸੀਡੈਂਟ ਦਾ ਰੀਜ਼ਨ ਹੈਗਾ ਡਾਊਨ ਹਿਲ ਟਰੱਕ ਕਿਵੇਂ ਲਾਉਣਾ ਹੈਗਾ। ਮੈਂ ਉਹੀ ਟਰਾਲੀ ਦੀ ਗੱਲ ਕਰਕੇ ਤੇ ਵੀ ਸਾਨੂੰ ਬਜ਼ੁਰਗ ਕਹਿੰਦੇ ਹੁੰਦੇ, ਕਾਕਾ ਢਲਾਣ ਤੋਂ ਥੱਲੇ ਉਤਰਨ ਲੱਗੇ ਧਿਆਨ ਰੱਖਿਓ। ਟਰੈਕਟਰ ਟਰਾਲੀ ਤੇ ਵੀ ਇਹੀ ਗੱਲ ਹੁੰਦੀ ਸੀਗੀ। ਉਹੀ ਚੀਜ਼ਾਂ 10 ਕਿਲੋਮੀਟਰ ਅੱਗੇ ਹੁੰਦੀ ਆ, ਅਸੀਂ 10 ਕਿਲੋਮੀਟਰ ਤੋਂ ਪਹਿਲਾਂ ਹੀ ਗੇਅਰ ਛੋਟੇ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਨਹੀਂ ਯਾਰ ਇਹ ਥੱਲੇ ਕਿਵੇਂ ਲਾਉਣਾ ਹੈ। ਜੀ ਬਾਕੀ ਇੱਕ ਗੱਲ ਮੈਂ ਕਹਿਣਾ, ਟਰੱਕ ਚਲਾਓ, ਪੈਸੇ ਬਣਾਓ, ਪਰ ਤਜਰਬਾ ਜ਼ਰੂਰ ਲਓ। ਆਪਦੀ ਮਿਹਰਬਾਨੀ ਜੀ। ਤੁਸੀਂ ਹੋਰ ਸੱਜਣ ਵੀ ਆਪਣਾ ਤਜਰਬਾ ਗੱਲ ਕਰ ਰਹੇ। ਘੁੰਮਣ ਸਾਹਿਬ, ਉਹੀ ਤੁਹਾਡੇ ਵਾਲੀ ਗੱਲ ਹੋ ਗਈ, ਉਹੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਟਰੈਕਟਰ ਦੇ ਦੋ ਚੀਜ਼ਾਂ ਮੈਂ ਦਾਨੀ ਵਾਲੇ ਸਾਹਿਬ ਹੋਰ ਐਡ ਕਰਨਾ ਚਾਹੁੰਦਾ। ਦੇਖੋ, ਮੈਂ ਆਪਦੀ ਲਾਈਫ ਦੀ ਗੱਲ ਕਰਕੇ ਉਹ ਚੀਜ਼ ਕਰੂੰਗਾ ਜੋ ਕੁਝ ਮੇਰਾ ਐਕਸਪੀਰੀਅੰਸ ਹੈ ਨਾ। ਇੱਕ ਜਿਹੜਾ ਮੈਂ ਇੱਕ 5 ਤੋਂ ਪਨੈਚੀ ਨੂੰ ਫ੍ਰੀ ਵੇ ਆਉਂਦਾ ਸ਼ਾਇਦ, ਤੇ ਉਹ 2 ਜਾਂ 22 ਹੀ ਆਉਂਦੇ ਆ ਉਧਰ ਨੂੰ, ਈਸਟ ਵੱਲ ਨੂੰ। ਮੈਂ ਇੱਕ ਵਾਰੀ ਆ ਰਿਹਾ ਸੀ, ਮੈਨੂੰ ਇੱਕ ਗੋਰਾ ਸਾਡੇ ਨਾਲ ਸੀਬੀ ਤੇ ਗੱਲਾਂ ਕਰਨ ਲੱਗਾ। ਮੈਨੂੰ ਕਹਿੰਦਾ, ਜੰਗਮੈਨ, ਉਦੋਂ ਥੋੜੀ ਉਮਰ ਸੀਗੀ, ਕਹਿੰਦਾ ਵੀ ਇੱਕ ਚੀਜ਼ ਕਹਿੰਦਾ ਹੋਰ ਹੈ ਵੀ ਤੁਸੀਂ ਇਹ ਕਰਿਆ ਕਰੋ। ਕਹਿੰਦਾ ਵੀ ਹੁਣ ਕਹਿੰਦਾ ਤੈਨੂੰ ਦੱਸਾਂ, ਕਹਿੰਦਾ ਆਈਸ ਦੇ ਵਿੱਚ ਡਰਨਾ, ਕਹਿੰਦਾ ਮਾਊਂਟਨ ਦੇ ਵਿੱਚ ਜਿਹੜੀ ਤੁਸੀਂ ਗੱਲ ਕਰੀ ਹੈ ਵੀ ਖਤਰਨਾਕ ਟਾਈਮ ਕਿਹੜਾ ਹੁੰਦਾ ਹੈ। ਉਹ ਮੈਂ ਕਿਹਾ ਵੀ ਆਹੀ ਹੁੰਦਾ ਜਦੋਂ ਦਸੰਬਰ ਜਾਂ ਜਨਵਰੀ ਜਾਂ ਫਰਵਰੀ। ਉਹ ਕਹਿੰਦਾ ਮੈਨੂੰ ਕਹਿੰਦਾ ਮਾਰਚ ਦੇ ਵਿੱਚ ਜਦੋਂ ਪਹਾੜੀਆਂ ਦੇ ਉੱਪਰ ਪਾਣੀ ਜਿਹੜਾ ਬਰਫ਼ ਜੰਮੀ ਹੁੰਦੀ ਹੈ, ਜਦੋਂ ਜੰਮ ਜਾਂਦੀ ਆ ਥੱਲੇ ਨੂੰ ਪਿਘਲ ਜਾਂਦੀਆਂ ਨੇ, ਰਾਤ ਨੂੰ 9-10 ਵਜੇ ਜਦੋਂ ਮਾਈਨਸ ਤੇ ਆ ਜਾਂਦੀ ਆ ਤੇ ਉਹ ਬਰਫ਼ ਆ ਜਿਹੜੀ ਉਹ ਬਲੈਕ ਆਈਸ ਬਣ ਕੇ ਸੜਕ ਤੇ ਜੰਮ ਜਾਂਦੀ ਹੈ, ਸ਼ੀਸ਼ਾ ਬਣ ਜਾਂਦਾ। ਉਹਦੇ ਤੇ ਉਹਦੇ ਨਾਲ ਖੱਬੇ ਪਾਸੇ ਬਹੁਤ ਜ਼ਿਆਦਾ ਡੂੰਘੀ ਡੀਪ ਹੈਗੀ ਆ ਉਹ ਪਹਾੜੀਆਂ ਤੇ ਥੱਲੇ ਡਿੱਗਣ ਨੂੰ ਖੱਡ। ਉਹ ਕਹਿੰਦਾ ਵੀ ਜਦੋਂ ਇਹੋ ਜਿਹੇ ਟਾਈਮ ਕਿਤੇ ਬ੍ਰੇਕ ਲੱਗ ਗਈ ਤੇ ਬ੍ਰੇਕ ਨਾ ਕੰਟਰੋਲ ਹੋਈ ਜਾ ਕਦੇ ਵੀ, ਕਹਿੰਦਾ ਵੀ ਉਹਨੂੰ ਕਹਿੰਦਾ ਉੱਥੇ ਬ੍ਰੇਕ ਲਾਉਣ ਦੀ ਕੋਸ਼ਿਸ਼ ਨਾ ਕਰੋ। ਜੇ ਕਰਨੀ ਆ ਤਾਂ ਪੰਪ ਕਰਕੇ ਬ੍ਰੇਕ ਲਾਓ, ਮਾੜੀ ਜਿਹੀ ਲਾ ਕੇ ਜਦੇ ਛੱਡ ਦਿਓ। ਪੁਰਾਣੀਆਂ ਜੀਪਾਂ ਵਾਂਗੂ, ਜਿਵੇਂ ਆਪਣੇ ਬਜ਼ੁਰਗ ਜੀਪਾਂ ਚਲਾਉਂਦੇ ਹੁੰਦੇ ਸੀ ਜੀ। ਹਾਂ, ਜਿਵੇਂ ਜੈਕ ਬ੍ਰੇਕਾਂ ਨੇ, ਇਹ ਮੀਂਹ ਪੈਂਦਾ ਹੋਵੇ ਕਦੇ ਜੈਕ ਬ੍ਰੇਕ ਯੂਜ਼ ਨਹੀਂ ਕਰਨੀ ਚਾਹੀਦੀ। ਟ੍ਰੇਲਰ ਦੀ ਬ੍ਰੇਕ ਪਹਿਲਾਂ ਖਿੱਚੋ, ਸਹਿੰਦਾ ਜਾਂ ਮੂਹਰਲਾ ਪੈ ਮਾਰੋ, ਜਿੰਨੀ ਕੁ ਲੋੜ ਆ ਉਹਨੂੰ ਪੰਪ ਬਣਾ ਕੇ ਛੱਡੋ। ਇਹ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਨੇ ਧਿਆਨ ਰੱਖਣੇ। ਸਾਨੂੰ ਐਂ ਹੁੰਦਾ ਵੀ ਮਾਰਚ ਦਾ ਲੀਨਾ ਬਹੁਤ ਸਾਫ਼ ਸੁਥਰਾ, ਤੇ ਉਹ ਵੀ ਇੱਕ ਬਹੁਤ ਵੱਡੀ ਗੱਲ ਉਹ ਗੋਰੇ ਨੇ ਮੈਨੂੰ ਦੱਸੀ, ਪਰ ਉਹ ਐਕਸਪੀਰੀਅੰਸ ਦਾ ਹੀ ਹੈਗਾ। ਦੂਜੀ ਗੱਲ ਇੱਕ ਮੈਂ ਹੋਰ ਕਹਿਣੀ ਚਾਹੁੰਦਾ, ਜੇ ਮੇਰੇ ਕਿਸੇ ਜਵਾਕ ਨੂੰ ਜਾਂ ਮੇਰੇ ਬੱਚਿਆਂ ਵਰਗੇ ਕੁੰਬੇ ਛੋਟੇ ਭਰਾ ਨੂੰ ਸਪੀਡਿੰਗ ਕਰਨ ਦੀ ਆਦਤ ਹੈ, ਉਹ ਇੱਕ ਕੰਮ ਜੇ ਕਰ ਲਿਆ, ਹੋ ਸਕਦਾ ਆਪਦੀਆਂ ਮਾਂ ਦੇ ਜਾਂ ਭੈਣਾਂ ਦੇ ਬਹਿਣ ਪੈਣ ਤੋਂ ਬਚ ਜਾਣ। ਉਹਨੂੰ ਇਹ ਕਰਨਾ ਚਾਹੀਦਾ ਵੀ ਸਪੀਡ ਜਿਹੜੀ ਹੈਗੀ ਆ ਉਹਨੂੰ 70 ਜਾਂ 72 ਤੇ ਬਣਾ ਦੇਵੇ। 70-72 ਤੇ ਦਾਨੇ ਵਾਲੇ ਸਭ ਟਰੱਕ ਜਾਂਦਾ ਹੋਵੇ, ਕੋਈ ਪ੍ਰੋਬਲਮ ਨਹੀਂ ਉਹਨੂੰ ਕੰਟਰੋਲ ਕਰਨ ਦੀ। ਨਾਲੇ ਮੈਂ ਘੁੰਮਣ ਸਾਹਿਬ ਦਾ ਗੈਪ ਹੋਵੇ। ਘੁੰਮਣ ਸਾਹਿਬ, ਜਿਹੜੀ ਸਭ ਤੋਂ ਵੱਡੀ ਗੱਲ ਹੈ, ਹੁਣ ਤਾਂ ਜਿਹੜੇ ਸਪੀਡ ਗਵਰਨਰ ਨੇ ਇਲੈਕਟ੍ਰੋਨਿਕ ਆ ਗਿਆ, RPM, ਤੁਸੀਂ ਸਲੋ ਸਪੀਡ, ਕਈ ਵਾਰੀ ਇਹ ਹੁੰਦਾ ਕਿ ਸਾਨੂੰ ਵੱਧ, ਮੇਨ ਕੀ ਪ੍ਰੋਬਲਮ ਆਉਂਦੀ ਸੀਗੀ ਕਿ ਅਸੀਂ ਪਹਿਲਾਂ ਪੰਪ ਬੰਨ ਦਿੰਦੇ ਸੀ, ਗਵਰਨਰ ਬੰਨ ਦਿੰਦੇ ਸੀ। ਉਦੋਂ ਕੀ ਸੀਗਾ ਕਿ ਜੇ ਚੜ੍ਹਾਈ ਕਰਨੀ ਹੈ ਤਾਂ RPM ਵੱਧ ਚਾਹੀਦੇ ਹੁੰਦੇ ਸੀਗੇ ਤੇ ਉਹ RPM ਨਹੀਂ ਸੀ ਬਣਦੇ। ਹਾਂਜੀ, ਹੁਣ ਤਾਂ ਸਾਡੇ ਕੋਲੇ ਸਪੀਡ ਗਵਰਨਰ ਆ ਗਏ ਨੇ, ਇਲੈਕਟ੍ਰੋਨਿਕ ਆ ਗਿਆ। ਜਦੋਂ ਉੱਥੇ ਆ ਗਿਆ ਸਾਡਾ ਪੰਪ ਨੂੰ ਆਟੋਮੈਟਿਕਲੀ ਉਹਨੇ ਸਲੋ ਕਰ ਦੇਣਾ, ਤੇ ਜਦੋਂ ਸਾਡੀ ਸਪੀਡ ਸਲੋ ਨੂੰ RPM ਵੱਧ ਚਾਹੀਦੀ ਤਾਂ ਵੱਧ ਮਿਲ ਜਾਣੇ ਨੇ।
ਨਹੀਂ, ਪਰ ਜਿਹੜੀ ਇਹਦੀ ਪੁਲਿੰਗ ਪਾਵਰ ਆ ਟਰੱਕ ਦੀ, ਇਹਦੀ ਟਾਰਕ 17,500 ਟਾਰਕ ਆ ਰਹੀ ਜਾਂਦੀ ਦੀ, ਇਹ ਉਹਦੇ ਨਾਲ ਜ਼ੋਰ ਲਾਉਂਦੇ ਨੇ, ਨਾ ਕਿ ਪੱਧਰੇ ਦੇ ਵਿੱਚ ਤਾਂ ਇਹਨਾਂ ਨੂੰ ਕੋਈ ਜ਼ੋਰ ਨਹੀਂ। ਟਰੱਕ ਦੇ ਵਿੱਚ ਪਾਵਰਾਂ ਦਾ 500 ਹਾਰਸ ਪਾਵਰ ਦੇ ਇੰਜਨ ਨੇ, ਪਰ ਘੱਟੋ ਘੱਟ ਨੂੰ ਸਪੀਡ ਕੰਟਰੋਲ ਕਰ ਲਓ। ਮੈਂ ਕੋਈ ਇਹ ਚੀਜ਼ਾਂ ਦੇ ਵਿੱਚ ਮੈਂ ਤਾਂ ਦੇਖਿਆ ਵੀ ਆਪਦੀ ਲਾਈਫ ਦੇ ਵਿੱਚ ਇੱਥੇ ਮੇਰੇ ਕੋਲ ਬਹੁਤ ਜ਼ਿਆਦਾ ਮਹਿਫਲਾਂ ਲੱਗਦੀਆਂ ਸੀਗੀਆਂ। ਹੁਣ ਮੈਂ ਇਹ ਕੰਮ ਕਰ ਲਿਆ, ਮੈਂ ਕਿਹਾ ਯਾਰ ਥੋੜਾ ਜਿਹਾ ਬੱਚਿਆਂ ਵਾਸਤੇ ਬਚ ਜਾਈਏ, ਹੋਰ 10 ਸਾਲ ਕੱਢ ਜਾਗੇ। ਹੁਣ ਮੈਂ ਸ਼ਾਮ ਨੂੰ 5 ਵਜੇ ਫੋਨ ਨੂੰ ਪੁੱਠਾ ਕਰ ਦਿੰਦਾ। 5 ਵਜੇ ਤੋਂ ਬਾਅਦ ਇਹ ਚੀਜ਼ ਉਹਦੇ ਨਾਲ ਰਿਲੇਟਡ ਨਹੀਂ ਹੈਗੀ, ਪਰ ਮੈਂ ਤੁਹਾਨੂੰ ਦੱਸਦਾ ਵੀ ਜਿਹੜੀ ਚੀਜ਼ ਬਚਾਉਣੀ ਹੈ ਤੁਹਾਨੂੰ, ਜੇ ਤੁਸੀਂ ਸਪੀਡ ਕੰਟਰੋਲ ਕਰ ਦਿਓਗੇ, ਬੰਨੀ ਹੋਊਗੀ, ਤੁਸੀਂ 1 ਮਿੰਟ ਦਾ ਖੋਲ ਨਹੀਂ ਸਕਦੇ। ਇਹਦਾ ਮਤਲਬ ਤੁਸੀਂ ਆਪਦੀ ਆਦਤ ਤੇ ਵੀ ਕੰਟਰੋਲ ਕਰ ਲਓਗੇ, ਤੁਸੀਂ ਆਪਦੀ ਤੇ। ਜੀ ਪ੍ਰਿਤਪਾਲ ਜੀ ਬਿਲਕੁਲ ਜੀ, ਤੁਸੀਂ ਵੀ ਥੋੜਾ ਜਿਹਾ ਗਾਈਡੈਂਸ ਕਰੋ, ਲੇਟੈਸਟ ਸਪੀਡ ਗਵਰਨਰਸ ਜਿਹੜੇ ਨੇ ਅਸੀਂ ਕਿਵੇਂ ਕਰ ਸਕਦੇ ਜੀ ਸਾਡੀ ਨੌਲੇਜ। ਹਾਂਜੀ, ਦੇਖੋ ਹੁਣ ਦੇਖੋ ਟਰੱਕਿੰਗ ਕੰਪਨੀਆਂ ਦਾ ਦੇਖੋ ਜੀ, ਜਿਹੜੇ ਟਰੱਕਿੰਗ ਕੰਪਨੀਆਂ ਤਾਂ ਮੋਸਟਲੀ ਪ੍ਰੈਫਰ ਕਰਦੀਆਂ, ਹੁਣ ਜਿਹੜੀਆਂ ਸਾਡੇ ਦੇਸੀਆਂ ਦੀਆਂ ਵੀ ਪਹਿਲਾਂ ਚਲੋ ਸੀਗਾ, ਬਟ ਹੁਣ ਪ੍ਰੈਫਰ ਕਰਦੀਆਂ ਕਿ 69 ਦੇ ਉੱਤੇ ਟਰੱਕ ਬੰਨਿਆ ਜਾਵੇ, ਹੈ ਨਾ ਜੀ। 69 ਦੇ ਉੱਤੇ ਬੰਨ ਕੇ ਇਹ ਦੇਖੋ 69 ਮਾਈਲਸ ਪਰ ਆਵਰ ਦੇ ਹਿਸਾਬ ਨਾਲ, ਹਾਂਜੀ, ਪਰ ਆਵਰ ਬੰਨਿਆ, ਉਹਨੂੰ ਗਵਰਨਰਸ ਕੀਤਾ ਜਾਏ, ਗਵਰਨਰ ਬੰਨ ਦਿੱਤਾ ਜਾਵੇ, ਫਿਰ ਉਹ ਚਲੋ 71 ਤੱਕ ਚਲੇ ਜਾਂਦਾ ਟਰੱਕ, ਜੇ 69 ਤੇ ਬੰਨਿਆ ਨਾ ਜੀ। ਤੇ ਪਰ ਪ੍ਰੋਬਲਮ ਇਹ ਆ ਕਿ ਹੁਣ ਮੋਸਟਲੀ ਕੀ ਆ, ਮੁੰਡੇ ਕੀ ਕਰਦੇ, ਚਲੋ ਸਾਲ 1.5 ਸਾਲ ਟਰੱਕ ਸੌਖੇ ਹੋ ਕੇ ਚਲਾਇਆ, ਤੇ ਮੁੜ ਕੇ ਸਾਰਿਆਂ ਦੇ ਵਿੱਚ ਇਹੀ ਕਾਹਲ ਹੁੰਦੀ ਕਿ ਅਸੀਂ ਆਪਣਾ ਟਰੱਕ ਲੈ ਲਈਏ। ਤੇ ਕੰਪਨੀਆਂ ਵੀ ਹੈਲਪ ਕਰਦੀਆਂ ਉਹਦੇ ਚ, ਮਤਲਬ ਕਹਿਣ ਦਾ ਮਤਲਬ ਜਿਵੇਂ ਚੇਨ ਇੱਕ ਜੁੜੀ ਹੁੰਦੀ ਹੈ ਨਾ, ਕੜੀ ਨਾਲ ਕੜੀ, ਨੈਕਸਟ ਟੂ ਨੈਕਸਟ ਤੇ ਪ੍ਰੋਬਲਮਸ ਦੀਆਂ ਜੁੜੀਆਂ ਹੋਈਆਂ ਆਪਸ ਵਿੱਚ, ਹੈ ਨਾ ਜੀ। ਉਹਦਾ ਮੇਨ ਦੇਖੋ, ਜਿੰਨੀਆਂ ਮਰਜ਼ੀ ਡਿਸਕਸ਼ਨਸ ਕਰ ਲਓ, ਮੇਨ ਜਿਹੜੀ ਘੁੰਮਣ ਸਾਹਿਬ ਨੇ ਇੱਕ ਗੱਲ ਕਹੀ ਸੀਗੀ ਕਿ ਮੇਨ ਤਾਂ ਸਪੀਡਿੰਗ ਹੋ ਗਈ। ਦੂਜੀ ਗੱਲ ਹੋ ਗਈ ਭਾਜੀ, ਐਕਸਪੀਰੀਅੰਸ ਤੁਹਾਡਾ ਬਹੁਤ ਜ਼ਰੂਰੀ ਆ। ਅੱਜ ਕੱਲ ਐਕਸਪੀਰੀਅੰਸ ਤੋਂ ਪਹਿਲਾਂ ਹੀ ਨੱਠ ਜਾਂਦੇ ਮੁੰਡੇ ਕਿ ਹਾਂਜੀ ਠੀਕ ਹੈ ਜੀ, ਅਸੀਂ ਤਾਂ ਆਪਣਾ ਹੀ ਚਲਾਉਣਾ, ਸਿੱਖ ਕੇ ਗੱਲ ਨਹੀਂ ਸੁਣਦੇ ਜੀ ਮੇਰੇ ਕੋਲੇ। ਹੁਣ ਦੂਜੀ ਹਾਂਜੀ, ਥਰਡ ਥਿੰਗ ਦੇਖੋ ਜੀ, ਜਿਹੜੀ ਇਹਨਾਂ ਨੇ ਵਰਕਰ ਕੰਪਨਸੇਸ਼ਨ ਇੰਸ਼ੋਰੈਂਸ ਕਹੀ ਆ, ਉਹ ਤੁਸੀਂ ਔਖੇ ਸੌਖੇ ਦੇਖੋ, ਅਸੀਂ ਇੰਨਾ ਕੁਛ ਲੈਨੇ ਕਰਦੇ ਹੋ, ਹੁਣ ਤਾਂ ਕੰਪਨੀਆਂ ਸਪੋਰਟ ਕਰਦੀਆਂ, ਚਲੋ ਠੀਕ ਹੈ ਜੀ, ਅੱਧੀ ਤੁਸੀਂ ਦੇ ਦਿਓ, ਅੱਧੀ ਅਸੀਂ ਦੇ ਦਿਆਂਗੇ। ਕਈ ਵਾਰੀ ਤਾਂ ਕਹਿੰਦੇ ਕਿ 60-70% ਕੰਪਨੀ ਦੇ ਦਿੰਦੀ ਹੈ, 30% ਤੁਸੀਂ ਦੇ ਦਿਓ, ਮਸੀਂ ਮਹੀਨੇ ਦਾ $100-150 ਬਣਦਾ। ਜੀ ਇਹ ਮੇਰੇ ਨਾਲ ਹੋਇਆ ਸੀ, ਮੈਂ ਟਰੱਕ ਤੋਂ ਡਿੱਗ ਗਿਆ, ਮੇਰਾ ਪੈਰ ਫ੍ਰੈਕਚਰ ਹੋ ਗਿਆ, ਮੇਰੀ ਕੰਪਨੀ more than 60% ਪੇ ਕਰਦੀ ਸੀ ਵਰਕਰ ਕੰਪਨਸੇਸ਼ਨ ਜੀ, ਤੇ ਮੇਰੇ ਪੈਰ ਤੇ ਸੱਟ ਲੱਗੀ ਤੇ ਮੇਰੀ ਸਾਰੀ ਸਰਜਰੀ ਦਾ ਖਰਚਾ ਔਰ ਜੋ ਵੀ ਹੈ ਇੰਸ਼ੋਰੈਂਸ ਨੇ ਕਵਰ ਕੀਤਾ। ਮੈਨੂੰ ਇੱਕ ਪੈਨੀ ਵੀ ਨਹੀਂ ਲਾਉਣੀ ਪਈ, ਤੇ ਮੈਨੂੰ ਘਰ ਬੈਠੇ ਨੂੰ ਵੀਕਲੀ ਐਵਰੇਜ ਚੈੱਕ ਮੈਨੂੰ ਆਉਂਦਾ ਰਿਹਾ ਜੀ। ਠੀਕ ਹੈ ਜੀ, ਤੇ ਚਲੋ ਗੱਲ ਇਹ ਮੁੜ ਕੇ ਇਹੀ ਹੋ ਜਾਂਦੀ ਜੀ ਕਿ ਮੁੜ ਕੇ ਗੱਲ ਸਾਰੀ ਇੱਕੋ ਜਗ੍ਹਾ ਤੇ ਮੁੱਕਦੀ ਕਿ ਐਕਸਪੀਰੀਅੰਸ ਜ਼ਰੂਰੀ ਹੈ ਜੀ। ਤੇ ਹੁਣ ਸਾਡੇ ਰੀਸੈਂਟਲੀ ਕੱਲ ਬਹੁਤ ਵੀਡੀਓ ਵਾਇਰਲ ਹੋਈ ਆ, ਪਰਸੋਂ ਸਾਡੇ ਇੱਥੇ ਟਰੱਕ ਵੇਖਿਆ ਜੀ, ਬੜਾ ਧੱਕਾ ਪਾਈਲ ਅਪ ਹੋ ਗਿਆ। ਬਿਲਕੁਲ ਜੀ, ਹਾਂਜੀ। ਹੁਣ ਦੇਖੋ ਉਹ ਮੁੰਡਾ ਜਿਹੜਾ ਸੀ, ਉਹਨੂੰ ਉਹ 6-7 ਸਾਲ ਤੋਂ ਟਰੱਕ ਚਲਾ ਰਿਹਾ ਸੀਗਾ, 6-7 ਸਾਲ ਤੋਂ। ਮਤਲਬ ਐਕਸਪੀਰੀਅੰਸ ਵੀ ਠੀਕ ਆ, ਮਤਲਬ ਤੁਹਾਨੂੰ ਸਿੱਖਣਾ ਜ਼ਰੂਰੀ, ਬਾਕੀ ਤਾਂ ਜਦੋਂ ਆਈ ਹੈ ਜਾਂ ਕੁਝ ਵੀ ਆ ਉਹਨੂੰ ਤਾਂ ਸੈਪਰੇਟ ਇਸ਼ੂ ਛੱਡੋ ਨਾ ਜੀ, ਇਹ ਅਸੀਂ ਆਹੀ ਭਾਣੇ ਮੰਨ ਕੇ ਚੱਲਣ ਲੱਗ ਪਏ ਫਿਰ ਤਾਂ ਸਾਡੇ ਨਹੀਂ ਨਾ। ਹਾਂਜੀ, ਪਰ ਐਕਸਪੀਰੀਅੰਸ ਜਿਹੜਾ ਮੇਨ ਤਾਂ ਗੱਲ ਇਹ ਹੈ ਜੀ ਕਿ ਐਕਸਪੀਰੀਅੰਸ ਲਓ, ਆਪਣਾ 100% ਐਕਸਪੀਰੀਅੰਸ ਲਓ, ਆਪਣੇ ਆਪ ਨੂੰ ਸੇਫ ਕਰਕੇ ਚੱਲੋ। ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਦਾਨੇਵਾਲੀਆ ਸਾਹਿਬ। ਬਾਕੀ ਘੁੰਮਣ ਸਾਹਿਬ ਦੀਆਂ ਜਿਹੜੀਆਂ ਗੱਲਾਂ, ਇਹ ਬਹੁਤ ਐਕਸਪੀਰੀਅੰਸ ਜਿਨ੍ਹਾਂ ਕੋਲ। ਜੀ ਨਹੀਂ ਪ੍ਰਿੰਸੀਪਲ ਸਾਹਿਬ, ਇੱਕ ਮੈਂ ਗੱਲ ਥੋੜੀ ਜਿਹੀ ਹੋਰ ਐਡ ਕਰਨੀ ਚਾਹੁੰਦਾ। ਮੇਰਾ ਛੋਟੀ ਵੀਰ ਗੁੱਸਾ ਨਾ ਕੋਈ ਕਰੇ ਇਸ ਚੀਜ਼ ਦਾ, ਕਈ ਵਾਰੀ ਕੰਪਨੀਆਂ ਰੋਕੀ ਹੈ, ਮੈਂ ਵੀ ਇੱਕ ਟਰੱਕਾਂ ਦਾ ਮਾਲਕ ਆ, ਮੇਰੇ ਕੋਲ ਤਾਂ ਲਾਇਸੈਂਸ ਵੀ ਹੈ ਨਹੀਂਗਾ ਹੁਣ, ਪਰ ਮੈਂ ਵੀ ਲੋਕੀ ਚਲਾਉਂਦੇ ਆ ਮੇਰੇ ਵੀ। ਪਰ ਮੈਂ ਇੱਕ ਚੀਜ਼ ਦੱਸਣੀ ਚਾਹੁੰਦਾ, ਜਿਹੜਾ ਤੁਸੀਂ ਕਿਹਾ ਵੀ 60-40 ਨੋ, ਇਹ 100% ਤੇ ਟਰੱਕ ਦਾ ਜਿਹੜਾ ਹੋਣਾ ਚਾਹੀਦਾ ਹੈ ਉਹ ਮਾਲਕ ਦੀ ਜ਼ਿੰਮੇਵਾਰੀ ਹੈ, ਨਾ ਕਿ ਟਰੱਕ ਡਰਾਈਵਰ ਦੀ ਕੋਈ ਜ਼ਿੰਮੇਵਾਰੀ ਨਹੀਂ। ਇਹ ਅਮਰੀਕਾ ਦੇ ਕਾਨੂੰਨ ਦੇ ਹਿਸਾਬ ਨਾਲ ਬਿਲਕੁਲ। ਮੇਰੇ ਸਹੁਰਿਆਂ ਦਾ ਬੰਦਾ ਮੇਰਾ ਇੱਕ ਖਾਸ ਰਿਸ਼ਤੇਦਾਰ, ਮੇਰਾ ਟਰੱਕ ਕਲੋਰਾਡੋ ਚ ਵੱਢ ਕੇ ਕੱਢਿਆ ਸੀ ਉਹਨੂੰ, ਜਰਕ ਤੋਂ ਸ਼ਾਇਦ ਕੋਈ ਨਾਂ ਸੁਣਦਾ ਹੋਵੇ, ਗੋਗੀ ਰਿਸ਼ਪਾਲ ਸਿੰਘ। ਉਹ ਜਦੋਂ ਮੇਰਾ ਟਰੱਕ ਵੱਢ ਕੇ ਕੱਢਿਆ, ਮੇਰੇ ਕੋਲ ਵਰਕਮੈਨ ਸੀਗੀ, ਤੇ ਉਹਨੂੰ ਮੈਨੂੰ ਤਾਂ ਇਹ ਵੀ ਨਹੀਂ ਪਤਾ, ਮੈਨੂੰ ਉਹਨੇ ਇਹ ਵੀ ਕਿਹਾ, ਕਹਿੰਦਾ ਭਾਜੀ, ਕਹਿੰਦਾ ਵੀ ਮੈਂ ਤੁਹਾਨੂੰ ਥੋੜਾ ਨੁਕਸਾਨ ਬਹੁਤ ਹੋ ਗਿਆ, ਮੈਂ ਤੁਹਾਨੂੰ ਪੇ ਕਰ ਦੂਗਾ, ਵਾਪਸ ਵੱਧ ਵੱਧ ਕਰ ਲਾਂਗੇ। ਮੈਂ ਕਿਹਾ ਗੋਗੀ, ਮੈਂ ਕਿਹਾ ਮੇਰਾ ਕੋਈ ਹੱਕ ਨਹੀਂ ਨਾ ਪੈਸਿਆਂ ਤੇ, ਇਹ ਤੈਨੂੰ ਵੱਢ ਕੇ ਕੱਢਿਆ, ਇਹ ਤੇਰਾ ਹੱਕ ਹੈ, ਮੈਂ ਇਸੇ ਕਰਕੇ ਪੇ ਕਰਦਾ। ਇਹ ਜਿਹੜੀ ਠੀਕ ਆ, ਜੇ ਆਪਦੇ ਸ਼ੌਂਕ ਨੂੰ ਕਿਸੇ ਨੇ W2 ਜਾਂ ਉਹ ਲੈਣਾ ਹੈਗਾ 1099 ਉਹ ਲੈ ਲੈ, ਉਹ ਬੰਦੇ ਦੀ ਜ਼ਿੰਮੇਵਾਰੀ ਆ। ਚਲੋ ਜੇ ਕੋਈ ਨਹੀਂ ਕਰਾਉਂਦਾ ਜਾਂ ਤੁਹਾਨੂੰ ਪੈਸੇ ਤਨਖਾਹ ਵੱਧ ਦੇ ਰਿਹਾ, ਫਿਰ ਤੁਸੀਂ ਉਹਦਾ ਕਰ ਲਓ 50-50 ਜਿੰਨਾ ਵੀ ਕਰਨਾ ਹੈ। ਪਰ ਇਹ ਮੈਂ ਦੱਸਣਾ ਚਾਹੁੰਦਾ ਵੀ ਸਾਡਾ ਕੰਪਨੀ ਹੈ, ਸਾਡੀ ਜ਼ਿੰਮੇਵਾਰੀ ਹੈ, ਨਾ ਕਿ
ਟਰੱਕ ਚਲਾਉਣ ਵਾਲੇ ਬੰਦੇ ਦੀ ਜ਼ਿੰਮੇਵਾਰੀ ਹੈ। ਜੇ ਸਾਨੂੰ ਦਾਨੇ ਵਾਲੇ ਸਾਹਿਬ ਜੇ ਇਹ ਸੁੱਖੀ ਚਾਹੁੰਦਾ ਨਾ ਮੇਰੇ ਮੁੰਡੇ ਕੋਲ ਟੈਸਲਾ ਹੋਵੇ 1.25 ਲੱਖ ਦੀ, ਤੇ ਜਿਹੜਾ ਟਰੱਕ ਚਲਾਉਂਦਾ ਜਿਨ੍ਹਾਂ ਦੀ ਬਦੌਲਤ ਅਸੀਂ ਇੱਥੇ ਬੈਠੇ ਹਾਂ, ਤੇ ਉਹਨਾਂ ਦਾ ਕੋਈ ਹੱਕ ਨਹੀਂ ਹੈਗਾ। ਉਹਨਾਂ ਦੇ ਬੱਚਿਆਂ ਨੂੰ ਵੀ ਉਦੋਂ ਵਧੀਆ ਚਾਹੀਦੀਆਂ ਨੇ ਮੇਰੇ ਹਿਸਾਬ ਨਾਲ। ਬਿਲਕੁਲ ਸਾਡੇ ਅਸੀਂ ਥੋੜੇ ਘੱਟ ਵੱਜ ਜਾਣਗੇ, ਘੱਟੋ ਘੱਟ ਉਹਨਾਂ ਜਿਨ੍ਹਾਂ ਦੀ ਬਦੌਲਤ। ਮੈਂ ਜਦੋਂ ਪਲਾਂਜ ਗੁਰੂ ਘਰ ਇੱਥੇ ਅਖੰਡ ਪਾਠ ਕਰਾਉਂਦਾ ਸੀ, ਸਭ ਤੋਂ ਪਹਿਲਾਂ ਬਦਰਾਜ ਗ੍ਰੰਥੀ ਨੂੰ ਮੈਂ ਇਹ ਕਹਿਣਾ ਹੁੰਦਾ ਸੀ, ਮੇਰੀ ਅਰਦਾਸ ਬਾਅਦ ਚ ਕਰੀ, ਪਹਿਲਾਂ ਮੇਰੇ ਸਟਾਫ ਦੀ ਕਰ। ਜੀ ਜੀ। ਸੋ ਇਹ ਸਾਨੂੰ ਆਪ ਨੂੰ ਇਸ ਕਰਕੇ ਬਹੁਤ ਜ਼ਰੂਰੀ ਆ ਵੀ ਜਿਹੜੇ ਮੁੰਡੇ ਕੰਮ ਕਰਦੇ ਆ, ਹਾਂ ਠੀਕ ਆ, ਸਪੀਡਿੰਗ ਕੀ ਹੱਲ ਹੈ ਇਹਦਾ? ਕੋਈ ਹੱਲ ਨਹੀਂ। ਨਾਲੇ ਕੰਪਨੀਆਂ, ਮੈਂ ਅਲਬਰਟ ਸਮੇਂ ਕੰਮ ਕਰਦਾ 25-30 ਸਾਲ ਤੋਂ, ਮੈਨੂੰ ਪਤਾ ਜਦੋਂ ਵੀ ਟਰੱਕ ਸਾਡਾ ਲੇਟ ਹੁੰਦਾ ਸੀ, ਕਹਿੰਦੇ ਸਾਡਾ ਟਰੱਕ ਲੇਟ ਹੋ ਗਿਆ, ਆਹ ਕਾਰਨ ਆ। ਕਾਰਨ ਵੈਲਿਡ ਝੂਠ ਨਾ ਬੋਲੋ ਵੀ ਕੋਈ ਮੇਰੀ ਬੇਟਾ ਸੁੱਕੀ ਜੀ, ਸਾਡੇ ਕੋਲ ਇੱਕ ਬੰਦਾ ਲਾਇਸੈਂਸ। ਬਿਲਕੁਲ ਸੁੱਕੀ ਜੀ, ਮੈਂ ਇੱਕ ਲਾਸਟ ਰਿਕੁਐਸਟ ਤੁਹਾਨੂੰ ਕਰਨਾ ਚਾਹੁੰਦਾ। ਦੇਖੋ ਸਾਡੇ ਨੌਜਵਾਨ ਮੁੰਡੇ, ਇਹਨਾਂ ਕੋਲੇ ਜਾਣਕਾਰੀ ਦੀ ਬੜੀ ਘਾਟ ਆ, ਫਿਰ ਵੀ ਬੱਚੇ ਨੇ ਮਿਸਗਾਈਡ ਹੋ ਜਾਂਦੇ ਨੇ ਇਹ। ਪਰ ਮੈਂ ਇੱਕ ਚਾਹਾਂਗਾ ਕਿ ਕਿਤੇ ਨਾ ਕਿਤੇ ਅਸੀਂ ਸਾਂਝੇ ਤੌਰ ਦੇ ਉੱਤੇ ਸਾਰੀਆਂ ਇਨਫੋਰਮੇਸ਼ਨ ਦਾ ਇੱਕ ਇਹੋ ਜਿਹਾ ਪੋਰਟਲ ਹੋਵੇ, ਚਲੋ ਨਹੀਂ ਤਾਂ ਰੇਡੀਓ ਪੰਜਾਬ ਟੂਡੇ ਉਹ ਪੋਰਟਲ ਪ੍ਰੋਵਾਈਡ ਕਰ ਦੇਗਾ ਕਿ ਕੋਈ ਵੀ ਸਾਡਾ ਸੱਜਣ ਮਿੱਤਰ, ਸਾਡਾ ਟਰੱਕ ਵੀਰ ਡਰਾਈਵਰ ਜਿਹੜਾ ਨਵਾਂ ਆਉਂਦਾ, ਉਹਨੂੰ ਕੋਈ ਜਾਣਕਾਰੀ ਆ, ਕੋਈ ਇਹੋ ਜਿਹੀਆਂ ਜਾਣਕਾਰੀਆਂ ਦਾ ਸਾਨੂੰ ਭੰਡਾਰ ਮੁਹੱਈਆ ਕਰਾ ਦਿਓ, ਅਸੀਂ ਵੈਬਸਾਈਟ ਦੇ ਉੱਤੇ ਪਾ ਦਈਏ ਕਿ ਭਾਈ ਆਹ ਚੀਜ਼ਾਂ ਕਰ ਲਓ, ਇੱਥੋਂ ਆਹ ਚੀਜ਼ ਮਿਲਦੀ ਆ, ਆਹ ਸੱਜਣ ਮਿੱਤਰ ਜਿਹੜੇ ਨੇ ਤੁਹਾਨੂੰ ਗਾਈਡੈਂਸ ਦੇ ਸਕਦੇ ਆ। ਮੈਂ ਇਹ ਵੀ ਚਾਹੁੰਦਾ ਕਿ ਕਈ ਸੱਜਣ ਜਿਹੜੇ ਨੇ ਵਲੰਟਰੀ ਤੌਰ ਦੇ ਉੱਤੇ, ਸਾਡੇ ਨੌਜਵਾਨ ਬੱਚੇ ਜਿਹੜੇ ਆ ਰਹੇ ਨੇ, ਉਹਨਾਂ ਨੂੰ ਵਲੰਟਰੀ ਤੌਰ ਦੇ ਉੱਤੇ ਕੋਈ ਗਾਈਡੈਂਸ ਦੇਣਾ ਚਾਹੁੰਦੇ ਟਰੱਕ ਡਰਾਈਵਿੰਗ ਦੀ, ਪਲੀਜ਼ ਉਹ ਨੰਬਰ ਮੈਨੂੰ ਭੇਜ ਦੇਣ, ਮੈਂ ਵੈਬਸਾਈਟ ਤੇ ਜ਼ਰੂਰ ਪਾ ਦਿਆਂਗਾ। ਇਹੋ ਜਿਹਾ ਆਪਾਂ ਕੁਝ ਕਰੀਏ ਜੀ ਸਾਡੇ ਬੱਚਿਆਂ ਨੂੰ ਬਚਾਉਣ ਦੇ ਲਈ। ਨਹੀਂ ਉਹ ਵੀ ਆਪਾਂ ਕਰ ਲਾਂਗੇ, ਜਿਵੇਂ ਹੁਣ ਰੇਡੀਓ ਪ੍ਰੋਗਰਾਮ ਤੇ ਕਦੇ ਕਦੇ ਦੱਸ ਦਿਆ ਕਰੋ, ਜਿੰਨਾ ਹੁਣ ਜਿਵੇਂ ਪ੍ਰਿੰਸੀਪਲ ਸੇ ਹੋਰ ਜਿਹੜੇ ਮੁੰਡੇ ਆਉਂਦੇ ਆ ਬੜੇ ਸਾਡੇ ਨਾਲ, ਹੁਣ ਮੈਂ 60 ਕ੍ਰਾਸ ਕਰ ਗਿਆ, ਮੇਰੇ ਨਾਲ ਤਾਂ ਬਹੁਤ ਜ਼ਿਆਦਾ ਮੁੰਡਿਆਂ ਕੋਲ ਜ਼ਿਆਦਾ, ਕਈਆਂ ਕੋਲ ਐਕਸਪੀਰੀਅੰਸ ਜ਼ਿਆਦਾ ਹੈਗਾ। ਮੈਂ ਇਹ ਨਹੀਂ ਕਹਿੰਦਾ ਹੈਗਾ ਵੀ ਲੌਗ ਬੁੱਕਾਂ ਨੇ ਜਿਹੜੀਆਂ ਪ੍ਰੋਪਰ 13-14 ਘੰਟੇ ਟਰੱਕ 11 ਘੰਟੇ ਚਲਾ ਲਿਆ, ਬਹੁਤ ਥੋੜਾ ਤਾਂ 600-700 ਮੀਲ ਨਿਕਲ ਜਾਂਦਾ ਹੈ। ਬਾਕੀ ਦੂਜੀ ਗੱਲ ਹੈ ਜਿਹੜੀ ਆਪਾਂ ਜਦੋਂ ਵੀ ਮੈਂ ਪਹਿਲਾਂ ਵੀ ਦੱਸਿਆ, ਹੁਣ ਵੀ ਮੈਂ ਜਾਣਾ, ਮੈਂ ਮੇਰਾ ਕੰਮ ਵੱਲ ਵੀ ਜਾਣਾ ਪੈਣਾ ਮੈਨੂੰ, ਤਾਂ ਹੁਣ ਇਜਾਜ਼ਤ ਦਿਓ। ਬਸ ਲੈਣਾ ਜੀ, ਹੋ ਗਿਆ ਸਮਾਂ। ਹਾਂਜੀ ਹਾਂਜੀ। ਬਹੁਤ ਮਾੜੀ ਗੱਲ ਹੋਈ ਆ ਕੱਲ ਦੀ। ਇੱਕ ਮੁੰਡਾ ਮਨਜੀਤ ਕਿਸੇ 2 ਮੈਕਸੀਕਨ ਬੱਚਿਆਂ ਨੂੰ ਬਾਹਰੋਂ ਹਾਂਜੀ ਹਾਂਜੀ, ਉਹ ਵੀ ਅਸੀਂ ਸਲੂਟ ਕਰਦੇ ਹਾਂ ਜੀ ਮਨਜੀਤ ਨੂੰ। ਬਿਲਕੁਲ ਹਾਂਜੀ। ਹਾਂ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ, ਮਤਲਬ ਬੱਚਿਆਂ ਨੂੰ ਮੈਂ ਇਹ ਕਹਿੰਦਾ ਵੀ 1 ਸਾਲ ਟਰੱਕ, ਜੇ 2 ਸਾਲ 1 ਸਾਲ 'ਚ ਟਰੱਕ ਚਲਾਓ ਕਿਸੇ ਦੇ ਨਾਲ, ਦੂਜਾ ਸਾਲ ਇਕੱਲਾ ਚਲਾ ਲਓ। ਜੇ ਤੁਸੀਂ 2 ਸਾਲਾਂ ਬਾਅਦ ਆਪਦਾ ਟਰੱਕ ਨਹੀਂ ਲੈਂਦੇ ਤਾਂ ਸਮਥਿੰਗ ਤੁਹਾਡੇ 'ਚ ਰੌਂਗ ਆ। ਟਰੱਕ ਚਲਾਓ ਪਰ ਉਹਦੇ ਕਾਨੂੰਨ ਤੇ ਦਾਇਰੇ 'ਚ ਲੈ ਕੇ ਚਲਾਓ। ਤੇ ਮੇਰਾ ਤਾਂ ਇਹੀ ਮੈਸੇਜ ਆ ਸਾਰਿਆਂ ਨੂੰ। ਮਿਹਰਬਾਨੀ ਜੀ, ਮਿਹਰਬਾਨੀ ਸੁੱਖੀ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇਜਾਜ਼ਤ ਧੰਨਵਾਦ। ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ, ਧੰਨਵਾਦ ਤੁਹਾਡਾ। ਮੇਰੇ ਨੂੰ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗਲਤੀ ਹੋਵੇ ਤਾਂ ਮਾਫ ਕਰਨਾ ਜੀ ਜੀ। ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। WhatsApp ਕਾਲ ਜੀ, ਮੈਨੂੰ ਲੱਗਦਾ ਕਾਲ ਮਿਸ ਹੋ ਗਈ ਸੀਗੀ ਜੀ ਤੁਹਾਡੀ, ਮਾਫੀ ਚਾਹਾਂਗਾ। ਮੈਂ ਤੁਹਾਨੂੰ ਕਨੈਕਟ ਕੀਤਾ ਜੀ। ਜੀ ਉਹ ਹਾਂਜੀ, ਮੈਂ ਤਾਂ ਪ੍ਰੋਗਰਾਮ ਖਤਮ ਤਾਂ ਨਹੀਂ ਹੋਇਆ? ਨਹੀਂ ਨਹੀਂ, ਕੈਰੀ ਔਨ ਹੈ ਜੀ, ਮੈਨੂੰ ਅੱਜ ਕੋਈ ਪ੍ਰੋਬਲਮ ਨਹੀਂ। ਤੁਸੀਂ ਆਪਣੇ ਵਿਚਾਰ ਸਾਂਝੇ ਕਰੋ, 10 ਮਿੰਟ ਹੋਰ ਵਧਾ ਲਾਂਗੇ, ਏਡੀ ਕੋਈ ਗੱਲ ਨਹੀਂ। ਆਪਣਾ ਕਿਹੜਾ ਇੱਥੇ ਡੀਜ਼ਲ ਲੱਗਦਾ ਜੀ। ਹਾਂਜੀ ਚਲੋ ਠੀਕ ਹੈ ਜੀ। ਓਕੇ, ਮੈਂ ਇਧਰੋਂ ਵਰਜੀਨੀਆ ਦੇ ਅਮਨਦੀਪ ਬੋਲਦਾ ਜੀ। ਆਹ ਰੀਜ਼ਨ ਆਪਣੀ ਹੁਣ ਤੁਹਾਨੂੰ ਥੋੜੀ ਜਿਹੀ ਨਾ, ਇੱਕ ਆਪਾਂ ਨੂੰ ਥੋੜੀ ਜਿਹੀ ਆਪਣੀ ਪੜ੍ਹਨ ਦੀ ਵੀ ਆਦਤ ਘਟੀ ਵੀ ਆ ਲੋਕਾਂ ਦੀ। ਜਦੋਂ ਹੁਣ ਆਪਾਂ ਲਾਇਸੈਂਸ ਲੈਨੇ ਆ, ਉਹਦੇ ਬੁੱਕ ਲੈਂਦੇ ਆ ਤੁਹਾਨੂੰ ਰਾਤ ਨਾਲ ਸਾਰੀ, ਬਿਲਕੁਲ। ਅੱਛਾ ਜੀ। ਬੁੱਕ ਦੇ ਵਿੱਚ ਸਾਰਾ ਕੁਝ ਹੈਗਾ ਹਾਂਜੀ, ਪੜ੍ਹਨ ਨੂੰ, ਸਾਰੀ ਡਿਟੇਲ, ਇੱਕ ਗੱਲ ਵੀ ਤੁਸੀਂ ਪੜ੍ਹ ਕੇ ਟੈਸਟ ਦਿਓਗੇ ਨਾ, ਠੀਕ ਹੈ, ਉਹ ਹੋ ਜਾਂਦੀ ਥਿਊਰੀ। ਉਦੋਂ ਮਗਰੋਂ ਤੁਸੀਂ ਬੁੱਕ ਨਾਲ ਰੱਖ ਕੇ ਪ੍ਰੈਕਟੀਕਲ ਦੇ ਵਿੱਚ, ਆਪਾਂ ਹੁਣ ਸਕੂਲਾਂ ਦੇ ਵਿੱਚ ਥਿਊਰੀ ਪ੍ਰੈਕਟੀਕਲ ਕਰਦੇ ਹੀ ਰਹੇ ਆ ਨਾ। ਜੀ 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 ਜੀ। ਕਿਸੇ ਨੂੰ ਪੁੱਛਣ ਦੀ ਲੋੜ ਵੀ ਨਹੀਂ। ਠੀਕ ਹੈ, ਐਕਸਪੀਰੀਅੰਸ ਚਲੋ ਠੀਕ ਹੈ, ਉਹ ਵੀ ਜ਼ਰੂਰੀ ਹੈ। ਐਕਸਪੀਰੀਅੰਸ ਬੰਦੇ ਦਾ ਹੁੰਦਾ, ਉਹ ਦੱਸ ਦਿੰਦਾ, ਜਿਹੜਾ ਰੋਡ ਦੀਆਂ ਕੰਡੀਸ਼ਨਾਂ ਵੱਖਰੀਆਂ ਹੁੰਦੀਆਂ, ਪਰ ਮੈਕਸੀਮਮ ਚੀਜ਼ਾਂ ਇਹਨਾਂ ਨੇ ਉਹ ਕਿਤਾਬਾਂ ਵਿੱਚ ਲਿਖ ਕੇ ਪਾਈਆਂ ਹੋਈਆਂ। ਸਿਰਫ ਪੜ੍ਹਨ ਦੀ ਲੋੜ ਆ ਵੀ ਤੁਸੀਂ ਜਾ ਕੇ ਬੁੱਕ ਪੜ੍ਹੋ, ਟੈਸਟ ਦਿਓ। ਟੈਸਟ ਵੀ ਇਹਨਾਂ ਨੇ ਉਸ ਹਿਸਾਬ ਨਾਲ ਡਿਜ਼ਾਈਨ ਕੀਤੇ ਹੋਏ ਵੀ ਤੁਹਾਨੂੰ ਉਹ ਤੁਹਾਡੇ ਕੰਮ ਦੇ ਕੁਐਸਚਨ ਹੀ ਉਹਨਾਂ ਨੇ ਪੁੱਛਣੇ ਉਹਦੇ ਵਿੱਚ। ਜੀ ਜੀ, ਠੀਕ ਹੈ। ਆਪਣੇ ਹੁਣ ਕੀ ਹੁੰਦਾ ਜੀ, ਮੈਂ ਚਲੋ ਆਹ ਗੱਲ ਹੁਣ ਤੁਹਾਨੂੰ ਸ਼ਾਇਦ ਲੱਗ ਗਈ ਕਿਸੇ ਨੂੰ, ਇੱਥੇ ਨਾ ਜੀ ਪੰਜਾਬੀ 'ਚ ਟੈਸਟ ਹੁੰਦੇ ਆ। ਅੱਛਾ ਜੀ। ਤੇ ਨਕਲ ਮਾਰ ਕੇ ਟੈਸਟ ਹੁੰਦੇ ਆ। ਅੱਛਾ, ਦੱਸੋ। ਐਕਸਪੀਰੀਅੰਸ, ਰੋਡ ਐਕਸਪੀਰੀਅੰਸ ਵੱਖਰੀ ਗੱਲ ਆ, ਥਿਊਰੀ ਵੱਖਰੀ ਗੱਲ ਆ। ਉਹਦੇ ਵਿੱਚ ਹਰੇਕ ਚੀਜ਼, ਇੱਕ ਪਾਰਟ ਟਰੱਕ ਦਾ ਮੈਂਸ਼ਨ ਹੈ। ਅੱਛਾ ਜੀ। ਤੁਸੀਂ ਪੜ੍ਹ ਲਓ ਸਾਰਾ ਕੁਝ, ਤੁਹਾਨੂੰ ਲੋੜ ਹੀ ਨਹੀਂ ਪੈਣੀ ਕਿਸੇ ਨੂੰ ਪੁੱਛਣ ਦੀ ਜਾਂ ਕਿਸੇ ਤੋਂ ਕਰਨ ਦੀ। ਜਦੋਂ ਤੂੰ ਡਰਾਈਵਰ ਆ, ਜਿਹੜੀਆਂ ਵੱਡੀਆਂ, ਚਲੋ ਫਿਰ ਵੀ ਅਮਨਦੀਪ, ਮੈਂ ਇੱਕ ਚੀਜ਼ ਕਹਿੰਦਾ ਕਿ ਹੁਣ ਦੇਖੋ ਮੇਰੇ ਕੋਲੇ ਬੱਚੇ ਆਉਂਦੇ ਨੇ, MIT ਯੂਨੀਵਰਸਿਟੀ, ਕਿੱਡੀ ਵੱਡੀ ਯੂਨੀਵਰਸਿਟੀ ਹੈ ਨੋਇਡਾ ਦੀ, ਉਹ ਉੱਥੋਂ ਜਰਨਲਿਜ਼ਮ ਕਰਕੇ ਆਉਂਦੇ, ਇੱਥੇ ਆ ਕੇ ਮੈਂ ਦੇਖਦਾ ਕੁਝ ਵੀ ਨਹੀਂ ਹੁੰਦਾ ਉਹਨਾਂ ਕੋਲੇ।
ਮੈਨੂੰ ਸਾਰੀ ਚੀਜ਼ ਸਮਝਾਉਣੀ ਪੈਂਦੀ ਹੈ ਜਿਹੜਾ ਓਕੇ ਉਹ ਗੱਲ ਮੈਂ ਜਾਇਜ਼ ਹੈ ਜੀ ਤੁਹਾਡੀ ਬਿਲਕੁਲ। ਰੋਡ ਦੇ ਉੱਤੇ ਕੰਡੀਸ਼ਨਾਂ ਜਾਂ ਆਪਾਂ ਫੀਲਡ ਦੇ ਵਿੱਚ ਜਾਂਦੇ ਬਿਲਕੁਲ ਬਹੁਤ ਡਿਫਰੈਂਟ ਹੈ। ਤੁਹਾਡਾ ਜਿਹੜਾ ਸਿਸਟਮ ਹੈ ਨਾ ਜੀ, ਤੁਹਾਡਾ ਜਰਨਲਿਜ਼ਮ ਦਾ ਡਿਫਰੈਂਟ ਆ ਗਿਆ। ਇਹ ਤਾਂ ਇਹਨਾਂ ਨੇ ਜਦੋਂ ਤੁਸੀਂ ਉਹਨੂੰ ਪ੍ਰੋਫੈਸ਼ਨਲ ਡਰਾਈਵਰ ਕਹਿਤਾ ਹੈ, ਤੁਸੀਂ ਪ੍ਰੋਫੈਸ਼ਨਲ ਹੈ, ਇਟ ਮੀਨਸ ਵੀ ਤੁਸੀਂ ਦੂਸਰੇ ਡਰਾਈਵਰਾਂ ਦੇ ਨਾਲੋਂ ਵੱਖਰੇ ਆ ਜੀ। ਤੁਸੀਂ ਜਿਹੜੇ ਕਾਰ ਵਾਲੇ ਡਰਾਈਵਰ ਨਾਲੋਂ ਵੱਖਰੇ ਪ੍ਰੋਫੈਸ਼ਨਲ, ਤੁਹਾਨੂੰ ਨਾ ਤਾਂ ਕਿਹਾ ਗਿਆ ਵੀ ਕਾਰ ਵਾਲੇ ਨੇ ਨਹੀਂ ਬਚਾਉਣਾ, ਤੁਸੀਂ ਖੁਦ ਨੂੰ ਬਚਾਉਣਾ। ਇਹ ਤਾਂ ਪੂਰੀ ਕਹਾਵਤ ਹੈ ਜੀ, ਬਚਾਓ ਵਿੱਚ ਹੀ ਬਚਾਓ ਹੈ। ਇਹ ਤਾਂ ਪਹਿਲੇ ਦਿਨ ਤੋਂ ਹੀ ਨਹੀਂ ਤੁਸੀਂ ਮੈਂ ਉਹ ਗੱਲ ਉਹੀ ਕਹਿ ਰਿਹਾ ਨਾ, ਪ੍ਰੋਫੈਸ਼ਨਲ ਡਰਾਈਵਰ ਦਾ ਮਤਲਬ ਕੀ ਹੈ? ਇਹੀ ਹੈ ਵੀ ਤੁਸੀਂ ਖੁਦ ਆਪ ਨੂੰ ਵੀ ਬਚਾਉਣਾ ਤੇ ਅੱਗੇ ਜਿਹੜਾ ਤੁਹਾਡੇ ਕਾਰ ਵਾਲਾ ਜਾਂ ਬ੍ਰੇਕ ਲੱਗ ਰਹੀ ਤੁਸੀਂ ਉਹਨੂੰ ਵੀ ਬਚਾਉਣਾ। ਪਾਇਲਟ ਨਹੀਂ ਹੁੰਦਾ ਜਹਾਜ਼ ਦਾ ਜੀ, 350 400 ਬੰਦਾ ਲੈ ਕੇ ਓਸ਼ਨ ਕਲੀਅਰ ਕਰਦਾ, ਉਹ ਪ੍ਰੋਫੈਸ਼ਨਲ ਲਾਈਕ ਮੀਨ। ਉਹੀ ਚੀਜ਼ ਸੇਮ ਇੱਥੇ 80,000 ਪਾਉਂਡ ਦੇ ਉੱਤੇ ਸਾਰਾ ਕੁਝ ਕਿਤਾਬਾਂ 'ਚ ਲਿਖਿਆ ਹੋਇਆ, ਆਪਣੇ ਲੋਕ ਪੜ੍ਹਦੇ ਨਹੀਂ ਗੇ ਬਸ ਦੈਟਸ ਇਟ। ਉਹਨੇ ਦੱਸਤਾ ਜੀ ਫਲਾਣੇ ਨੇ ਦੱਸਤਾ, ਠੀਕ ਆ, ਲੋਕਾਂ ਤੋਂ ਪੁੱਛ ਲਓ, ਕੁਝ ਕਾਵ ਦਾ ਵੀ ਖੋਪੜ ਵਰਤ ਲਓ, ਉਹਦੇ ਵਿੱਚ ਕੀ ਲਿਖਿਆ ਹੋਇਆ ਪੜ੍ਹ ਲਓ, ਪੜ੍ਹ ਕੇ ਟੈਸਟ ਦੇ ਦਿਓ। ਕਿੱਡੀ ਗੱਲ ਆ, ਤੁਹਾਨੂੰ ਅੰਗਰੇਜ਼ੀ ਪੰਜਾਬੀ 'ਚ ਟੈਸਟ ਹੁੰਦੇ ਆ, ਪੰਜਾਬੀ 'ਚ ਉੱਥੇ ਸਾਰਾ ਕੈਲੀਫੋਰਨੀਆ ਦੇ ਵਿੱਚ ਸਾਰਾ ਪੰਜਾਬੀ 'ਚ ਵੀ ਹੁੰਦਾ। ਤੁਸੀਂ ਮਤਲਬ ਪੰਜਾਬੀ 'ਚ ਪੜ੍ਹ ਕੇ ਟੈਸਟ ਦਿਓਗੇ, ਜਦੋਂ ਤੁਸੀਂ ਪ੍ਰੈਕਟੀਕਲ ਫੀਲਡ ਦੇ ਵਿੱਚ ਆਓਗੇ ਤੁਹਾਨੂੰ ਸਾਰਾ ਕੁਝ ਸਮਝ ਆ ਜਾਣੀ ਆ ਵੀ ਹਾਂ ਯਾਰ ਆਹ ਮੈਂ ਉੱਥੇ ਪੜ੍ਹਿਆ ਸੀ। ਬੰਦਾ ਬਾਲੀ ਗੱਲ ਨਿੱਕੀ ਜਿਹੀ ਕਿਤਾਬ ਹੈ ਜੀ, ਉਹ ਨਾਲ ਰੱਖ ਲਓ ਟਰੱਕ ਦੇ ਵਿੱਚ। ਹਾਂ ਬਿਲਕੁਲ ਠੀਕ ਹੈ। ਸੋ ਬਹੁਤ ਬਹੁਤ ਮਿਹਰਬਾਨੀ ਬਾਈ ਜੀ ਤੁਹਾਡੀ, ਤੇ ਮੈਂ ਮਾਫੀ ਚਾਹੂੰਗਾ ਜੀ ਕਿਉਂਕਿ ਮੇਰਾ ਜੀ ਤਾਂ ਕਰਦਾ ਸੀਗਾ ਕਿ ਭਾਵੇਂ ਤੁਸੀਂ ਮੇਰੇ ਨਾਲ ਗੱਲਾਂ ਕਰੀ। ਚਲੋ ਬਾਈ ਜੀ ਬਰੈਂਪਟਨ ਤੋਂ ਗੁਰਬੀਤ ਮਾਨ ਜੀ ਦਾ ਫੋਨ ਆ ਗਿਆ। ਗੁਰਦੀਪ ਮਾਨ ਜੀ ਸਤਿ ਸ੍ਰੀ ਅਕਾਲ ਜੀ, ਬਰੈਂਪਟਨ ਤੋਂ ਤੁਸੀਂ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ ਦਾਨਾਲੇ ਸਾਹਿਬ, ਬਹੁਤ ਵਧੀਆ ਚੱਲ ਰਿਹਾ ਸਾਡਾ ਪ੍ਰੋਗਰਾਮ ਟਾਕ ਸ਼ੋ ਜੀ। ਵੈਲਕਮ ਜੀ ਵੈਲਕਮ। ਮੈਂ ਇਹੀ ਕਹਿਣਾ ਸੀਗਾ ਜੀ, 15-16 ਸਾਲ ਹੋ ਗਏ ਸਾਨੂੰ ਚਲਾਉਂਦੇ ਨੂੰ ਟਰੱਕ ਜੀ ਇੱਥੇ। ਮੈਨੂੰ ਤੇ ਸਿਰਫ ਇੱਕ ਕਦੀ ਸਪੀਡ ਕੰਟਰੋਲ ਕਰ ਲੈ ਬੰਦਾ ਤੇ ਡਿਸਟੈਂਸ ਮੂਹਰੋਂ ਜੀ, ਤੁਹਾਡਾ ਕਦੇ ਐਕਸੀਡੈਂਟ ਨਹੀਂ ਹੁੰਦਾ ਜੀ। ਬਿਲਕੁਲ ਬਿਲਕੁਲ। ਦੇਖੋ ਇਹ ਤਾਂ ਸਾਰੀ ਕਹਾਵਤ ਹੈ ਕਿ ਸਪੀਡ ਤੇ ਧਿਆਨ, ਤੇ ਇਹ ਦੋ ਚੀਜ਼ਾਂ ਦਾ ਰੱਖ ਲਓ ਬਸ। ਬਾਕੀ ਹੁਣ ਜਿਹੜੇ ਟਰੱਕ ਨਵੇਂ ਆਏ ਨੇ ਆਟੋਮੈਟਿਕ, ਉਹਨਾਂ 'ਚ ਸਾਰਾ ਕੁਝ ਸਿਸਟਮ ਬਹੁਤ ਵਧੀਆ ਹੈਗਾ ਜੀ। ਰਡਾਰ ਸਿਸਟਮ ਮੂਹਰੇ ਲੱਗਿਆ ਹੈਗਾ, ਤੁਸੀਂ ਟਰੱਕ ਤੁਹਾਡਾ ਉੱਦਾਂ ਹੀ ਨਹੀਂ ਜਾਂਦਾ ਹੈਗਾ। ਬਾਕੀ ਤੁਹਾਡੀ ਸਪੀਡ ਬੰਨੀ ਹੋਈ ਹੈ ਟਰੱਕ ਦੀ, ਤੁਸੀਂ ਭਜਾ ਹੀ ਨਹੀਂ ਸਕਦੇ ਇਹਨੂੰ। ਟਰੱਕ ਨੂੰ ਬਣਾ ਲਓ ਪਹਿਲਾਂ ਤਾਂ ਜੀ। ਤੁਹਾਡੀ ਜਿਵੇਂ ਸਾਡਾ ਇੰਟੋਰੀਅਰ ਜਿਹੜਾ ਹੈਗਾ 65 ਤੇ ਬੰਨੇ ਹੋਏ ਨੇ ਟਰੱਕ, ਉਹਦੇ ਉੱਪਰ ਜਾਂਦਾ ਹੀ ਨਹੀਂ ਹੈਗਾ। ਜੇ ਕੋਈ ਤੁਹਾਡੇ ਬਰਾਬਰ ਆਈ ਜਾਂਦਾ ਹੈਗਾ, ਪੈਰ ਚੱਕ ਲਓ ਉੱਪਰੋਂ, ਰੇਸ ਦੇ ਹੁੰਦੇ ਸੀ ਉਹ ਲੰਘ ਜਾਂਦੇ ਭਾਈ ਜਿਹੜਾ ਕਾਲਾ ਹੈਗਾ। ਆਵੇ ਥੋੜਾ ਜਿਹਾ ਨਕਲਾ ਭਾਈ ਨਾਲ। ਹਾਂਜੀ ਜਿਹੜਾ ਕਾਲਾ ਹੁੰਦਾ ਨੂੰ ਕਿਹਾ ਭਾਈ ਲੰਘ ਜਾ, ਤੂੰ ਜਾ ਕੇ ਪਹਿਲਾਂ ਤੂੰ ਚੱਕ ਲੈ ਪੈਸੇ, ਜਿਹੜੇ ਅਸੀਂ ਬਾਅਦ 'ਚ ਚੱਕ ਲਾਂਗੇ। ਜੀ 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 ਹਾਂਜੀ 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 ਮਿਹਰਬਾਨੀ। ਬਾਕੀ ਤੁਸੀਂ ਮੇਰਾ ਨੰਬਰ ਦੇ ਸਕਦੇ ਹੋ ਜੀ, ਤੁਸੀਂ ਪਾਉਣਾ ਹੈਗਾ ਵੈਬਸਾਈਟ ਤੇ, ਨੋ ਪ੍ਰੋਬਲਮ। ਬਿਲਕੁਲ ਜੀ, ਨੰਬਰ ਤੁਸੀਂ ਤੁਹਾਡਾ ਮੈਂ ਸਾਂਝਾ ਕਰ ਦੂੰਗਾ, ਬਿਲਕੁਲ ਪਾਵਾਂਗੇ ਜੀ। ਮੈਨੂੰ ਥੋੜਾ ਜਿਹਾ WhatsApp ਕਰ ਦਿਓ, ਮੈਂ ਆਰਾਮ ਨਾਲ ਪਾਊਂਗਾ, ਤੁਹਾਡੇ ਟਿਪਸ ਵੀ ਪਾਵਾਂਗੇ। ਠੀਕ ਹੈ ਜੀ, ਉਹ ਮੈਨੂੰ ਮੈਸੇਜ ਕਰ ਦਿਓ ਪਲੀਜ਼। ਹੈ ਜੀ, ਵਿਦ ਟਿਪਸ। ਹਾਂਜੀ ਥੈਂਕ ਯੂ ਵੈਰੀ ਮਚ ਜੀ, ਸ਼ੁਕਰੀਆ। ਸੋ ਜਿੰਨਾ ਮੇਰੇ ਤੋਂ ਹੋਇਆ ਜੀ, ਫਿਰ ਆਪਾਂ ਇਸ ਮਸਲੇ ਦੇ ਉੱਤੇ ਵਾਰ-ਵਾਰ ਫਿਰ ਕਰਦੇ ਰਵਾਂਗੇ, ਕਿਉਂਕਿ ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਹੈ ਕਿਵੇਂ ਨਾ ਕਿਵੇਂ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੱਲੀਏ। ਸੋ ਸਾਡੇ ਨਾਲ ਇੱਕ ਕਾਲ ਮੈਂ ਆਪ ਖੁਦ ਲਾ ਲੈਂਦਾ, ਜਿਹੜੀਆਂ ਮਿਸ ਹੋ ਗਈਆਂ। ਮੈਂ ਉਹ ਕਾਲਸ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ, ਕਿਉਂਕਿ WhatsApp ਕਾਲ ਤਾਂ ਮੈਂ ਲਾ ਸਕਦਾ, ਇੰਟਰਨੈਸ਼ਨਲ ਕਾਲਿੰਗ ਮੇਰੇ ਕੋਲ ਨਹੀਂ ਹੁੰਦੀ। ਸੋ ਭਾਵੇਂ ਸਮਾਂ ਜਿਹੜਾ ਅੱਗੇ ਦਵਾ ਦਵ ਚੱਲਦਾ ਜਾਂਦਾ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ WhatsApp ਕਾਲ ਲਾਈ ਹੈ, ਤੁਹਾਡੀ ਕਾਲ ਮਿਸ ਹੋ ਗਈ ਸੀ ਜੀ। ਸਤਿ ਸ਼੍ਰੀ ਅਕਾਲ, ਮੈਂ ਕੁਲਵਿੰਦਰ ਬੋਲਦਾ ਸਵੀਡਨ ਤੋਂ ਜੀ। ਕੁਲਵਿੰਦਰ ਜੀ ਵੈਲਕਮ। ਹਾਂਜੀ, ਉਹ ਮੈਂ ਵੀ ਗੱਲ ਕਰਨੀ ਚਾਹੁੰਦਾ ਸੀ ਟਰੱਕਿੰਗ ਬਾਰੇ ਜੀ। ਟਰੱਕ ਦੇ ਸਿਸਟਮ ਆ ਵੋਲਵੋ, ਚਲੋ ਇੱਥੋਂ ਸਵੀਡਨ ਦਾ ਬਣਿਆ, ਇਹਦਾ ਖੈਰ ਮੈਨੂੰ ਤਾਂ ਥੋੜੀ ਜ਼ਿਆਦਾ ਨੌਲੇਜ ਇਹਦੇ ਬਾਰੇ। ਗੱਲ ਇਹ ਹੈ ਜੀ, ਇੱਕ ਤਾਂ ਆਪਣੇ ਮੇਰੇ ਹਿਸਾਬ 'ਚ ਕੈਨੇਡਾ ਅਮਰੀਕਾ ਦੇ ਰੂਲਾਂ ਦਾ ਫਰਕ ਹੈ ਯੂਰਪ ਨਾਲੋਂ ਸ਼ਾਇਦ ਮੇਬੀ। ਉੱਥੇ ਮੈਨੂੰ ਲੱਗਦਾ ਨਾ ਲੌਗ ਬੁੱਕ ਕਹਿਣ ਦਿਆ ਕੋਈ ਇੰਨਾ ਫੋਲੋ ਨਹੀਂ ਕਰਦਾ। ਇੱਥੇ ਸਾਡੇ ਹੈਗਾ ਵੀ ਤੁਸੀਂ 8 ਘੰਟੇ ਤੋਂ ਵੱਧ ਕੰਮ ਕਰ ਹੀ ਨਹੀਂ ਸਕਦੇ। 8 ਘੰਟੇ ਤੁਸੀਂ ਡਰਾਈਵ ਕਰ ਸਕਦੇ ਹੋ ਟਰੱਕ, ਵੱਧ ਨਹੀਂ। ਇਹ ਚੀਜ਼ ਬਹੁਤ ਜ਼ਰੂਰੀ ਹੈ ਜੀ। ਇੱਕ ਤੁਸੀਂ ਸੌਣਾ ਤੁਹਾਡੇ ਲਈ ਪ੍ਰੋਪਰ 8 ਘੰਟੇ ਬਹੁਤ ਜ਼ਰੂਰੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਨਾ, ਜੇ ਤੁਸੀਂ ਸੌਂਦੇ ਨਹੀਂ ਪੂਰਾ 8 ਘੰਟੇ ਪ੍ਰੋਪਰ, ਤਾਂ ਫਿਰ ਟਰੱਕਿੰਗ ਤਾਂ ਤੁਹਾਨੂੰ ਪਤਾ ਹੀ ਹੈ। 8 ਘੰਟੇ ਸੌਣਾ ਵੀ ਹੈ ਜੀ, ਫਿਰ ਘੰਟਾ ਰੋਟੀ ਚਾਹ ਪਾਣੀ ਵੀ ਖਾਣੀ ਹੈ, ਨਹਾਉਣਾ ਧੋਣਾ ਵੀ ਹੈ। ਹਾਂਜੀ ਹਾਂਜੀ ਹਾਂਜੀ, ਇਹ ਹੈ ਜੀ। ਬਸ ਇਹ ਸੀ ਮੈਂ ਤਾਂ ਮੇਨ ਦੱਸਣਾ ਜੀ। ਬਾਕੀ 8 ਘੰਟੇ ਸਾਡੇ ਤਾਂ ਹੈ। ਬਿਲਕੁਲ। ਸਵੀਡਨ ਤਾਂ ਵੈਸੇ ਥੋੜਾ ਛੋਟਾ ਜੀ, ਜੇਕਰ ਇੰਗਲੈਂਡ ਆਪਣੇ ਜਰਮਨ ਸੌਰੀ USA ਤੇ ਕੈਨੇਡਾ ਦੀ ਗੱਲ ਕਰੀਏ ਤਾਂ ਥੋੜੀਆਂ ਜੀ ਉੱਥੋਂ ਦੀਆਂ ਸਰਕਾਰਾਂ ਨੂੰ ਇਹ ਵੀ ਹੁੰਦਾ ਵੀ ਸਫ਼ਰ ਥੋੜਾ ਜਿਹਾ ਵੱਧ ਨਿਬੜ ਜੇ, 2 ਘੰਟੇ ਵੱਧ ਦੇ ਦਿਓ ਡਰਾਈਵਰਾਂ ਨੂੰ। ਇਹ ਵੀ ਚੱਕਰ ਹੋ ਸਕਦਾ ਕੁਛ, ਇਹ ਵੀ ਉਹਨਾਂ ਦੀਆਂ ਮਜਬੂਰੀਆਂ ਹੋਣੀਆਂ ਨੇ। ਨਹੀਂ, ਇਹ ਸਵੀਡਨ ਦੇ ਵਿੱਚ ਲੋਕਲ ਤਾਂ ਚੱਲਦੇ ਨਹੀਂ ਜੀ, ਇਹ ਵੀ ਚੱਲਦੇ ਤਾਂ ਬਾਹਰ ਨੂੰ ਬਹੁਤ ਹੈਗੇ ਆ। ਬਰੌਲਾ ਇਹ ਵੀ ਜਿਹੜਾ ਸਾਡੇ ਇਲੈਕਟ੍ਰੋਨਿਕ ਸਿਸਟਮ ਵਾਲੇ ਆ ਨਾ, ਟਰੱਕ ਮਾੜਾ ਜਿਹਾ ਵੀ ਹਿਲਦਾ, ਤੁਸੀਂ ਕਾਰਡ ਤੋਂ ਬਿਨਾਂ ਹਿਲਦਾ ਤਾਂ ਨਾਲ ਦੀ ਨਾਲ ਉਹ ਪੁੱਛਦੇ ਵੀ ਭਾਈ ਟਰੱਕ ਤੁਹਾਡਾ ਇੰਨੇ ਤੋਂ ਇੰਨਾ ਚੱਲਿਆ ਹੈਗਾ ਤੇ ਬਿਨਾਂ ਕਾਰਡ ਤੋਂ ਚੱਲਿਆ, ਕਿਉਂ ਚੱਲਿਆ।
ਸਾਡੇ ਇਕੱਲਾ ਇਹ ਨਹੀਂਗਾ ਵੀ ਤੁਸੀਂ ਕਾਰਡ ਪਾ ਕੇ ਜਦੋਂ ਡਰਾਈਵ ਕਰਨਾ ਉਸ ਟਾਈਮ, ਜਾਂ ਟਰੱਕ ਜਦੋਂ ਤੁਸੀਂ ਵੀ ਤੋਰਦੇ ਆ ਨਾ ਬਿਨਾਂ ਕਾਰਡ ਤੋਂ, ਨਾਲ ਦੀ ਨਾਲ ਰਜਿਸਟਰਡ ਹੁੰਦਾ ਵੀ ਪੁੱਛਦੀ ਗਵਰਨਮੈਂਟ ਵੀ ਕਿਉਂ ਚੱਲਿਆ। ਅੱਛਾ 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 ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਜੀ। ਹਾਂਜੀ ਜੀ ਜੀ, ਮਿਹਰਬਾਨੀ ਜੀ ਤੁਹਾਡੀ ਕੁਲਵਿੰਦਰ ਜੀ, ਸ਼ੁਕਰੀਆ, ਧੰਨਵਾਦ ਜੀ। ਤੇ ਮੈਂ ਇਜਾਜ਼ਤ ਲੈ ਲਾਂ ਜੀ ਫਿਰ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ। ਸੋ ਜੇ ਕਿਸੇ ਵੀਰ ਨੂੰ ਕੋਈ ਗੱਲ ਚੁੱਭ ਗਈ ਹੋਵੇ ਤਾਂ ਮੈਂ ਮਾਫੀ ਚਾਹੁੰਦਾ, ਕਿਉਂਕਿ ਕਈ ਵਾਰੀ ਨਾ ਫਾਇਦਾ ਕਰਦੇ ਆ, ਕਹਿੰਦੇ ਵੀ ਜਵਾਕ ਰਵਾਏ ਦਾ ਸਹਾਏ ਦਾ ਨਾਂ ਨਹੀਂ ਹੁੰਦਾ, ਰਵਾਏ ਦਾ ਨਾਂ ਹੋ ਜਾਂਦਾ। ਸੋ ਮੇਰੀ ਤਾਂ ਕੋਸ਼ਿਸ਼ ਇਹੀ ਹੈ ਕਿ ਜਿਹੜੇ ਸਾਡੇ ਵੀਰ ਯੰਗਸਟਰ ਨੇ ਜਾਂ ਕੋਈ ਵੀ ਆ, ਉਹ ਪਲੀਜ਼ ਥੋੜ੍ਹਾ ਜਿਹਾ ਧਿਆਨ ਰੱਖੋ। ਪਿੱਛੇ ਮਾਂ ਬਾਪ ਉਡੀਕਦੇ ਨੇ, ਸੋ ਬੱਚੇ ਉਡੀਕਦੇ ਨੇ, ਕਾਹਲੀ ਹੈ ਜਿਹੜੀ ਬਹੁਤ ਨੁਕਸਾਨ ਕਰ ਦਿੰਦੀ ਹੈ। ਸੋ ਇਸੇ ਉਮੀਦ ਦੇ ਨਾਲ ਕਿ ਤੁਸੀਂ ਤੰਦਰੁਸਤ ਰਹੋਗੇ, ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਤੇ ਨਾ ਕਿਤੇ ਕੁਝ ਫਾਇਦਾ ਦੇਗਾ। ਸੋ ਮੈਂ ਤੁਹਾਡੇ ਤੋਂ ਲੈਣਾ ਇਜਾਜ਼ਤ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਜਿਉਂਦੇ ਵਸਦੇ ਰਹੋ, ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ।